ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੇ ਚੇਤੇ ਮਹਲਾ ਪਹਿਲਾ। अवर पंच हम एक जना, क्यों राखों घर बार मना। मार है लूट है नेत नेत, किस आगे करे पुकार जना। अवर पंच हम एक जना, क्यों राखों घर बार मना। मार है लूट है नेत नेत, किस आगे करे पुकार जना। श्री राम नामा उचर मना, आगे जामदाल बेखम खना। रहाओ उसार मड़ोले राखे द्वारा, भीतर बैठे सातना। अमृत केल करे नित कामण, आवर लुटेन सो पंच जना। टाहे मड़ोले लुटया देहोरा, सातन पकड़े एक जना। जम डंडा गल संगल पड़या, भाग गए से पंच जना। कामण लोड़ा सोना रूपा, मित्र लुड़ैन सो खाधाता। नानक पाप करे तेन कारण, जासे जमपुर बाधाता। कामण लोड़ै सोना रूपा, मित्र लुड़ैन सो खाधाता। नानक पाप करे तेन कारण, जासे जमपुर बाधाता। वाहेगुरु जी का खालसा, वाहेगुरु जी की फतेह। सच्चे पातशाह दीन दुनिया दे मालिक, जागदी जोत, 10 पातशाहियों दे आत्मक स्वरूप, किरपा दे सागर धन साहिब श्री गुरु ग्रंथ साहिब जी महाराज, हजूर दी परम दया सदका पंथ दे महान पवित्र स्थान तखत सचखंड श्री हजूर श्री अबचल नगर साहिब विखे आप सतसंगत दियां कड़ियां दा सुख मान रहे हो। धन गुरु गोबिंद सिंह सच्चे पातशाह जी महाराज जिन्हां जियां ते हजूर अपनी अनुकंपा करदे है, उन्हां नूं ही सतसंगत दा इस भाग समय प्राप्त हुंदा है। संसार तो मन हट करके शब्द विच जुड़ जांदा है। मनुखा जन्म दा
ਗੁਰਮੁਖ ਲਾਹਾ ਪ੍ਰਾਪਤ ਕਰਦੇ ਹੈ। ਸਤਿਗੁਰੂ ਜੀ ਦੇ ਹਜ਼ੂਰ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਚੇਤੇ ਮਹਲਾ ਪਹਿਲਾ। ਗਰੀਬ ਨਵਾਜ ਦੀਨ ਦਿਆਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜੂਰ ਰਾਗ ਗੌੜੀ ਦੇ ਅੰਦਰ ਚੇਤੀ ਜੋ ਗੌੜੀ ਦੀ ਜਾਤੀ ਹੈ, ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਅਵਰ ਪੰਚ ਹਮ ਏਕ ਜਨਾ। ਸੱਚੇ ਪਾਤਸ਼ਾਹ ਜੀ ਜੋ ਜਗਿਆਸੂ ਬੇਬਲਤਾ ਦੇ ਸਹਿਤ ਵਾਹਿਗੁਰੂ ਜੀ ਦੇ ਅੱਗੇ ਔਗੁਣਾਂ ਤੋਂ ਪਾਪਾਂ ਤੋਂ ਛੁੱਟਣ ਲਈ ਜਿਵੇਂ ਬੇਨਤੀ ਕਰਦਾ ਹੈ, ਇਹ ਜਗਿਆਸਾ ਮੁਖ ਤੋਂ ਸਤਿਗੁਰੂ ਜੀ ਨੇ ਬੇਨਤੀ ਕਹੀ ਹੈ ਤੇ ਉਸ ਦੁੱਖ ਦਾ ਛੁਟਕਾਰਾ ਵੀ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਆਪ ਦੱਸਿਆ ਹੈ। ਇਹ ਸ਼ਬਦ ਦਾ ਆਧਾਰ ਲੈ ਕਰਕੇ ਗੁਰਮੁਖ ਪਿਆਰਿਆਂ ਇੱਕ ਭਾਈ ਚਰਨ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੋਇਆ ਹੈ, ਉਹਨਾਂ ਨੇ ਇੱਕ ਜੰਗ ਮੜੋਲੀ ਪ੍ਰਸੰਗ ਬਣਾਇਆ ਸੀਗਾ। ਉਹਦੇ ਵਿੱਚ ਕਲਯੁਗ ਨੂੰ ਰਾਜਾ ਬਣਾਇਆ ਤੇ ਮੋਹ ਨੂੰ ਮੁਖੀ ਵਜ਼ੀਰ ਬਣਾਇਆ ਤੇ ਬਾਕੀ ਜਿਹੜੇ ਵਕਾਰ ਨੇ ਉਹ ਸੈਨਾਪਤ ਥਾਪੇ ਹਨ। ਇਸ ਤਰ੍ਹਾਂ ਸਾਰੀ ਆਸੁਰੀ ਸੰਪਦਾ ਦਾ ਰਾਜ ਭਾਗ ਬਣਾ ਕਰਕੇ ਦੇਵੀ ਸੰਪਤਾ ਨਾਲ ਜਿਵੇਂ ਫਿਰ ਯੁੱਧ ਹੁੰਦਾ ਹੈ, ਉਹ ਜੰਗ ਦਾ ਪ੍ਰਸੰਗ ਬਣਾਇਆ ਹੈ। ਇਸ ਸ਼ਬਦ ਦਾ ਆਧਾਰ ਲੈ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਜਿਵੇਂ ਜਗਿਆਸੂ ਪਹਿਲਾਂ ਸਾਧਨਾ ਕਰਦੇ ਆ ਨਾ, ਤੇ ਵਕਾਰਾਂ ਤੋਂ ਛੁੱਟਣਾ ਬੜਾ ਦੁਸਤਰ ਹੁੰਦਾ ਹੈ ਸਾਧ ਸੰਗਤ ਜੀ। ਵਕਾਰ ਜਦੋਂ ਪੂਰਨ ਕਿਰਪਾ ਹੋਵੇ, ਵਕਾਰ ਫਿਰ ਫੁਰਨੇ ਮਾਤਰ ਵੀ ਮਰ ਜਾਂਦੇ ਆ। ਪਹਿਲਾਂ ਤਾਂ ਮਨ ਨੂੰ ਜਗਿਆਸੂ ਬੰਨ੍ਹਦੇ ਆ, ਮਨ ਸੁਤੇ ਹੀ ਵਕਾਰਾਂ ਵੱਲ ਪ੍ਰਵਿਰਤ ਹੁੰਦਾ ਹੈ, ਪਰ ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਗੁਰੂ ਜੀ ਦੇ ਸ਼ਬਦ ਦਾ ਮੂੰਹ ਵਿੱਚ ਕਾਜਾ ਦਿੰਦੇ ਆ, ਮਨ ਰੂਪੀ ਮੂੰਹ ਦੇ ਵਿੱਚ ਸ਼ਬਦ ਦੀ ਲਗਾਮ ਨਾਲ ਮਨ ਨੂੰ ਹੋੜਦੇ ਆ ਵਿਸ਼ਿਆਂ ਰਸ ਤੋਂ। ਤੇ ਜਦੋਂ ਉਹ ਅਵਸਥਾ ਹੁੰਦੀ ਹੈ, ਵਕਾਰ ਪ੍ਰਬਲ ਹੋ ਕੇ ਜ਼ੋਰ ਪਾਉਂਦੇ ਆ, ਕਿਉਂਕਿ ਇਹ ਯੁੱਧ ਹੁੰਦਾ ਹੈ। ਤੇ ਜਦੋਂ ਪ੍ਰਬਲ ਹੋ ਕੇ ਜ਼ੋਰ ਪਾਉਂਦੇ ਆ, ਫਿਰ ਗੁਰੂ ਕਿਰਪਾ ਲੈਣ ਵਾਸਤੇ ਜਿਵੇਂ ਅਰਦਾਸ ਕਰੀਦੀ ਹੈ, ਉਹ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ। ਅਵਰ ਪੰਚ ਹਮ ਏਕ ਜਨਾ। ਸਾਧ ਸੰਗਤ ਜੀ, ਜਿਵੇਂ ਕੋਈ ਇਕੱਲੀ ਇਸਤਰੀ ਹੋਵੇ
ਤੇ ਉਹਨੂੰ ਵੀ ਜਿਹੜੀ ਇਹ ਧੋਖੇ ਨਾਲ ਸ਼ਰਾਬ ਪਿਆ ਦਿੱਤੀ ਹੋਵੇ ਤੇ ਸ਼ਰਾਬ ਵਿੱਚ ਕਮਲੀ ਹੋਈ ਉਹਦੇ ਮਗਰ 5 ਡਾਕੂ ਪੈ ਜਾਣ ਤੇ ਉਹ ਕਿਵੇਂ ਫਿਰ ਉਹਨਾਂ 5 ਡਾਕੂਆਂ ਤੋਂ ਬਚ ਸਕਦੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਅਵਰ ਪੰਚ ਹਮ ਏਕ ਜਨਾ। ਅਵਰ ਜਿਹੜੇ ਹੋਰ ਹਨ ਉਹ ਕਿਹੜੇ ਨੇ? 5 ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਮਹਾਰਾਜ ਇਹ ਤਾਂ 5 ਜਾਣੇ ਐ। ਹਮ ਏਕ ਜਨਾ, ਜਨਾ ਇਸਤਰੀ ਨੂੰ ਕਹਿੰਦੇ ਐ। ਜਿਵੇਂ ਕੱਲੀ ਜਣੀ ਹੋਵੇ, ਉਹ ਕੌਣ ਹੈ ਇਸਤਰੀ? ਇਹ ਸਾਧ ਸੰਗਤ ਜੀ ਜਿੰਦ ਰੂਪੀ ਇਸਤਰੀ ਹੈ ਅੰਦਰ। ਤੇ ਜਿੰਦ ਜਿਹੜੀ ਹੈ ਨਿਮਾਣੀ ਹੋਈ ਪੁਕਾਰ ਕਰਦੀ ਹੈ ਪਰਮੇਸ਼ਰ ਦੇ ਅੱਗੇ ਕਿ ਮਹਾਰਾਜ ਅਬਰ ਪੰਚ ਹਮ ਏਕ ਜਨਾ। ਜਿਹੜੇ ਅਬਰ ਅਵਰਨ ਦਾ ਪਰਦਾ ਪਾ ਕਰਕੇ ਮਹਾਰਾਜ ਠੱਗਦੇ ਐ, ਅਗਿਆਨਤਾ ਦਾ ਪਰਦਾ ਪਾ ਕਰਕੇ ਠੱਗਦੇ ਐ, ਉਹ ਮਹਾਰਾਜ 5 ਜਾਣੇ ਪਿੱਛੇ ਲੱਗੇ ਹੋਏ ਆ, ਬੜੇ ਵੱਡੇ ਪ੍ਰਬਲ ਜ਼ੋਰਦਾਰ ਡਾਕੂ ਐ। ਤੇ ਮਹਾਰਾਜ ਮੈਂ ਕੱਲੀ ਜਣੀ ਆ ਜਿੰਦ ਵਿਚਾਰੀ, ਹਮ ਏਕ ਜਨਾ। ਮੈਂ ਤਾਂ ਮਹਾਰਾਜ ਕੱਲੀ ਆ, ਕੋਈ ਹੋਰ ਮੈਨੂੰ ਥਾਂ ਆਸਰਾ ਨਹੀਂ, ਸਹਾਇਤਾ ਨਹੀਂ ਹੈ। ਕਿਉਂ ਰਾਖਾ ਘਰ ਬਾਰ ਮਨਾ। ਕਿਵੇਂ ਮਹਾਰਾਜ ਮੈਂ ਇਹਨਾਂ ਕੋਲੋਂ ਆਪਣੇ ਹਿਰਦੇ ਰੂਪੀ ਘਰ ਨੂੰ ਰੱਖ ਲਵਾਂ ਤੇ ਬਾਹਰ ਜਿਹੜੇ ਇੰਦਰੀਏ ਹਨ ਇਹਨਾਂ ਨੂੰ ਕਿਵੇਂ ਰੱਖ ਲਵਾਂ? ਕਿਵੇਂ ਰੱਖਿਆ ਕਰਾਂ ਆਪਣੇ ਹਿਰਦੇ ਦੀ ਇਹਨਾਂ 5 ਡਾਕੂਆਂ ਤੋਂ? ਕਿਉਂਕਿ ਇਹ ਤਾਂ ਅੰਦਰ ਮਾਰ ਕਰਦੇ ਆ, ਇਹ ਤਾਂ ਅੰਦਰੋਂ ਲੁੱਟਦੇ ਆ ਹਿਰਦੇ ਦੇ ਅੰਦਰੋਂ, ਤੇ ਫਿਰ ਇਹ ਬਾਹਰ ਇੰਦਰੀਆਂ ਨੂੰ ਵੀ ਲੁੱਟਦੇ ਆ। ਬਾਹਰ ਦਰਵਾਜ਼ੇ ਨੂੰ ਕਹਿੰਦੇ ਆ ਨਾ, ਇਉਂ ਇਹ ਇੰਦਰੀਆਂ ਰੂਪੀ ਦਰਵਾਜ਼ੇ ਆ। ਅੱਖਾਂ ਰਾਹੀਂ ਵੇਖਣ ਕਰਕੇ ਲੁੱਟਿਆ ਜਾਂਦਾ ਜੀਵ, ਕੰਨਾਂ ਨਾਲ ਸੁਣਨ ਕਰਕੇ ਲੁੱਟਿਆ ਜਾਂਦਾ ਏ, ਜੀਭਾਂ ਨਾਲ ਸਵਾਦਾਂ ਵਿੱਚ ਫਸ ਕੇ ਲੁੱਟਿਆ ਜਾਂਦਾ ਏ, ਇੰਦਰੀ ਵਿਸ਼ੇ ਰਸ ਵਿੱਚ ਫਸੀ ਹੋਈ ਲੁੱਟੀ ਜਾਂਦੀ ਹੈ। ਮਹਾਰਾਜ ਕਿਉਂ ਰਾਖੋ ਘਰ ਬਾਰ ਮਨਾ। ਮੈਂ ਆਪਣੇ ਮਹਾਰਾਜ ਘਰ ਨੂੰ, ਹਿਰਦੇ ਨੂੰ ਅਤੇ ਬਾਹਰ ਜਿਹੜੇ ਇੰਦਰੀਏ ਹਨ ਇਹਨਾਂ ਦੀ ਕਿਵੇਂ ਰੱਖਿਆ ਕਰਾਂ? ਇਸੇ ਪ੍ਰਕਾਰ ਹੀ ਅਵਰ ਪੰਚ ਹਮ ਏਕ ਜਨਾ। ਇਹ ਮਹਾਰਾਜ ਹੋਰ ਨੇ, ਕਿਉਂਕਿ ਮਿੱਤਰ ਨਹੀਂ ਹਨ ਨਾ, ਦੁਸ਼ਮਣ ਨੇ। ਇਹ ਤਾਂ 5 ਜਾਣੇ ਆ। ਮਹਾਰਾਜ ਮੇਰੀ ਜਿੰਦ ਵਿਚਾਰੀ ਕੱਲੀ ਆ। ਕਿਉਂ ਰਾਖਾ ਘਰ ਬਾਰ ਮਨਾ। ਸੱਚੇ ਪਾਤਸ਼ਾਹ ਜੀ ਜਿਹੜਾ ਘਰ ਕੀ ਹੈ? ਇਹ ਸਰੂਪ ਦਾ ਗਿਆਨ ਸਾਧ ਸੰਗਤ ਜੀ ਘਰ ਹੈ। ਤੇ ਬਾਹਰ ਇਸ ਪ੍ਰਕਾਰ ਕੀ ਹੈ? ਸਾਧਨ ਨੇ ਜਿਹੜੇ ਆਪਾਂ ਕਰਦੇ ਆਂ ਵਿਕਾਰਾਂ ਤੋਂ ਬਚਣ ਲਈ। ਜਦੋਂ ਇਹ ਵਿਕਾਰ ਹਾਵੀ ਹੋ ਜਾਂਦੇ ਆ ਨਾ, ਫਿਰ ਸਾਧਨ ਵੀ ਸਭ ਨਸ਼ਟ ਹੋ ਜਾਂਦੇ। ਸਾਰੇ ਸਾਧਨਾਂ ਨੂੰ ਵੀ ਇਹ ਨਾਸ਼ ਹੀ ਕਰ ਸਿੱਟਦੇ ਆ। ਤੇ ਗਿਆਨ ਕਿੱਥੋਂ ਫਿਰ ਰਹਿਣਾ? ਗਿਆਨ ਭੰਗ ਕਰ ਦਿੰਦੇ ਆ। ਇਸ ਪ੍ਰਕਾਰ ਜਿਹੜੀ ਸਰੂਪ ਦੀ ਪ੍ਰਾਪਤੀ ਹੈ ਤਾਂ ਘਰ ਹੈ। ਤੇ ਸਾਧ ਸੰਗਤ ਜੀ ਜਿਹੜਾ ਇਸ ਪ੍ਰਕਾਰ ਤੁਰਿਆ ਅਵਸਥਾ ਹੈ ਇਹ ਘਰ ਦੀ ਨਿਆਈ ਹੈ। ਅੰਤःਕਰਨ ਜਿਹੜਾ ਹੈ ਇਹ ਬਾਹਰ ਦਰਵਾਜ਼ੇ ਦੀ ਨਿਆਈ ਹੈ, ਕਿਉਂਕਿ ਅੰਤःਕਰਨ ਰਾਹੀਂ ਹੀ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਮਹਾਰਾਜ ਮੈਂ ਕਿਵੇਂ ਸਰੂਪ ਦੇ ਗਿਆਨ ਨੂੰ ਸਥਿਰ ਰੱਖ ਸਕਾਂ ਤੇ ਕਿਵੇਂ ਮਹਾਰਾਜ ਮੈਂ ਆਪਣੇ ਅੰਤःਕਰਨ ਨੂੰ ਬਚਾ ਸਕਾਂ? ਕਿਉਂਕਿ ਇਹ ਤਾਂ ਮਹਾਰਾਜ ਮੇਰੇ ਤਾਈਂ ਲੁੱਟੀ ਜਾਂਦੇ ਆ। ਹਜੂਰ ਫਰਮਾਉਂਦੇ ਹਨ ਤੋ ਕਿਵੇਂ ਮਹਾਰਾਜ ਮੈਂ ਆਪਣਾ ਇੰਦਰੀਏ ਦੀ ਰੱਖਿਆ ਕਰਾਂ ਤੇ ਕਿਵੇਂ ਆਪਣੇ ਹਿਰਦੇ ਨੂੰ ਮਹਾਰਾਜ ਬਚਾਉਣਾ ਕਰਾਂ? ਮਨ ਨੂੰ ਕਿਵੇਂ ਬਚਾ ਲਵਾਂ ਇਹਨਾਂ ਤੋਂ? ਮਾਰ ਹੈ ਲੁੱਟ ਹੈ ਨੇਤ ਨੇਤ। ਇਹ ਤਾਂ ਨੀਤ ਨੀਤ ਸੁੱਤੇ ਪਿਆ ਵੀ ਸੁਪਨੇ 'ਚ ਹੀ ਮਹਾਰਾਜ ਮਾਰਦਾ ਹੈ ਕਾਮ। ਕ੍ਰੋਧ ਸੁੱਤੇ ਪਿਆ ਹੀ ਮਾਰਨ ਲੱਗ ਪੈਂਦਾ ਹੈ। ਮਹਾਰਾਜ ਕੀ ਕਰਾਂ ਮੈਂ ਇਹਦੇ ਤੋਂ? ਕਿਉਂਕਿ ਪ੍ਰਤੱਖ ਵੀ ਅੱਖਾਂ ਵੇਖਦੀਆਂ ਤੇ ਵੇਖ ਕੇ ਮਾਰਦਾ ਹੈ ਇਹ ਕਾਮ। ਮਹਾਰਾਜ ਜਦੋਂ ਕੋਈ ਬਹੁਤਾ ਜ਼ਿਆਦਾ ਪਿਆਰੀ ਚੀਜ਼ ਨੂੰ ਛੇੜਦਾ ਹੈ ਤੇ ਕ੍ਰੋਧ ਆਉਂਦਾ ਹੈ, ਇਹ ਕ੍ਰੋਧ ਮਾਰਦਾ ਹੈ ਅੰਦਰ। ਤੇ ਇੰਨਾ ਮਾਰਦੇ ਹੈ, ਮਾਰ ਮਾਰ ਕੇ
ਜਿਹੜਾ ਆਤਮਕ ਮੌਤ ਮਾਰ ਦਿੰਦੇ ਆ ਜੀਵ ਨੂੰ। ਫਿਰ ਜੀਵ ਆਤਮਕ ਮੌਤੇ ਮਰ ਜਾਂਦਾ ਹੈ ਇਹਨਾਂ ਦਾ ਮਾਰਿਆ ਹੋਇਆ, ਤੇ ਫਿਰ ਅੰਦਰੋਂ ਸਾਰੇ ਸੁਭ ਗੁਣ ਇਹ ਸਾਧ ਸੰਗਤ ਜੀ ਲੁੱਟ ਲੈਂਦੇ। ਜਿਵੇਂ ਹਜੂਰ ਨੇ ਆਖਿਆ ਕਿ ਇਸ ਦੇਹੀ ਮੈਂ ਪੰਜ ਚੋਰ ਬਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਮਾਰਹਿ ਲੂਟੈ ਨੀਤ ਨੀਤ, ਇਹ ਨਿਤਾ ਪ੍ਰਤੀ ਮਹਾਰਾਜ ਨਹੀਂ ਰਾਤ ਨਹੀਂ ਦਿਨ। ਇਹ ਜਿਹਨੂੰ ਕਾਮ ਦਾ ਫੁਰਨਾ ਆ ਕਰਕੇ ਗਲਤੀ ਵਿੱਚ ਫਸ ਜਾਂਦਾ ਹੈ, ਉਹ ਕਾਮ ਦਾ ਮਾਰਿਆ ਮਰ ਜਾਂਦਾ ਹੈ। ਜਿਹਨੂੰ ਕ੍ਰੋਧ ਸਾਧ ਸੰਗਤ ਜੀ ਅੰਦਰ ਆ ਕਰਕੇ ਹਾਵੀ ਹੁੰਦਾ ਹੈ, ਉਹ ਕ੍ਰੋਧ ਦਾ ਮਾਰਿਆ ਫਿਰ ਧਰਮ ਭੰਗ ਕਰ ਬੈਠਦਾ ਹੈ। ਜਿਵੇਂ ਜਿਹੜਾ ਕਾਮ ਹੈ ਇਹ ਵਸਤੂ ਵਿਚਾਰ ਨੂੰ ਅੰਦਰੋਂ ਮਾਰ ਦਿੰਦਾ ਹੈ, ਕ੍ਰੋਧ ਸ਼ਾਂਤੀ ਨੂੰ ਅੰਦਰੋਂ ਮਾਰ ਦਿੰਦਾ ਹੈ, ਤੇ ਲੋਭ ਸੰਤੋਖ ਨੂੰ ਅੰਦਰੋਂ ਮਾਰ ਦਿੰਦਾ ਹੈ, ਮੋਹ ਵਿਵੇਕ ਨੂੰ ਅੰਦਰੋਂ ਮਾਰ ਦਿੰਦਾ ਹੈ, ਹੰਕਾਰ ਨਿਮਰਤਾ ਨੂੰ ਅੰਦਰੋਂ ਮਾਰ ਦਿੰਦਾ ਹੈ। ਇੰਨਾ ਇਹ ਮਾਰ ਕਰਦੇ ਐ, ਸਾਰੇ ਹੀ ਸੁਭ ਗੁਣ ਬਰਬਾਦ ਕਰੀ ਜਾਂਦੇ ਅੰਦਰ। ਤੇ ਮਹਾਰਾਜ ਇਹ ਕੋਈ ਜਦੋਂ ਯੁੱਧ ਹੁੰਦਾ ਹੈ ਨਾ, ਤੇ ਦਿਨ ਨੂੰ ਯੁੱਧ ਹੋ ਕੇ ਇਹ ਯੁੱਧਬੰਦੀ ਵੀ ਕੀਤੀ ਹੁੰਦੀ ਹੈ, ਨਿਯਮ ਹੁੰਦੇ ਐ ਕਿ ਰਾਤ ਪਈ ਤੋਂ ਫੌਜਾਂ ਟਿਕ ਜਾਣਗੀਆਂ। ਹੁਣ ਤਾਂ ਇਹੋ ਜਿਹੇ ਨਿਯਮ ਨਹੀਂ ਰਹੇ, ਰਾਤ ਨੂੰ ਚੋਰੀ ਹਮਲਾ ਸਗੋਂ ਜਹਾਜ਼ਾਂ ਨਾਲ ਬੋਲਦੇ ਐ। ਪਰ ਪਹਿਲਾਂ ਇਹੋ ਜਿਹੀ ਜੰਗਬੰਦੀ ਹੁੰਦੀ ਸੀ, ਰਾਤ ਪੈਣ ਤੋਂ ਜੰਗ ਰੁਕ ਜਾਂਦੀ, ਦਿਨ ਚੜ੍ਹਦੇ ਨੂੰ ਜੰਗ ਹੁੰਦੀ। ਤੇ ਪਰ ਇਹ ਜਿਹੜਾ ਜੰਗ ਵੈ ਇਹ ਤਾਂ ਨੀਤ ਨੀਤ, ਨਾ ਰਾਤ ਰੁਕਦਾ ਨਾ ਦਿਨੇ ਰੁਕਦਾ, ਇਹ ਮਾਰ ਕਰੀ ਜਾਂਦੇ ਐ ਕਰੀ ਜਾਂਦੇ ਐ। ਸੱਚੇ ਪਾਤਸ਼ਾਹ ਇਹੋ ਜੀ ਮੈਨੂੰ ਮਾਰ ਕਰਦੇ ਆ ਕਿ ਆਤਮਕ ਮੌਤੇ ਮਾਰ ਰਹੇ ਐ, ਤੇ ਅੰਦਰੋਂ ਸਭ ਗੁਣਾਂ ਨੂੰ ਲੁੱਟੀ ਜਾ ਰਹੇ ਆ। ਕਿਸ ਆਗੈ ਕਰੇ ਪੁਕਾਰ ਜਨਾ, ਮਹਾਰਾਜ ਮੈਂ ਜਣਾ ਕੱਲੀ ਜਣੀ ਜਿੰਦ ਪਕੜੀ ਗਈਆਂ, ਕਿਹਦੇ ਅੱਗੇ ਪੁਕਾਰ ਕਰਾਂ, ਕਿਉਂਕਿ ਜੋ ਜੋ ਦੀਸੈ ਸੋ ਸੋ ਰੋਗੀ। ਮਹਾਰਾਜ ਜਿਹੜਾ ਜਿਹੜਾ ਮੈਂ ਵੇਖਦੀ ਐ ਸੰਸਾਰ ਦੇ ਅੰਦਰ, ਕਾਮ ਨੇ ਤਾਂ ਕਿਸੇ ਨੂੰ ਵੀ ਨਹੀਂ ਛੱਡਿਆ, ਢਾ ਲਿਆ ਹੈ। ਜੋਗੀ ਜੰਗਮ ਅਰ ਸੰਨਿਆਸ ਸਭ ਸਭ ਹੀ ਪਰ ਡਾਰੀ ਇਹ ਫਾਸ। ਮਹਾਰਾਜ ਕਹਿੰਦੇ ਕੀ ਜੋਗੀ ਕੀ ਜੰਗਮ ਕੀ ਸਰੇਬੜੇ, ਤੇ ਇਹ ਸਭ ਦੇ ਉੱਤੇ ਹੀ ਇਹ ਕਾਮ ਕ੍ਰੋਧ ਦੀ ਫਾਹੀ ਪਈ ਹੋਈ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਉਹ ਹੀ ਇਹਦੇ ਨਾਲ ਰੋਗੀ ਹੈ। ਹੁਣ ਜੇ ਕੋਈ ਆਪ ਹੀ ਕੋੜ ਦਾ ਰੋਗੀ ਹੋਵੇ ਤੇ ਦੂਸਰਾ ਕੋੜ ਦਾ ਰੋਗੀ ਉਹਨੂੰ ਕਹੇਗਾ ਜਾ ਕੇ ਕਿ ਮੈਨੂੰ ਦਵਾਈ ਦੱਸ, ਮੈਨੂੰ ਦਵਾਈ ਦੇ ਦੇ, ਉਹ ਕਹੇ ਮੈਂ ਆਪ ਮਰ ਰਿਹਾ ਕੋੜ ਨਾਲ, ਮੈਂ ਤੈਨੂੰ ਕੀ ਦਵਾਈ ਦੇ ਦਿਆਂ। ਇਸ ਤਰ੍ਹਾਂ ਦੀ ਹਾਲਤ ਵੈ। ਜੀਵ ਸੰਸਾਰ ਦੇ ਅੰਦਰ ਜੀਆਂ ਦੇ ਕੋਲ ਆਪਣੇ ਦੁੱਖ ਕਹਿੰਦੇ ਐ, ਕੌਣ ਹੁਣ ਛਡਾ ਦੇਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ ਇਸੇ ਪ੍ਰਕਾਰ, ਮਾਰਹਿ ਲੁਟਹਿ ਨੇਤ ਨੇਤ, ਨਿਤਾ ਪ੍ਰਤੀ ਫੁਰਨਿਆਂ ਦੁਆਰਾ ਮਾਰ ਕਰਦੇ ਐ। ਇਸ ਪ੍ਰਕਾਰ ਕਾਇਆ ਦੇ ਸਪਰਸ਼ ਕਰਕੇ ਵੀ ਸਾਧ ਸੰਗਤ ਜੀ ਲੁੱਟ ਲੈਂਦੇ ਐ ਸ਼ੁਭ ਗੁਣਾਂ ਨੂੰ। ਕੋਈ ਉਹਦੇ ਅੰਦਰ ਉੱਚਾ ਆਚਰਣ ਨਹੀਂ ਰਹਿਣ ਦਿੰਦੇ, ਸਪਰਸ਼ ਕਰਦਿਆਂ ਹੀ ਵਾਸ਼ਨਾ ਕਰਕੇ ਸਭ ਜੀਵ ਦੇ ਅੰਦਰੋਂ ਸ਼ੁਭ ਗੁਣ ਅਭਾਵ ਹੋ ਜਾਂਦੇ ਐ। ਨਿਤਾ ਪ੍ਰਤੀ ਜਿਹੜਾ ਹੈ ਇਹ ਲੁੱਟਦੇ ਆ, ਮਾਰ ਕਰਦੇ ਆ ਜੀਵ ਨੂੰ। ਕਿਸ ਆਗੈ ਕਰੇ ਪੁਕਾਰ ਜਨਾ, ਮਹਾਰਾਜ ਮੈਂ ਕੱਲੀ ਜਣੀ ਜਿੰਦ ਪਕੜੀ ਗਈ ਆ, ਕਿਹਦੇ ਅੱਗੇ ਪੁਕਾਰ ਕਰਾਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਜਦੋਂ ਇਉਂ ਫਰਿਆਦ ਕੀਤੀ ਹੈ, ਤੇ ਸਤਿਗੁਰੂ ਜੀ ਹੁਣ ਤਰੀਕਾ ਦੱਸਦੇ ਆ ਗਰੀਬ ਨਵਾਜ। ਕਿਉਂਕਿ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ, ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਕਲਯੁਗ ਕੇ ਕਾਮੀ। ਮਹਾਰਾਜ ਆਪ ਜਗਤ ਦੇ ਮਾਲਕ ਹੋ। ਮਹਾਰਾਜ ਅਸੀਂ ਕਲਯੁਗ ਦੇ ਕਾਮ ਵਿੱਚ ਫਸੇ ਹੋਏ ਜੀਵ ਆ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਤੇ ਹਰ ਜੀ ਤੇ ਅੰਤਰ ਪਾਰਿਓ। ਮਹਾਰਾਜ ਇਹਨਾਂ ਪੰਜਾਂ ਨੇ ਮੇਰਾ ਮਨ ਇੰਨਾ ਵਿਗਾੜ ਛੱਡਿਆ ਏ ਕਿ ਪਲ ਪਲ ਥੋੜਾ ਥੋੜਾ ਸਮਾਂ ਵੀ ਵਾਹਿਗੁਰੂ ਦੇ ਨਾਲੋਂ ਤੋੜ ਛੱਡਿਆ ਮੇਰੇ ਮਨ ਨੂੰ। ਮਨ ਦੀ ਵੱਖਰੀ ਮਨੌਤ ਬਣਾ ਛੱਡੀ ਹੈ। ਐਸੀ ਬੁਰੀ ਹਾਲਤ ਹੈ। ਇਹ ਬੜੇ ਪ੍ਰਵਲ ਨੇ। ਮਹਾਰਾਜ ਜੀ ਨੇ ਇਹਨਾਂ ਦੀ ਬਾਬਤ ਹੀ ਸਤਿਗੁਰਾਂ ਜੀ ਨੇ ਕਿਹਾ ਕਿ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀਰੇ। ਐਸਾ ਕਿਹੜਾ ਬਲਵਾਨ ਹੈ ਜਿਨੇ, ਹਜੂਰ ਨੇ ਕਿਹਾ ਕਿ ਪੰਜ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰ ਲਏ ਹੈ। ਤੇ ਜਦੋਂ
ਕਿ ਪੰਜ ਵੈ ਜਿੰਦ ਕੱਲੀ ਹੈ ਤੇ ਪੰਜ ਵੀ ਕਿੱਡੇ ਬਲਵਾਨ ਨੇ, ਉਹਨਾਂ ਦਾ ਕਿੰਨਾ ਜ਼ਿਆਦਾ ਬਲ ਦੱਸਿਆ। ਹਜੂਰ ਨੇ ਸਹਿਸਕ੍ਰਿਤੀ ਦੇ ਅੰਦਰ ਇਹਨਾਂ ਦਾ ਬਲ ਦੱਸਿਆ ਹੈ। ਮਹਾਰਾਜ ਕਹਿੰਦੇ ਨੇ ਮੋਹ ਇੰਨਾ ਪ੍ਰਬਲ ਹੈ, ਪਸ ਪੰਖੀ ਵਿਮੋਹਨ ਹੈ, ਇਹਨੇ ਪਸ਼ੂ ਪੰਛੀ ਵਿੰਨ ਛੱਡੇ ਹੈ ਤੇ ਨਹੀਂ ਛੱਡੇ ਦੇਵਤੇ, ਨਹੀਂ ਛੱਡੇ ਦੈਂਤ, ਨਹੀਂ ਛੱਡੇ ਜੀਵ, ਤੇ ਕਾਮ ਦੀ ਕਿੱਡੀ ਵੱਡੀ ਗਮਤਾ ਦਿਖਾਈ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਭੈ ਦੀ ਨਿਵਰਤੀ ਦੱਸੀ ਹੈ, ਇਹ ਖਤਮ ਕਿਵੇਂ ਹੁੰਦੇ ਹੈ, ਇਹਨਾਂ ਤੇ ਫਤਿਹ ਕਿਵੇਂ ਪਾਈ ਜਾ ਸਕਦੀ ਹੈ, ਉਹ ਸਤਿਗੁਰਾਂ ਜੀ ਨੇ ਉੱਥੇ ਉਪਦੇਸ਼ ਦਿੱਤਾ ਹੈ। ਇਉਂ ਜਦੋਂ ਜਿਹਨੂੰ ਸਾਧ ਸੰਗਤ ਜੀ ਇਹ ਪਤਾ ਨਹੀਂ ਲੱਗਦਾ ਕਿ ਮੈਨੂੰ ਇਹ ਤੰਗ ਕਰ ਰਹੇ ਹੈ, ਉਹ ਜਗਿਆਸਾ ਭਾਵ ਦੇ ਸਹਿਤ ਹੀ ਨਹੀਂ ਹੋਇਆ ਹੁੰਦਾ। ਉਹ ਤਾਂ ਜਦੋਂ ਆਉਂਦਾ ਹੈ ਵਿਸ਼ਾ ਉਦੋਂ ਭੋਗ ਲੈਂਦਾ ਹੈ ਤੇ ਇਹਨਾਂ ਦੇ ਭੋਗਣ 'ਚ ਹੀ ਸੁੱਖ ਮੰਨਿਆ ਹੋਇਆ ਹੈ। ਪਾਪ ਕਰਮ ਕਰਨ ਵਿੱਚ ਹੀ ਬਿਰਤੀ ਲੱਗੀ ਰਹਿੰਦੀ ਹੈ। ਕ੍ਰੋਧ ਨੂੰ ਚੰਗੋ ਆਪਣਾ ਸਗੋਂ ਸ਼ਿੰਗਾਰ ਸਮਝਦੇ ਆ ਕਿ ਮੈਨੂੰ ਜਦੋਂ ਗੁੱਸਾ ਆ ਜੇ ਫਿਰ ਮੈਂ ਬਹੁਤ ਨੁਕਸਾਨ ਕਰ ਦਿੰਦਾ। ਇਹੋ ਜੀਆਂ ਗੱਲਾਂ ਬੜੀਆਂ ਮਾਣ ਨਾਲ ਕਹਿੰਦੇ। ਲੋਭ ਬੜਾ ਜ਼ਿਆਦਾ ਕਰਦੇ ਹੋਏ ਠੱਗੀਆਂ ਮਾਰਦੇ ਆਪਣੇ ਆਪ ਨੂੰ ਸਿਆਣਾ ਸਮਝਦੇ ਆ। ਮੋਹ ਵਿੱਚ ਫਸੇ ਹੋਏ ਜਿਹੜੇ ਆ ਉਹ ਸੰਗਤ ਨਹੀਂ ਕਰਦੇ ਤੇ ਸਮਝਦੇ ਆ ਮੈਂ ਬੜੀ ਵਫਾਦਾਰੀ ਪਰਿਵਾਰ ਨਾਲ ਨਿਭਾ ਰਿਹਾ ਹਾਂ। ਹੰਕਾਰ ਇੰਨਾ ਜ਼ਿਆਦਾ ਕਿ ਇਉਂ ਸੋਚਦੇ ਜਿਵੇਂ ਬ੍ਰਹਮਾ ਨੇ ਮੇਰੇ ਵਰਗਾ ਪੈਦਾ ਹੀ ਨਹੀਂ ਕੀਤਾ ਸੰਸਾਰ ਦੇ ਅੰਦਰ। ਇਸ ਤਰ੍ਹਾਂ ਦੀ ਹਾਲਤ ਹੈ। ਉਹਨਾਂ ਨੂੰ ਕੀ ਪਤਾ ਲੱਗੇ ਕਿ ਇਹ ਮਾਰ ਕਰਦੇ ਆ। ਜਿਹੜੇ ਸਤਸੰਗੀ ਹੋ ਜਾਂਦੇ ਆ, ਜਦੋਂ ਫਿਰ ਨਾਮ ਵੱਲ ਨੂੰ ਤੁਰਦਾ ਨਾ ਕੋਈ ਵੀ ਪ੍ਰਾਣੀ, ਤੇ ਇਹ ਫਿਰ ਸਾਧ ਸੰਗਤ ਜੀ ਆਪਦੇ ਅਸਤਰ ਸ਼ਸਤਰ ਚੁੱਕ ਲੈਂਦੇ ਆ। ਇਹ ਫਿਰ ਘਮਾਸਾਨ ਦਾ ਯੁੱਧ ਮਚਾ ਦਿੰਦੇ ਆ। ਜਿਹੜੇ ਰੱਬ ਦੇ ਪਿਆਰੇ ਫਿਰ ਇਹਨਾਂ ਨਾਲ ਯੁੱਧ ਕਰਦੇ ਆ ਨਾ, ਕਿਉਂਕਿ ਇਹ ਰਜਨ ਸਬਾਈ ਜੰਗਾ, ਇਹ ਸਾਰੀ ਉਮਰਾਂ ਰੂਪੀ ਰਾਤ ਦੇ ਅੰਦਰ ਯੁੱਧ ਹੁੰਦਾ ਇਹਨਾਂ ਦੇ ਨਾਲ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ ਕਿ ਇਹ ਵੀ ਦੇਵੀ ਸੰਪਦਾ ਨੂੰ ਲੈ ਕਰਕੇ ਰੱਬ ਦੇ ਪਿਆਰੇ ਫਿਰ ਆਸੁਰੀ ਸੰਪਦਾ ਨਾਲ ਯੁੱਧ ਮਚਾ ਦਿੰਦੇ ਆ। ਅਰੂੜ ਤੇ ਰਥ ਨਾਗੈ ਭੁਜੰਤੇ ਪ੍ਰਭ ਮਾਰਗੈ। ਮਹਾਰਾਜ ਕਹਿੰਦੇ ਵੀ ਭਾਈ ਹਾਥੀਆਂ ਦੀ ਸੈਨਾ ਤੇ ਫਿਰ ਘੋੜਿਆਂ ਦੀ ਸੈਨਾ ਤੇ ਰਥਾਂ ਦੀ ਸੈਨਾ ਤੇ ਸਵਾਰ ਹੁੰਦੇ ਆ। ਇਸ ਤਰ੍ਹਾਂ ਇਹ ਵੀ ਯੁੱਧ ਕਰਦੇ ਆ। ਤੇ ਮਹਾਰਾਜ ਨੇ ਕਿਹਾ ਓਟ ਗੁਰ ਸ਼ਬਦ ਕਰ ਚਰਮਣੈ। ਗੁਰੂ ਸਾਹਿਬ ਜੀ ਦੇ ਸ਼ਬਦ ਦੀ ਓਟ ਚਮੜੇ ਦੀ ਢਾਲ ਜਿਹੜੀ ਪਕੜੀ ਹੁੰਦੀ ਹੈ ਸੂਰਮਿਆਂ ਨੇ, ਇਹ ਗੁਰੂ ਸਾਹਿਬ ਦੇ ਸ਼ਬਦ ਦੀ ਓਟ ਰੂਪੀ ਢਾਲ ਪਕੜ ਲੈਂਦੇ ਆ ਫਿਰ, ਤੇ ਸਾਰਿਆਂ ਦੇ ਚਰਨਾਂ ਦੀ ਧੂੜ ਹੋਣ ਰੂਪ ਖੰਡਾ ਪਕੜ ਲੈਂਦੇ ਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਵੀ ਯੁੱਧ ਕਰਦੇ ਆ। ਜਿਹੜੀਆਂ ਸਰਵਣ ਵਾਹਿਗੁਰੂ ਦੇ ਨਾਮ ਨੂੰ ਕਰਨਾ ਨਾ, ਇਹ ਤਾਂ ਸਾਧ ਸੰਗਤ ਜੀ ਪੈਦਲ ਸੈਨਾ ਹੈ। ਜਿਹੜਾ ਇਸ ਪ੍ਰਕਾਰ ਫਿਰ ਮੰਨਣ ਕਰਨਾ ਹੈ, ਇਹ ਘੋੜ ਸਵਾਰ ਸੈਨਾ ਹੈ। ਜਿਹੜਾ ਇਸ ਪ੍ਰਕਾਰ ਨਿਧਿਆਸਣ ਕਰਨਾ ਨਾ, ਇਹ ਫਿਰ ਰਥਾਂ ਦੀ ਸੈਨਾ ਹੈ। ਇਸ ਪ੍ਰਕਾਰ ਇਹ ਵੀ ਸੈਨਾ ਲੈ ਕਰਕੇ ਯੁੱਧ ਮਚਾਉਂਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਇਉਂ ਜਦੋਂ ਜਗਿਆਸਾ ਜਾਗਦੀ ਹੈ ਨਾ, ਕਿਸ ਆਗੇ ਕਰੀ ਪੁਕਾਰ ਜਨਾ। ਮਹਾਰਾਜ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਇਹ ਮੈਨੂੰ ਪੰਜ ਬਹੁਤ ਜ਼ਿਆਦਾ ਮਹਾਰਾਜ ਮੈਨੂੰ ਲੁੱਟੀ ਜਾ ਰਹੇ ਆ। ਇਹ ਡਾਕੂ ਪੰਜ ਮੇਰੇ ਮਗਰ ਲੱਗੇ ਰਹਿੰਦੇ, ਰਾਤ ਦਿਨ ਮਾਰ ਕਰਦੇ ਆ। ਸ਼੍ਰੀ ਰਾਮ ਨਾਮ ਉਚਰ ਮਨਾ। ਸਤਿਗੁਰੂ ਜੀ ਦੱਸਦੇ ਆ ਫਿਰ ਉਪਾਅ। ਮਹਾਰਾਜ ਕਹਿੰਦੇ ਲੈ ਤੈਨੂੰ ਉਪਾਅ ਦੱਸਦੇ ਆ। ਗਰੀਬ ਨਵਾਜ ਕਹਿੰਦੇ ਸ਼੍ਰੀ ਜੋ ਸ਼੍ਰੋਮਣੀ ਹੈ ਰਮਿਆ ਹੋਇਆ ਰਾਮ, ਉਹਦੇ ਨਾਮ ਨੂੰ ਆਪਣੇ ਮੁਖ ਤੋਂ ਉਚਾਰਨਾ ਕਰ। ਸ਼੍ਰੀ ਰਾਮ ਨਾਮਾ ਉਚਰ ਮਨਾ। ਮਨ ਕਰਕੇ ਆਪਣੇ ਮਨ ਨੂੰ ਸਿੱਖਿਆ ਦੇਣੀ ਕਿ ਇਹ ਮੇਰੇ ਮਨਾ ਤੂੰ ਸ਼੍ਰੀ ਰਾਮ ਦਾ ਨਾਮ ਪਰਮੇਸ਼ਰ ਦਾ ਜੋ ਰਮਿਆ ਹੋਇਆ ਹੈ ਉਹਨੂੰ ਮੁਖ ਤੋਂ ਉਚਾਰਨਾ ਕਰ। ਵਕਾਰਾਂ ਨੂੰ ਅਭਾਵ ਕਰਨ ਵਾਸਤੇ ਮੁਖ ਤੋਂ ਉਚਾਰਨ ਦੀ ਲੋੜ ਹੈ। ਹਿਰਦੇ 'ਚ ਵਸ ਜੇ ਤਾਂ ਫਿਰ ਤਾਂ ਗੱਲ ਹੀ ਕੀ ਕਹਿਣੀ ਹੈ। ਮੁਖ ਤੋਂ ਹੀ ਆਖੀਏ ਨਾ ਵਾਹਿਗੁਰੂ, ਕਾਮ ਨੂੰ ਚੋਟ ਵੱਜਦੀ ਹੈ। ਵਾਹਿਗੁਰੂ, ਕ੍ਰੋਧ ਨੂੰ ਚੋਟ ਵੱਜਦੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਸ਼੍ਰੀ ਰਾਮ ਨਾਮਾ ਉਚਰ ਮਨਾ। हे ਮੇਰੇ ਮਨਾ, ਜੇ ਤੂੰ ਵਕਾਰਾਂ ਤੋਂ ਬਚਣਾ ਹੈ ਨਾ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ। ਇਹ ਕਿਹਾ ਹੈ ਕਿ ਜੇ ਤੂੰ ਕਾਮ ਦੀ ਛਾਤੀ ਵਿੰਨਣੀ ਹੈ, ਤਿੱਖਾ ਤੀਰ ਮਾਰ। ਫਿਰ ਕਿਹੜਾ? ਨਾਮ ਪ੍ਰਭ ਧਿਆਈ ਹੈ। ਪ੍ਰਭੂ ਦੇ ਨਾਮ ਨੂੰ ਜਿਹੜਾ ਵਾਹਿਗੁਰੂ ਆਖਣਾ ਹੈ ਨਾ, ਇਹ ਤਿੱਖਾ ਤੀਰ ਵਿੰਨ ਜਾਂਦਾ ਕਾਮ ਨੂੰ। ਫਿਰ
ਇਹ ਵਿੰਨ ਜਾਂਦਾ ਕ੍ਰੋਧ ਨੂੰ। ਨਾਮ ਦੇ ਜਪਣ ਤੋਂ ਬਿਨਾਂ ਕੋਈ ਉਪਾਅ ਨਹੀਂ। ਜਿਹੜੇ ਕਹਿੰਦੇ ਆ ਨਾਮ ਜਪਣਾ ਜਿਹੜਾ ਹੈ ਉਹ ਸਾਧ ਸੰਗਤ ਜੀ ਪਖੰਡ ਦੱਸਦੇ ਆ, ਵਕਾਰਾਂ ਦੇ ਹੀ ਗਰਸੇ ਹੋਏ, ਵਕਾਰ ਨਹੀਂ ਮਰਦੇ। ਇਸ ਤਰ੍ਹਾਂ ਦੀ ਹਾਲਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮੁਖ ਤੋਂ ਉਚਾਰ, ਆਪਣੇ ਮੁਖ ਤੋਂ ਉਹਨੂੰ ਪੁਕਾਰ। ਜਦੋਂ ਮੁਖ ਤੋਂ ਉਹਦਾ ਨਾਮ ਲਏਗਾ ਫਿਰ ਮਹਾਰਾਜ ਕਹਿੰਦੇ ਵਕਾਰਾਂ ਨੂੰ ਜਿਹੜਾ ਤੂੰ ਨਾਸ਼ ਕਰ ਸਕੇਗਾ। ਇਹ ਉਪਾਅ ਦੱਸਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਹਜੂਰ ਕਹਿੰਦੇ ਆਪਣੇ ਮਨ ਨੂੰ ਪ੍ਰਬੋਧ ਲਓ, ਹੇ ਮੇਰੇ ਮਨਾ ਤੂੰ ਵੇਖ ਕੱਲਾ ਅੜਕੇ ਆਇਆ ਇਹਨਾਂ ਪੰਜਾਂ ਦੇ, ਤੇ ਇੱਕੋ ਇੱਕ ਵਾਹਿਗੁਰੂ ਦਾ ਨਾਮ ਹੈ, ਹੋਰ ਕੋਈ ਨਹੀਂ ਚੀਜ਼ ਛਡਾ ਸਕਦੀ। ਇਸ ਕਰਕੇ ਸ਼੍ਰੀ ਰਾਮ ਨਾਮਾ ਉਚਰ ਮਨਾ, ਹੇ ਮੇਰੇ ਮਨਾ ਸ਼੍ਰੋਮਣੀ ਜੋ ਰਮਿਆ ਹੋਇਆ ਰਾਮ ਪਰਮੇਸ਼ਰ ਹੈ ਉਹਦੇ ਨਾਮ ਨੂੰ ਉਚਾਰਨਾ ਕਰ। ਆਗੈ ਜਮਦਲ ਬਿਖਮ ਕਹਿਣਾ, ਜੇ ਨਹੀਂ ਜਪਿਆ ਤਾਂ ਅੱਗੇ ਜਦੋਂ ਇਹ ਜਿੰਦ ਵੱਖ ਹੋ ਜਾਣੀ ਹੈ ਸਰੀਰ ਤੋਂ, ਫਿਰ ਜਦੋਂ ਚੱਲਣਾ ਨਾ ਪਰਲੋਕ ਨੂੰ, ਅੱਗੇ ਮਹਾਰਾਜ ਕਹਿੰਦੇ ਜਿਹੜਾ ਜਮਾਂ ਦਾ ਦਲ ਹੈ ਨਾ, ਜਮਾਂ ਦੀ ਫੌਜ, ਉਹ ਬਿਖਮ ਘਨਾ ਬਹੁਤਾ ਕਠਨ ਤੋਂ ਕਠਨ ਮੈਂ, ਉਹ ਇੰਨਾ ਕਠਨ ਮੈਂ ਉਹਨਾਂ ਦੀ ਮਾਰ ਨਹੀਂ ਸਹਾਰੀ ਜਾਂਦੀ। ਉਹਨਾਂ ਦਾ ਰੂਪ ਵੇਖ ਕੇ ਭੈ ਆਉਂਦਾ ਹੈ, ਇਹੋ ਜਿਹੇ ਭਿਆਨਕ ਹਨ, ਤੇ ਉਹ ਇੰਨਾ ਸਖਤਾਈ ਕਰਦੇ ਐ, ਤਾਂ ਕਰਕੇ ਕਠਨ ਕਿਹਾ ਕਿ ਉਹ ਸਜ਼ਾਵਾਂ ਸਹੀਆਂ ਨਹੀਂ ਜਾਂਦੀਆਂ ਫਿਰ ਜੀਵ ਦੇ ਕੋਲੋਂ। ਜਦੋਂ ਜਮਾਂ ਦਾ ਡੰਡਾ ਵੱਜਦਾ ਉਹ ਸਹਾਰਿਆ ਨਹੀਂ ਜਾਂਦਾ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਇਸ ਪ੍ਰਕਾਰ ਜਿਹੜਾ ਹੈ ਆਗਾ ਜਮਦਲ ਬਿਖਮ ਘਨਾ, ਇਹ ਆਪਣੇ ਮਰਨ ਨੂੰ ਡਰ ਦੇਣਾ। ਪਰ ਅੱਜ ਕੱਲ ਤਾਂ ਸਿੱਖ ਕੌਮ 'ਚ ਹੀ ਪੈਦਾ ਹੋ ਕੇ ਕਹੀ ਜਾਂਦੇ ਆ ਕਿ ਅੱਗਾ ਹੈ ਹੀ ਨਹੀਂ, ਕਹਿੰਦੇ ਕੋਈ ਨਰਕ ਨਹੀਂ ਹੈ, ਕੋਈ ਜੂਨਾ ਨਹੀਂ। ਤਾਂ ਇਵੇਂ ਤਾਂ ਲੋਕ ਫਿਰ ਤਾਂ ਹੀ ਪਾਪਾਂ ਦੇ ਵਿੱਚ ਗ੍ਰਸਤ ਹੋ ਰਹੇ ਆ। ਕਹਿੰਦੇ ਜੂਨਾ ਅਸਲ 'ਚ ਨਾ ਜਿਹੋ ਜੀ ਬਿਰਤੀ ਜੀਵ ਧਾਰ ਲੈਂਦਾ ਇਹੀ ਜੂਨਾ ਨੇ। ਅਖੇ ਜੇ ਡੱਡੂ ਵਰਗੀ ਬਿਰਤੀ ਧਾਰ ਲਈ ਹੈ ਤੇ ਫਿਰ ਉਦੋਂ ਹੀ ਡੱਡੂ ਦੀ ਜੂਨ ਹੈ। ਸੱਪ ਵਰਗੀ ਬਿਰਤੀ ਧਾਰ ਲਈ ਹੈ ਤੇ ਇਹੀ ਸੱਪ ਦੀ ਜੂਨ ਹੈ। ਬਸ ਸਰੀਰ ਖਤਮ ਹੋ ਗਿਆ, ਇਸ ਤੋਂ ਅੱਗੇ ਕੁਛ ਨਹੀਂ। ਸਤਿਗੁਰੂ ਜੀ ਦੀ ਬਾਣੀ ਦੇ ਹੀ ਅਰਥ ਕਰਦੇ ਹੋਏ ਇਹੋ ਜੀਆਂ ਗੱਲਾਂ ਕਰਦੇ ਐ। ਤੇ ਸਾਧ ਸੰਗਤ ਜੀ ਜਿਹੜੀ ਆਤਮਾ ਸਤਵ ਹੈ ਉਹਨੂੰ ਮੰਨਦੇ ਹੀ ਨਹੀਂ, ਸਰੀਰ ਨੂੰ ਹੀ ਮੰਨੀ ਬੈਠੇ ਐ, ਇਹੋ ਜੀ ਬੁਰੀ ਹਾਲਤ ਵੈ। ਸਤਿਗੁਰੂ ਦੇ ਸ਼ਬਦ ਉਪਦੇਸ਼ ਦਾ ਭੇਦ ਨਹੀਂ ਜਾਣਦੇ ਤੇ ਸਿੱਖਾਂ ਦੇ ਅੰਦਰ ਹੀ ਭੁਲੇਖੇ ਪਾਈ ਜਾਂਦੇ ਐ। ਸੱਚੇ ਪਾਤਸ਼ਾਹ ਜੀ ਦੀ ਬਾਣੀ ਪ੍ਰਤੱਖ ਕਹਿ ਰਹੀ ਹੈ ਇੱਥੇ ਨਹੀਂ ਅੱਗੇ। ਆਗਾ ਜਮਦਲ ਬਿਖਮ ਘਨਾ, ਬੜਾ ਬਿਖਮ ਔਖਾ ਹੈ ਜਮਾਂ ਦਾ ਉਹ ਦਲ। ਇੱਕ ਨਹੀਂ ਹੈ, ਫੌਜਾਂ ਦੀਆਂ ਫੌਜਾਂ ਨੇ ਉਹਨਾਂ ਦੀਆਂ, ਬੜੇ ਕਠਨ ਨੇ, ਬੜੇ ਸਖਤ ਨੇ। ਉਹ ਫਿਰ ਤੇਰੀ ਫਰਿਆਦ ਨਹੀਂ ਸੁਣਨਗੇ, ਉਹ ਤੇਰੀ ਪੁਕਾਰ ਨਹੀਂ ਸੁਣਨਗੇ। ਹੁਣ ਤਾਂ ਇੱਥੇ ਤਾਂ ਤਰਲਾ ਲੈ ਲਿਆ ਨਾ ਕਿਸੇ ਆਗਾ ਕਰੀ ਪੁਕਾਰ ਜਨਾ, ਤੇ ਮਹਾਰਾਜ ਜੀ ਨੇ ਫਿਰ ਸਿੱਖਿਆ ਦਿੱਤੀ ਹੈ ਕਿ ਰਾਮ ਦੇ ਅੱਗੇ ਪੁਕਾਰ ਕਰ, ਵਾਹਿਗੁਰੂ ਦੇ ਅੱਗੇ ਪੁਕਾਰ ਕਰ। ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਬਾਹਾਂ ਉੱਪਰ ਨੂੰ ਕਰਕੇ ਬੌੜੀ ਕਰਨੀ ਮਹਾਰਾਜ, ਕੋਈ ਨਹੀਂ ਹੋਰ ਆਸਰਾ ਤੇਰੇ ਤੋਂ ਬਿਨਾ। ਤਾਂ ਮਹਾਰਾਜ ਤਾਂ ਪੁਕਾਰ ਸੁਣਦੇ ਐ, ਪਰ ਫਿਰ ਜਮਾ ਨਹੀਂ ਪੁਕਾਰ ਸੁਣਨੀ, ਕਿਉਂਕਿ ਉਹ ਬੜਾ ਬਿਖਮ ਹੈ, ਬੜਾ ਔਖੇ ਤੋਂ ਔਖਾ ਹੈ। ਜਮਾਂ ਦਾ ਦਲ ਜਿਹੜੀ ਫੌਜ ਹੈ ਉਹਨਾਂ ਦੀ, ਮਹਾਰਾਜ ਕਹਿੰਦੇ ਉਹ ਕਠਨ ਤੋਂ ਕਠਨ ਮੈਂ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਉਸਾਰ ਮੜੋਲੇ ਰਾਖੈ ਦਵਾਰਾ। ਇਹ ਜਿਹੜੀ ਮੜੋਲੀ ਤੇਰੀ ਦੇਹ ਰੂਪੀ ਮਟੀਲੀ ਹੈ ਨਾ, ਜਿਵੇਂ ਕੱਚਾ ਮਿੱਟੀ ਦਾ ਭਾਂਡਾ ਹੁੰਦਾ ਹੈ, ਮੜੋਲੀ ਕੋਠੀ ਨੂੰ ਵੀ ਕਹਿ ਦਿੰਦੇ ਆ। ਇਹ ਕੋਠੀ ਦੀ ਤਰ੍ਹਾਂ ਹੀ ਹੈ, ਕੱਚੀ ਕੋਠੀ ਦੀ ਤਰ੍ਹਾਂ ਇਹ ਸਰੀਰ। ਉਸਾਰ ਮੜੋਲੀ, ਫਿਰ ਪੜੋ ਸਾਰ ਮੜੋਲੇ ਰਾਖੈ ਦਵਾਰਾ। ਇਹਦੇ ਅੰਦਰ 9 ਦਵਾਰੇ ਰੱਖੇ ਹੋਏ ਐ, 9 ਦਰਵਾਜ਼ੇ ਰੱਖੇ ਹੋਏ ਐ। ਉਹ ਅੱਖਾਂ ਨੇ, ਨੱਕ ਹੈ, ਮੂੰਹ ਹੈ, ਕੰਨ ਹੈ, ਮੂਲ ਦਵਾਰੇ ਹਨ। ਇਸ ਪ੍ਰਕਾਰ ਇਹ 9 ਦਰਵਾਜ਼ੇ ਜਿਹੜੇ ਹੈ ਨਾ ਇਸ ਦੇਹ ਰੂਪੀ ਮੜੋਲੀ ਦੇ, ਦੇਹ ਰੂਪੀ ਕੋਠੀ ਦੇ, ਇਹ ਰੱਖੇ ਹੋਏ ਆ। ਭੀਤਰ ਬੈਠੇ ਸਾਤਨਾ, ਜਿਹੜੀ ਸਾਤਨਾ ਉਹ ਜਿੰਦ ਰੂਪੀ ਜਿਹੜੀ ਹੈ ਧਨਾ ਇਸਤਰੀ, ਉਹ ਇਹਦੇ ਭੀਤਰ ਵਿੱਚ ਬੈਠੀ ਹੋਈ ਹੈ ਇਸ ਮੜੋਲੀ ਦੇ।
ਦੇਹ ਰੂਪੀ ਮਟਕੀ ਦੇ ਅੰਦਰ ਜਿਹੜੀ ਹੈ ਜਿੰਦ ਰੂਪੀ ਇਸਤਰੀ ਅੰਦਰ ਵੜੀ ਬੈਠੀ ਹੈ। ਇਸ ਪ੍ਰਕਾਰ ਉਸਾੜ ਮੜੋਲੀ ਜਿਹੜੀ ਇਹ ਮੜੋਲੀ ਦੇਹ ਹੈ ਨਾ, ਵਾਹਿਗੁਰੂ ਨੇ ਮਾਤਾ ਦੇ ਉਦਰ ਦੇ ਅੰਦਰ ਇਹਦੀ ਉਸਾਰੀ ਕਰਨਾ ਕੀਤੀ ਹੈ। ਮਾਤਾ ਦੀ ਰਕਤ ਤੋਂ ਤੇ ਪਿਤਾ ਦੀ ਬਿੰਦ ਤੋਂ ਫਿਰ ਜਿੰਦ ਪਾ ਕਰਕੇ ਜਿਹੜੀ ਹੈ ਨਾ, ਉਹ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 6 ਮਹੀਨੇ ਰੱਖ ਕਰਕੇ ਜਿੰਦ ਨੂੰ 6 ਮਹੀਨੇ ਰਹਿਣਾ ਪੈਂਦਾ ਹੈ। ਤੇ ਇਹਦੇ ਦੁਆਰੇ ਜਿਹੜੇ ਹੈ ਰੱਖ ਹੈ ਦੁਆਰੇ ਜਿਹੜੇ ਆ ਉਹ ਮਾਤਾ ਦੇ ਉਦਰ ਦੇ ਅੰਦਰ ਹੀ ਸਾਰੇ ਅੰਗ ਪ੍ਰਤੰਗ ਜਿਹੜੇ ਬਣਦੇ ਆ। 10ਵਾਂ ਗੁਪਤ ਰੱਖ ਕੇ 9 ਦਰਵਾਜ਼ੇ ਜਿਹੜੇ ਆ 9 ਗੋਲਕਾਏ ਦੀਆਂ ਰੱਖਣਾ ਕੀਤੀਆਂ ਨੇ। ਰੱਖੇ ਦੁਆਰਾ ਉਸਾਰ ਮੜੋਲੇ ਰਾਖੈ ਦੁਆਰਾ। ਹਾਂਜੀ। ਭੀਤਰ ਬੈਠੇ ਸਾਤਨਾ। ਭੀਤਰ ਵਿੱਚ ਜਿਹੜੀ ਹੈ ਜਿੰਦ ਰੂਪੀ ਇਸਤਰੀ ਸਾਧ ਸੰਗਤ ਜੀ ਆਪ ਬੈਠੀ ਹੋਈ ਹੈ, ਵੜੀ ਹੋਈ ਹੈ ਇਸ ਦੇਹ ਰੂਪੀ ਮੜੋਲੀ ਮਟਕੀ ਦੇ ਅੰਦਰ। ਅੰਮ੍ਰਿਤ ਕੇਲ ਕਰੇ ਨਿਤ ਕਾਮਣ। ਇਹ ਜਿੰਦ ਰੂਪੀ ਕਾਮਣ ਜਿਹੜੀ ਇਸਤਰੀ ਹੈ ਨਾ, ਆਪਣੇ ਆਪ ਨੂੰ ਅੰਮ੍ਰਿਤ ਮ੍ਰਿਤਿਓ ਤੋਂ ਰਹਿਤ ਮੰਨ ਲਿਆ ਹੈ। ਇਸਨੇ ਅਮਰ ਰਹਿਣ ਵਾਲੀ ਮਨ ਕਰਕੇ ਸਦਾ ਵਾਸਤੇ ਕੇਲ ਕਰਦੀ ਰਹਿੰਦੀ ਹੈ, ਕੇਲ ਕ੍ਰੀੜਾ ਕਰਦੀ ਰਹਿੰਦੀ ਹੈ। ਵਿਸ਼ੇ ਸੁੱਖਾਂ ਦਾ, ਕਦੇ ਪਦਾਰਥਾਂ ਦੇ ਖਾਣ ਦਾ, ਕਦੇ ਇਉਂ ਪਹਿਰਨ ਦਾ, ਵਸਤਰਾਂ ਦਾ ਬੜਾ ਜ਼ਿਆਦਾ ਕੇਲ ਕ੍ਰੀੜਾ ਜਿਹੜੀ ਹੈ ਨਾ, ਅੰਮ੍ਰਿਤ ਕੇਲ ਕਰੈ ਨਿਤ ਕਾਮਣ। ਨਿਤਾ ਪ੍ਰਤੀ ਇਹ ਜਿੰਦ ਰੂਪੀ ਕਾਮਣ ਜਿਹੜੀ ਇਸਤਰੀ ਹੈ, ਇਹ ਵਿਸ਼ੇ ਸੁਖ ਆਨੰਦਾਂ ਵਿੱਚ ਹੀ ਸਦਾ ਕ੍ਰੀੜਾ ਕਰਦੀ ਰਹਿੰਦੀ, ਆਪਣੇ ਆਪ ਨੂੰ ਅਮਰ ਮੰਨ ਕਰਕੇ। ਅਵਰ ਲੁਟੇਨ ਸੋ ਪੰਜ ਜਨਾ। ਜਿਹੜੇ ਅਵਰ ਹੋਰ ਹਨ ਉਹ ਵੀ 5 ਵਿਸ਼ੇ ਨੇ, ਸ਼ਬਦ ਸਪਰਸ ਰੂਪ ਰਸ ਗੰਧ। ਤੇ ਇਹ ਵੀ ਅੰਦਰ ਸਾਧ ਸੰਗਤ ਜੀ ਅਵਰ ਲੁਟੇਨ ਸੋ ਪੰਜ ਜਨਾ, ਇਹ ਵੀ ਲੁੱਟੀ ਜਾ ਰਹੇ ਹੈ। ਜਿਹੜਾ ਸ਼ਬਦ ਵੇ ਸੁਣਨ ਦਾ ਵਿਸ਼ਾ ਹੈ, ਸੁਣ ਕੇ ਹੀ ਅੰਦਰ ਵਕਾਰ ਅਸ਼ਲੀਲ ਗੱਲਾਂ ਨੂੰ ਸੁਣਦੇ ਐ, ਨਿੰਦਾ ਚੁਗਲੀ ਨੂੰ ਸੁਣਦੇ ਐ, ਤੇ ਇਹਨਾਂ ਨਹੀਂ ਪਤਾ ਕਿ ਅੰਦਰੋਂ ਸ਼ੁਭ ਗੁਣ ਸਾਰੇ ਲੁੱਟਦੇ ਜਾ ਰਹੇ ਐ। ਫਿਰ ਸਪਰਸ਼ ਵੈ ਜਿਵੇਂ ਹਾਥੀ ਦੇ ਅੰਦਰ ਵਿਸ਼ਾ ਮੰਨਿਆ ਹੋਇਆ ਹੈ, ਚਮੜੀ ਸਪਰਸ਼ ਕਰਨ ਨੂੰ ਭੱਜਦੀ ਹੈ, ਅੱਖਾਂ ਰੂਪ ਵੇਖਣ ਨੂੰ ਭੱਜਦੀਆਂ ਹਨ। ਇਸ ਪ੍ਰਕਾਰ ਨੱਕ ਜਿਹੜਾ ਹੈ ਉਹ ਸੁਗੰਧੀ ਵੱਲ ਭੱਜਦਾ ਹੈ, ਜਿਹੜੀ ਜੀਭਾ ਰਸ ਵੱਲ ਨੂੰ ਭੱਜਦੀ ਹੈ। ਇਹ ਜਿਹੜੇ ਅੰਦਰ ਹੀ ਸਾਧ ਸੰਗਤ ਜੀ ਜਿਹੜੇ ਹਨ, ਅਵਰ ਲੁਟੇਨ ਸੋ ਪੰਜ ਜਨਾ, ਇਹ 5 ਜਾਣੇ ਹੋਰ ਅੰਦਰ ਇਹ ਵੀ ਲੁੱਟੀ ਜਾ ਰਹੇ ਆ, ਜਿਹੜੇ 5 ਵਿਸ਼ੇ ਮੰਨੇ ਆ। ਅਵਰ ਲੁੱਟੇ ਨਿਸ ਪੰਚ ਜਨਾ, ਪਾਠ ਤਾਂ ਲੁਟੇ ਨਹੀਂ ਹੈ ਤੇ ਅਰਥ ਵਾਸਤੇ ਦੂਸਰਾ ਕਰਦੇ ਆ। ਨਿਸ ਕਿਹੜੀ ਹੈ? ਅਵਿਦਿਆ ਰੂਪੀ ਨਿਸ ਰਾਤ ਪਈ ਹੋਈ ਹੈ। ਤੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ 5 ਵਿਸ਼ੇ ਜਿਹੜੇ ਇਸ ਪ੍ਰਕਾਰ ਜੀਵ ਰੂਪੀ ਇਸਤਰੀ ਨੂੰ ਲੁੱਟੀ ਜਾ ਰਹੇ ਆ ਰਾਤ ਦਿਨ, ਤੇ ਇਹਨੂੰ ਗਾਫਲ ਹੋਈ ਕਮਲੀ ਹੋਈ ਨੂੰ ਪਤਾ ਹੀ ਨਹੀਂ। ਇਹ ਸਗੋਂ ਉਹਨਾਂ ਨਾਲ ਮਿੱਤਰਤਾਈ ਪਾਈ ਬੈਠੀ ਹੈ, ਉਹਨਾਂ ਨਾਲ ਬੜਾ ਇਹਦੀ ਮੁਹੱਬਤ ਪਈ ਹੋਈ ਹੈ। ਮਹਾਰਾਜ ਕਹਿੰਦੇ ਨੇ ਅਵਰ ਲੁਟੇਨ ਸੋ ਪੰਜ ਜਨਾ, ਪਾਠ ਇਹੀ ਹੈ ਮੁੱਖ। ਤੇ ਹੋਰ ਜਿਹੜੇ ਹਨ 5 ਵਿਸ਼ੇ, ਇਹ ਲੁੱਟਦੇ ਜਾ ਰਹੇ ਆ ਜੀਵ ਦੇ ਤਾਈ। ਢਾਹੇ ਮੜੋਲੇ ਲੁੱਟਿਆ ਦੇਹੁਰਾ। ਫਿਰ ਵਕਤ ਆਉਣਾ ਢਾਹੇ ਮੜੋਲੀ, ਜਦੋਂ ਇਹ ਦੇਹ ਰੂਪੀ ਮਟੀਲੀ ਫਿਰ ਢੱਠ ਜਾਣੀ ਹੈ ਕਾਲ ਰੂਪੀ ਪਾਣੀ ਪੈ ਕਰਕੇ। ਕਿਉਂਕਿ ਕੱਚਾ ਭਾਂਡਾ ਹੁੰਦਾ ਹੈ ਨਾ, ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ, ਕਿੰਨਾ ਕਿਚਰ ਜਲ ਉਹਦੇ ਵਿੱਚ ਰੱਖ ਸਕੀਏ, ਉਹ ਤਾਂ ਫਿਰ ਸਾਧ ਸੰਗਤ ਜੀ ਚੋ ਹੀ ਜਾਂਦਾ ਹੈ ਨਾ ਸਾਰਾ। ਇਸ ਤਰ੍ਹਾਂ ਇਹ ਸਵਾਸਾਂ ਰੂਪੀ ਪਾਣੀ ਜਿਹੜਾ ਹੈ ਸਰੀਰ ਰੂਪੀ ਕੱਚੇ ਭਾਂਡੇ ਦੇ ਅੰਦਰ ਕਿੰਨਾ ਕੁ ਚਿਰ ਟਿਕਿਆ ਰਹਿ ਸਕਦਾ ਹੈ। ਤੇ ਇਸ ਪ੍ਰਕਾਰ ਫਰਮਾਉਂਦੇ ਹਨ ਢਾਹੇ ਮੜੋਲੇ ਲੁੱਟਿਆ ਦੇਹੁਰਾ। ਇਹ ਜਿਹੜੀ ਦੇਹ ਰੂਪੀ ਮਟੀਲੀ ਹੈ ਨਾ, ਮਟਕੀ ਕੱਚੀ, ਇਹ ਜਦੋਂ ਢਾ ਦਿੱਤੀ ਤੇ ਫਿਰ ਸਾਧ ਸੰਗਤ ਜੀ ਸੂਖਸ਼ਮ ਸਰੀਰ ਰੂਪੀ ਜਿਹੜਾ ਦੇਹੁਰਾ ਸੀਗਾ ਨਾ ਅੰਦਰ, ਉਹ ਲੁੱਟ ਲਿਆ ਜਮਾਂ ਨੇ, ਪਕੜ ਲਿਆ ਜਿੰਦ ਨੂੰ ਵੀ ਆ ਜਾ ਹੁਣ। ਇਸ ਤਰ੍ਹਾਂ ਉਹ ਜਿਹੜੀ ਹੈ ਸਰੀਰ ਦੇ ਅੰਦਰੋਂ ਜਿੰਦ ਨੂੰ ਕੱਢ ਲੈਂਦੇ ਆ। ਸਾ ਧਨ ਪਕੜੇ ਇੱਕ ਜਨਾ, ਇੱਕ ਜਣੀ ਵਿਚਾਰੀ ਕੱਲੀ ਫਿਰ ਜਿੰਦ ਜਿਹੜੀ ਹੈ ਸਾ ਉਹ ਪਕੜੀ ਗਈ, ਜਮਾਂ ਨੇ ਪਕੜ ਲਿਆ। ਸਵਾਸਾਂ ਰਾਹੀਂ ਅੰਦਰ ਪ੍ਰਵੇਸ਼ ਕਰ ਜਾਂਦੇ ਆ ਤੇ ਅੰਦਰ ਫਿਰ ਸਾਧ ਸੰਗਤ ਜੀ ਜਾ ਕਰਕੇ ਜਿੰਦ ਨੂੰ ਪਕੜ ਕਰਕੇ ਫਿਰ ਕੱਢਦੇ ਆ। ਜਿਵੇਂ ਜਿਵੇਂ ਦੇ ਔਗਣ ਪਾਪ ਕੀਤੇ ਉਸ ਤਰ੍ਹਾਂ ਫਿਰ ਮੌਤ ਹੁੰਦੀ ਹੈ, ਬਹੁਤ ਜ਼ਿਆਦਾ ਦੁੱਖ ਲੱਗਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਢਾਹੇ ਮੜੋਲੀ ਲੁੱਟਿਆ ਦੇਹੁਰਾ, ਜਦੋਂ ਢਾ ਦਿੱਤੀ ਇਹ ਸਰੀਰ ਰੂਪੀ ਮਟਕੀ ਤੋੜ ਦਿੱਤੀ
ਤੇ ਫਿਰ ਸੂਖਸ਼ਮ ਸਰੀਰ ਰੂਪੀ ਦੇਹਰਾ ਲੁੱਟ ਲੈਣਾ ਹੈ ਜਮਾਂ ਨੇ। ਤੇ ਫਿਰ ਕੀ ਹੋਵੇਗਾ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਭਾਈ ਜਿੰਦ ਵਿਚਾਰੀ ਜਿਹੜੀ ਹੈ ਉਹ ਕੱਲੀ ਫਿਰ ਪਕੜੀ ਜਾਵੇਗੀ, ਉਸ ਨੂੰ ਪਕੜ ਲੈਂਦੇ ਆ ਜਮ। ਸਾਤ ਹਨ ਪਕੜੇ ਇੱਕ ਜਨਾ, ਇੱਕ ਜਣੀ ਵਿਚਾਰੀ ਕੱਲੀ ਫਿਰ ਸਾਪ ਪਕੜੀ ਗਈ, ਉਹ ਜਮਾਂ ਨੇ ਪਕੜ ਲਿਆ, ਉਸ ਨੂੰ ਕੱਢ ਲਿਆ ਦੇਹਰੇ ਤੋਂ, ਸਰੀਰ ਤੋਂ ਬਾਹਰ ਕੱਢ ਲਿਆ। ਜਮ ਡੰਡਾ ਗਲ ਸੰਗਲ ਪੜਿਆ, ਫਿਰ ਜਮਾਂ ਦਾ ਡੰਡਾ ਸਿਰ 'ਚ ਪਿਆ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਪਾਪ ਕੀਤੇ ਆ ਨਾ ਫਿਰ ਉਨੀ ਸੰਗਲ ਵੱਜਦੇ ਆ, ਫਿਰ ਉਨਾ ਹੀ ਭਾਰ ਲੋਹੇ ਦੇ ਸੰਗਲਾਂ ਦਾ ਚੁਕਾਇਆ ਜਾਂਦਾ ਹੈ, ਉਹ ਜਕੜ ਲੈਂਦੇ ਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਮ ਡੰਡਾ ਗਲ ਸੰਗਲ ਪੜਿਆ। ਜਮਾਂ ਦਾ ਡੰਡਾ ਸਿਰ ਦੇ ਵਿੱਚ ਵੱਜਦਾ ਹੈ ਤੇ ਗਲ ਦੇ ਵਿੱਚ ਸਾਧ ਸੰਗਤ ਜੀ ਫਿਰ ਉਹ ਸੰਗਲ ਪਾ ਲੈਂਦੇ ਆ। ਇਹ ਤਾਂ ਇੱਥੋਂ ਤਾਂ ਜੀਵ ਜਿਹੜੇ ਆ ਉਹ ਛੁੱਟ ਛੁੱਟ ਕੇ ਦੌੜ ਜਾਂਦੇ ਆ ਫਾਹੀਆਂ ਤੋਂ। ਇਸੇ ਕਰਕੇ ਮਹਾਰਾਜ ਨੇ ਕਠਨ ਕਿਹਾ ਹੈ ਕਿ ਉਹਨਾਂ ਦੀ ਫਾਹੀ ਫਿਰ ਛਡਾਈ ਨਹੀਂ ਜਾਂਦੀ। ਜਦੋਂ ਫਿਰ ਜਮ ਮੌਤ ਰੂਪੀ ਡੰਡਾ ਮਾਰਦੇ ਨਾ ਸਿਰ ਦੇ ਵਿੱਚ, ਤੇ ਫਿਰ ਕੋਈ ਹੈ ਨਾ ਸਰੀਰ ਜਿਹਦੇ ਗਲ ਵਿੱਚ ਫਿਰ ਸੰਗਲ ਪਾਉਂਦੇ ਆ। ਇਸ ਕਰਕੇ ਇਹ ਇੰਨੀ ਅਗਿਆਨਤਾ, ਮਾਇਆ ਦਾ ਪਰਦਾ ਏਡਾ ਵੱਡਾ ਪਰਮੇਸ਼ਰ ਵੱਲੋਂ ਪਾਇਆ ਹੋਇਆ ਕਿ ਜੀਵ ਨੂੰ ਮੌਤ ਤੋਂ ਪਰੇ ਨਹੀਂ ਕੁਝ ਵੀ ਦਿਸਦਾ ਹੈ। ਇਸ ਕਰਕੇ ਹੀ ਕਾਇਆ ਨੂੰ ਅਮਰ ਮੰਨੀ ਬੈਠਾ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਗੱਲ ਚੇਤੇ ਰੱਖ, ਜਿਨ੍ਹਾਂ ਵਕਾਰਾਂ ਵਿੱਚ ਲੱਗਿਆ ਹੋਇਆ। ਜਦੋਂ ਜਮ ਦਾ ਡੰਡਾ ਸਿਰ ਦੇ ਵਿੱਚ ਵੱਜਿਆ ਤੇ ਗਲ ਵਿੱਚ ਉਹਨਾਂ ਨੇ, ਹਜੂਰ ਕਹਿੰਦੇ ਭਾਈ ਭਾਰਾ ਸੰਗਲ ਜਿਹੜਾ ਸੀ, ਜਿੰਨੇ ਔਗਣ ਪਾਪ ਕੀਤੇ ਉਹਨੇ ਸੰਗਲ ਮਾਰ ਲਏ, ਪਕੜ ਲਿਆ। ਭਾਗ ਗਏ ਸੇ ਪੰਜ ਜਨਾ, ਉਹ ਜਿਹੜੇ 5 ਜਣੇ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਫਿਰ ਭੱਜ ਗਏ। ਉਹ ਕਹਿੰਦੇ ਸਾਡਾ ਕੀ ਕਸੂਰ ਹੈ, ਇਹ ਜਿੰਦ ਨੇ ਸਾਰਾ ਕਸੂਰ ਕੀਤਾ ਹੈ। ਉਹ ਸਾਧ ਸੰਗਤ ਜੀ ਇਹਦੇ ਤੇ ਪ੍ਰਮਾਣ ਮਹਾਂਪੁਰਖ ਦਿਆ ਕਰਦੇ। ਜਿਹੜੇ ਬਾਬਾ ਰਾਮ ਸਿੰਘ ਜੀ ਕੂਕਾ ਹੋਏ ਆ ਨਾ, ਇਹਨਾਂ ਦੇ ਉਹ 5 ਗੜਬਈ ਸੀ ਜਿਨ੍ਹਾਂ ਨੇ ਇਹਨਾਂ ਨੂੰ ਪਕੜਾਇਆ ਸੀਗਾ। ਤੋ ਇਹਨਾਂ ਦਾ 1848 ਵਿੱਚ ਭੈਣੀ ਨਗਰ ਵਿੱਚ ਜਨਮ ਹੋਇਆ। ਕਿਉਂਕਿ ਕਈ ਵਾਰੀ ਪ੍ਰੇਮੀ ਪੁੱਛਦੇ ਆ ਜੀ, ਉਹ ਆਪਣੀ ਉਹਨਾਂ ਦੀ ਗੱਦੀ ਚੱਲਦੀ ਹੈ, ਕੋਈ 13ਵਾਂ 14ਵਾਂ ਸ਼ਾਇਦ 15ਵਾਂ 16ਵਾਂ ਗੁਰੂ ਮੰਨਦੇ ਆ। ਗੁਰੂ ਸਾਹਿਬ ਜੀ ਦੀ ਬਾਣੀ ਨੂੰ ਤਾਂ ਉਪਦੇਸ਼ ਕਰਤਾ ਹੀ ਸਮਝਦੇ ਆ, ਪੜ੍ਹਦੇ ਭਾਵੇਂ ਮਹਾਰਾਜ ਦੀ ਬਾਣੀ ਹੈ, ਪਰ ਗੁਰੂ ਜੀ ਦੇ ਬਰਾਬਰ ਚੰਦੋਆ ਲਾ ਕੇ ਚੌਰ ਕਰਾਉਂਦੇ ਤੇ ਮੱਥਾ ਟਿਕਾਉਂਦੇ ਆ। ਇਹੋ ਜੀ ਹਾਲਤ ਹੈ। ਉਹ ਕਿਉਂ ਹੋਈ? ਬਾਬਾ ਰਾਮ ਸਿੰਘ ਜੀ ਆਪ ਕੱਟੜ ਗੁਰਸਿੱਖ ਸੀਗੇ, ਅੰਮ੍ਰਿਤਧਾਰੀ ਗੁਰਸਿੱਖ ਸੀ। ਉਹ ਕਦੇ ਆਪਣੇ ਆਪ ਨੂੰ ਗੁਰੂ ਨਹੀਂ ਸੀ ਕਹਾਉਂਦੇ। ਉਹ ਜਦੋਂ ਇਹਨਾਂ ਦਾ ਉੱਥੇ ਜਨਮ ਹੋਇਆ, ਇਹਨਾਂ ਦੇ ਪਿਤਾ ਦਾ ਨਾਮ ਭਾਈ ਜੱਸਾ ਸੀਗਾ। ਇਹ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਫੌਜ ਵਿੱਚ ਇਹਨਾਂ ਨੌਕਰੀ ਵੀ ਕੀਤੀ ਹੈ। ਜਦੋਂ ਮਹਾਰਾਜਾ ਸਾਹਿਬ ਚੜ੍ਹਾਈ ਕਰ ਗਏ ਸੀ, ਫਿਰ ਇਹ ਆਪਦੇ ਨਗਰ ਆ ਗਏ ਤੇ ਇਹਨਾਂ ਦਾ ਵੱਡਾ ਭਰਾ ਸੀ, ਉਹਦਾ ਨਾਮ ਸੀ ਭਾਈ ਬੁੱਧ ਸਿੰਘ। ਬਾਅਦ ਵਿੱਚ ਉਹਦਾ ਨਾਮ ਭਾਈ ਹਰੀ ਸਿੰਘ ਰੱਖਿਆ। ਤੇ ਫਿਰ ਇਹ ਉਹਨੇ ਨਾਲ ਰਲ ਕੇ ਲੱਕੜੀ ਦਾ ਕੰਮ ਕਰਨ ਲੱਗ ਗਏ ਸੀਗੇ। ਤੇ ਇੱਕ ਵਾਰ ਕਿਸੇ ਦੇ ਘਰ ਇਹ ਲੱਕੜ ਦਾ ਕੰਮ ਕਰਦੇ ਸੀ, ਇਹਨਾਂ ਨੇ ਮਿਣ ਕੇ ਜਿਹੜੀ ਸੀ ਲਟੈਣ ਬਣਾਈ, ਪਰ ਉਹ 8 ਉਂਗਲਾਂ ਘਟ ਗਈ। ਜਦੋਂ ਪਾਉਣ ਤੇ ਪੂਰੀ ਨਾ ਆਵੇ, ਉਹ ਜਿਹੜਾ ਮਾਲਕ ਸੀ ਉਹ ਕਹਿੰਦਾ ਬਈ ਲੱਕੜ ਦੇ ਪੈਸੇ ਕੱਢੋ, ਤੁਸੀਂ ਲੱਕੜ ਸਾਰੀ ਖਰਾਬ ਕਰ ਦਿੱਤੀ। ਤੇ ਬੜੇ ਫਿਰ ਉੱਥੇ ਝੋਰਨ ਗਮ ਵਿੱਚ ਬੈਠੇ ਹੋਏ ਇੱਕ ਕਾਜੀ ਦੀ ਲੜਕੀ ਕੋਲੋਂ ਦੀ ਲੰਘੀ ਜਾਂਦੀ ਸੀ। ਉਹ ਕਹਿਣ ਲੱਗੀ ਵੀ ਤੁਸੀਂ ਕਿਉਂ ਬਾਹਲਾ ਗਮ ਵਿੱਚ ਪਏ ਹੋਏ ਝੂਰ ਕਿਉਂ ਰਹੇ ਆ? ਕਹਿੰਦੇ ਆ 8 ਉਂਗਲਾਂ ਲਟੈਣ ਘਟ ਗਈ, ਕੀ ਕਰੀਏ ਹੁਣ, ਇੰਨੇ ਪੈਸੇ ਤਾਂ ਤਾਰੇ ਨਹੀਂ ਜਾਂਦੇ। ਉਹ ਕਹਿੰਦੀ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਕਲਾਮ ਚੇਤੇ ਹੈ? ਕਹਿਣ ਲੱਗੇ ਕਿਹੜੀ? ਕਹਿੰਦੀ ਹੈ ਜਪ ਸਾਹਿਬ। ਉਹ ਵੇਖੋ ਜਿੱਥੋਂ ਉਪਦੇਸ਼ ਮਿਲਣਾ ਤੇ ਕਾਜੀ ਦੀ ਲੜਕੀ ਨੇ ਉਪਦੇਸ਼ ਦੇ ਦਿੱਤਾ। ਕਹਿੰਦੀ ਜਿਹੜੀ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਕਲਾਮ ਹੈ, ਤੁਸੀਂ ਸਿੱਖੋ, ਪੜੋ। ਤੇ ਇਹਨਾਂ ਜਦੋਂ ਫਿਰ ਜਪਜੀ ਸਾਹਿਬ ਪੜਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਾ ਵਰਤੀ, ਉਹ ਲਟੈਣ ਪੂਰੀ ਹੋ ਗਈ। ਫਿਰ ਇਹ ਬਾਬਾ ਰਾਮ ਸਿੰਘ ਜੀ ਨੂੰ ਬਾਹਲੀ ਸ਼ਰਧਾ ਹੋ ਆਈ ਤੇ ਫਿਰ ਗੁਰਮੰਤਰ ਦਾ ਜਾਪ ਬੜੇ ਨਿਸ਼ਚੇ ਨਾਲ ਕਰਨ ਲੱਗੇ। ਇਹੋ ਜਿਹਾ ਗੁਰਮੰਤਰ ਦਾ ਜਾਪ ਕੀਤਾ, ਬੜਾ ਪ੍ਰਤਾਪ ਹੋਇਆ। 10,000 ਜਿਹੜੇ ਸੀ ਨਾ ਕੂਕੇ ਇਹਨਾਂ ਨਾਲ ਜੁੜ ਗਏ, ਬੜੇ ਸੂਬੇਦਾਰ ਇਹਨਾਂ ਦੇ ਅਨੁਯਾਈ ਹੋਏ, ਬੜਾ ਸਾਰੇ ਭਾਰਤ ਦੇ ਅੰਦਰ ਇਹਨਾਂ ਦਾ ਜਿਹੜਾ ਸੀ ਪ੍ਰਤਾਪ ਹੋਇਆ। ਤੇ ਜਿਹੜਾ ਉਹ ਇਹ ਲਿਖਤ ਵਿੱਚ ਕਹਿੰਦੇ ਆ ਕਿ
ਬਾਲਕ ਸਿਉਂ ਦੇ ਕੋਲੋਂ ਉਪਦੇਸ਼ ਲਿਆ ਸੀ। ਅਖੇ ਸਾਡੇ ਜਿਹੜੇ ਗੁਰੂ ਬਾਬਾ ਰਾਮ ਸਿੰਘ ਜੀ ਨੇ ਅਖੇ ਉਹ ਸਾਧ ਸੰਗਤ ਜੀ ਉਹ ਬਾਲੀ ਉਹਨੂੰ ਕਹਿੰਦੇ ਸੀਗੇ। ਕਾਜੀ ਦੀ ਜਿਹੜੀ ਲੜਕੀ ਸੀ ਤੇ ਬਾਲੀ ਤੋਂ ਉਹਦਾ ਨਾਮ ਬਾਲਕ ਸਿਉਂ ਕਹਿਣ ਲੱਗ ਪਏ। ਉਹ ਇਹ ਲਿਖਤ ਵਿੱਚ ਕਹਿੰਦੇ ਆ ਕਿ ਬਾਲਕ ਸਿਉਂ ਦੇ ਕੋਲੋਂ ਜਿਹੜਾ ਹਜ਼ਰਤ ਦਾ ਬਾਲਕ ਸਿੰਘ ਸੀ ਉਹਨੇ ਉਪਦੇਸ਼ ਅਖੇ ਦਿੱਤਾ ਸੀਗਾ। ਇਹ ਲਿਖਤ ਵਿੱਚ ਇਉਂ ਕਹਿੰਦੇ ਆ। ਜਦੋਂ ਬੜਾ ਜ਼ਿਆਦਾ ਪ੍ਰਤਾਪ ਵਧਿਆ ਤੇ ਅੰਗਰੇਜ਼ ਨੂੰ ਡਰ ਪੈ ਗਿਆ ਕਿ ਕਿਤੇ ਮੇਰੇ ਰਾਜ ਨੂੰ ਨਾ ਖਤਰਾ ਪੈਦਾ ਕਰ ਦੇਣ, ਰਾਜ ਨਾ ਖੋਹ ਲੈਣ। ਅੰਗਰੇਜ਼ ਨੇ ਫਿਰ ਖੁਫੀਆ ਪੁਲਿਸ ਦੇ ਬੰਦੇ ਜਿਹੜੇ ਸੀ ਇਹਨਾਂ ਦੇ ਅੰਦਰ ਨਾਮ ਧਾਰੀਏ ਬਣਾ ਕਰਕੇ ਛੱਡੇ। ਉਹ ਬੜਾ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਆ ਕਰਨ ਤੇ ਉੱਨ ਦੀ ਮਾਲਾ ਫੇਰਿਆ ਕਰਨ। ਬੜੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਗੁਰੂ ਰਾਮ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ, ਉਹਨਾਂ ਨੇ ਕਹਿਣਾ ਇਹ ਸ਼ੁਰੂ ਕੀਤਾ। ਜਦੋਂ ਉਹ ਕਹਿਣ ਲੱਗੇ ਤੇ ਬੜਾ ਜਿਹੜਾ ਸੀ ਇਹਨਾਂ ਦਾ ਪ੍ਰਤਾਪ ਹੋਇਆ। ਉਹ ਫਿਰ ਇੱਕ ਦਿਨ ਕਹਿੰਦੇ ਆ ਕਿ ਉਹ ਜਿਹੜੀ ਖੁਫੀਆ ਪੁਲਿਸ ਵਿੱਚ ਛੱਡੀ ਨਾਮ ਧਾਰੀਏ ਬਣੇ ਹੋਏ ਉਹ ਕਹਿੰਦੇ ਜੀ ਸਾਨੂੰ ਰਾਜ ਲੈਣਾ ਚਾਹੀਦਾ ਹੈ। ਉਹਨਾਂ ਨੂੰ ਟਾਲਣ ਲਈ ਕਹਿੰਦੇ ਬਾਬਾ ਰਾਮ ਸੋਹਣੀ ਕਹਿਣ ਲੱਗੇ ਕਿ ਆ ਜਿਹੜਾ ਟਕੂਆ ਪਿਆ ਨਾ ਗੁਰੂ ਸਾਹਿਬ ਦੀ ਤਾਬਿਆ, ਇਹ ਜਦੋਂ ਆਪਣੇ ਆਪ ਹੀ ਕਿੱਲੇ ਤੇ ਚਲਿਆ ਗਿਆ ਉਦੋਂ ਰਾਜ ਲਹਾਂਗੇ। ਇੰਨੀ ਗੱਲ ਕਹਿ ਕੇ ਕਹਿੰਦੇ ਆਪ ਤਾਂ ਬਾਹਰ ਚਲੇ ਗਏ। ਉਹਨਾਂ ਖੁਫੀਆ ਪੁਲਿਸ ਦੇ ਬੰਦੇ ਜਿਹੜੇ ਨਾਮ ਧਾਰੀਆਂ ਦਾ ਰੂਪ ਧਾਰਿਆ ਹੋਇਆ ਸੀ ਉਹਨਾਂ ਚੱਕ ਕੇ ਟਕੂਆ ਕਿੱਲੇ ਤੇ ਟੰਗਤਾ। ਕਹਿਣ ਲੱਗੇ ਮਹਾਰਾਜ ਵੇਖੋ ਟਕੂਆ ਕਿੱਲੇ ਤੇ ਚਲਿਆ ਗਿਆ, ਹੁਣ ਆਪਾਂ ਰਾਜ ਲਈਏ। ਰਾਮ ਸੋਹ ਇਹ ਗੱਲ ਸੁਣ ਕੇ ਚੁੱਪ ਰਹੇ। ਇਹਨਾਂ ਫਿਰ ਬੁੱਚੜ ਜਿਹੜੇ ਸੀ ਵੱਢਣੇ ਸ਼ੁਰੂ ਕਰ ਦਿੱਤੇ ਜਲੰਧਰ ਦੇ ਅੰਦਰ, ਅੰਮ੍ਰਿਤਸਰ ਸਾਹਿਬ ਦੇ ਅੰਦਰ। ਤੇ ਫਿਰ ਡੀਸੀ ਨੇ ਪਕੜ ਕਰਕੇ ਨਾ ਇਹ ਜਿਹੜੇ ਸੀਗੇ ਮੁਖੀ ਇਹਨਾਂ ਦੇ 72 ਜਾਣੇ ਉਹਨਾਂ ਨੂੰ ਮੁਕਤੇ ਮੰਨਦੇ ਆ ਤੇ ਉਹਨਾਂ ਨੂੰ ਤੋਪ ਦੇ ਮੂਹਰੇ ਬੰਨ ਕੇ ਉਡਾ ਦਿੱਤਾ ਸੀਗਾ। ਫਾਈਆਂ ਵੀ ਲਾਈਆਂ ਸੀਗੀਆਂ। ਇਸ ਪ੍ਰਕਾਰ ਭੈਣੀ ਨਗਰ ਵਿੱਚੋਂ ਜਾ ਕਰਕੇ ਫਿਰ ਜਿਹੜੇ ਰਾਮ ਸਿੰਘ ਜੀ ਇਹਨੇ ਇਹਨਾਂ ਨੂੰ ਪਕੜ ਲਿਆ ਅੰਗਰੇਜ਼ ਨੇ। ਪਕੜ ਕਰਕੇ ਜਦੋਂ ਫਿਰ ਸਾਧ ਸੰਗਤ ਜੀ ਕਾਲੇ ਪਾਣੀ ਭੇਜਣ ਲੱਗੇ ਤੇ ਉਸ ਸਮੇਂ ਅੰਗਰੇਜ਼ ਨੇ ਕਿਹਾ ਕਿ ਬਾਬਾ ਜੀ ਜੇ ਕੋਈ ਇੱਛਾ ਹੈ ਆਖਰੀ ਤਾਂ ਦੱਸੋ, ਕਿਉਂਕਿ ਹੁਣ ਤਾਂ ਕਾਲੇ ਪਾਣੀ ਚੱਲੇ ਆ, ਜੀਂਦੇ ਵਾਪਸ ਨਹੀਂ ਆਉਣਾ, ਤੇ ਦੱਸੋ ਕੋਈ ਇੱਛਾ ਹੈ ਤਾਂ। ਉਹ ਕਹਿਣ ਲੱਗੇ ਕਿ ਮੇਰੇ ਆ ਜਿਹੜੇ 5 ਨਿੱਜੀ ਗੜਵਈ ਹੈ ਨਾ ਇਹ ਦੇ ਦਿਓ। ਉਹ ਅੱਗੇ ਹੋ ਕਰਕੇ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਇੱਥੇ ਤੱਕ ਪਹੁੰਚਾਇਆ ਤੁਹਾਨੂੰ, ਅਸੀਂ ਹੁਣ ਨਾਲ ਨਹੀਂ ਜਾਣਾ, ਜਾਓ ਹੁਣ ਅੱਗੇ ਤੁਸੀਂ ਇਕੱਲੇ ਹੀ, ਅਸੀਂ ਤੁਹਾਡੇ ਨਾਲ ਕਾਲੇ ਪਾਣੀ ਨਹੀਂ ਜਾ ਸਕਦੇ। ਇਹ ਸਾਧ ਸੰਗਤ ਜੀ ਦਾ ਦ੍ਰਿਸ਼ਟਾਂਤ ਸਮਝਣਾ ਜਾਣਕਾਰੀ ਲਈ ਤਾਂ ਦੱਸਿਆ ਕਿਉਂਕਿ ਕਈ ਪੁੱਛਦੇ ਆ ਕਿ ਉਹਨਾਂ ਦੀ ਵੀ ਗੱਦੀ ਚੱਲਦੀ ਹੈ। ਸਾਧ ਸੰਗਤ ਜੀ ਗੁਰਿਆਈ ਤਖਤ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਆ। ਪ੍ਰਤੱਖ ਸਤਿਗੁਰਾਂ ਜੀ ਨੇ ਆਪ ਇਹ ਰਸਮ ਕੀਤੀ। ਇਹ ਨਹੀਂ ਕਿ ਮਹਾਰਾਜ ਤੋਂ ਬਾਅਦ ਕਿਸੇ ਨੇ ਵਿਚਾਰ ਕੇ ਆਖਿਆ ਕਿ ਚਲੋ ਹੋਰ ਕਿਸੇ ਨੂੰ ਗੁਰੂ ਕੀ ਬਣਾਉਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲਈਏ। ਨਹੀਂ, ਇਸੇ ਹੀ ਧਰਤੀ ਤੇ ਸਤਿਗੁਰਾਂ ਇਹ ਵਾਕ ਕਹੇ ਸੀ ਕਿ ਆਗਿਆ ਭਈ ਅਕਾਲ ਕੀ, ਮੈਂ ਆਪ ਨਹੀਂ ਵਾਹਿਗੁਰੂ ਦੀ ਆਗਿਆ ਮੈਨੂੰ ਹੋਈ ਸੀ ਤੇ ਤਬੈ ਚਲਾਇਓ ਪੰਥ, ਤਾਂ ਇਹ ਮੈਂ ਪੰਥ ਚਲਾਇਆ, ਖਾਲਸਾ ਪੰਥ ਪ੍ਰਗਟ ਕੀਤਾ। ਤੇ ਫਿਰ ਮਹਾਰਾਜ ਸਾਨੂੰ ਬੇਨਤੀ ਨਹੀਂ ਕੀਤੀ, ਇਹ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ। ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਦੇਹ ਨੂੰ ਗੁਰੂ ਮੰਨਦਾ ਹੈ ਤੇ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਦੇ ਹੁਕਮ ਦੀ ਅਦੂਲੀ ਕਰਦਾ ਹੈ। ਤੋ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ। ਇਹ ਦਾ ਦ੍ਰਿਸ਼ਟਾਂਤ ਸਮਝਣਾ। ਉਹ 5 ਜਿਹੜੇ ਗੜਵਈ ਸੀ ਉਹ ਕਹਿੰਦੇ ਅਸੀਂ ਇੱਥੇ ਤੱਕ ਪਹੁੰਚਾਇਆ ਹੈ। ਇਹ 5 ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਨਾ, ਇਹਨਾਂ ਨੂੰ ਆਪਣੇ ਸੇਵਾਦਾਰ ਸਮਝਦਾ ਕਿ ਬੜੇ ਮੇਰੇ ਪ੍ਰੇਮੀ ਹੈ। ਅਸਲ ਵਿੱਚ ਸੇਵਾਦਾਰ ਤਾਂ ਇਹਨਾਂ ਨੇ ਜੀ ਨੂੰ ਬਣਾ ਛੱਡਿਆ ਹੈ, ਕਿਉਂਕਿ ਜੀਵ ਨੂੰ ਆਪਣੇ ਅਧੀਨ ਰੱਖਦੇ ਆ, ਗੁਲਾਮ ਕਰਕੇ ਰੱਖਦੇ ਆ ਤੇ ਇਹਨਾਂ ਨਾਲ ਮਿੱਤਰਤਾਈ ਪਾਈ ਰੱਖਦਾ ਹੈ। ਤੇ ਜਦੋਂ ਸਾਧ ਸੰਗਤ ਜੀ ਅੰਤ ਦਾ ਵੇਲਾ ਆਉਂਦਾ ਜਿੰਦ ਨੂੰ ਕੱਢ ਲੈਂਦੇ ਆ ਤੇ ਫਿਰ ਇਹ ਭੱਜ ਜਾਂਦੇ ਆ। ਭਾਗ ਗਏ ਸੇ 5 ਜਣਾ, ਇਹ 5 ਜਾਣੇ ਭੱਜ ਜਾਂਦੇ। ਜਿੰਦ ਕਹਿੰਦੀ ਹੁਣ ਮੇਰੇ ਨਾਲ ਚੱਲੋ, ਕਹਿੰਦੇ ਨਾ ਬਈ ਇੰਨਾ ਹੀ ਸਾਥ ਸੀਗਾ ਆਪਣਾ। ਤੋ ਜਦੋਂ ਜਿੰਦ ਕਹਿੰਦੀ ਹੈ ਕਿ ਇਹਨਾਂ ਦਾ ਕਸੂਰ ਹੈ, ਉਹ ਕਹਿੰਦੇ ਸਾਡਾ ਕੀ ਕਸੂਰ ਹੈ, ਤੂੰ ਭੋਗਿਆ ਸਾਨੂੰ, ਸਾਡਾ ਕੋਈ ਕਸੂਰ ਨਹੀਂ, ਸਾਰਾ ਕਸੂਰ ਤੇਰਾ ਹੈ। ਜਿੰਦ ਫਿਰ ਵਿਚਾਰੀ ਕੱਲੀ ਪਕੜੀ ਜਾਂਦੀ ਆ। ਕਾਮਣ ਲੋੜੈ ਸੋਇ ਨਾ ਰੂਪਾ। ਸਤਿਗੁਰੂ ਜੀ ਹੁਣ ਸਿੱਖਿਆ ਦਿੰਦੇ ਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਭਾਈ ਕਾਮਣ ਇਸਤਰੀ ਹੈ ਨਾ ਉਹ ਤਾਂ ਲੋੜਾ ਚਾਹੁੰਦੀ ਹੈ ਕਿ ਸੋਨਾ ਲਿਆ ਤੇ ਫਿਰ ਰੁਪਾ ਚਾਂਦੀ ਲਿਆ, ਜਿੱਥੋਂ ਮਰਜ਼ੀ ਲਿਆ,
ਤੇ ਉਹ ਕਾਮਣ ਜਿਹੜੀ ਇਸਤਰੀ ਹੈ ਉਹ ਇੱਛਾ ਕਰਦੀ ਹੈ, ਕਿਉਂਕਿ ਸੋਨੇ ਦੇ ਪਹਿਰਨ ਦਾ ਬੜਾ ਸ਼ੌਂਕ ਇਸਤਰੀਆਂ ਦੇ ਅੰਦਰ ਹੁੰਦਾ ਹੈ। ਇਹ ਨਹੀਂ ਵਿਚਾਰਦੇ ਕਿ ਸਿੱਖਿਆ ਸਗੋਂ ਜਿਹੜੀਆਂ ਪਤੀਵਰਤਾ ਇਸਤਰੀਆਂ ਧਰਮ ਨਾਲ ਪ੍ਰੇਮ ਕਰਦੀਆਂ, ਉਹ ਪਤੀ ਨੂੰ ਕਹਿੰਦੀਆਂ ਕੋਈ ਨਹੀਂ, ਜਿਹੋ ਜਿਹਾ ਸਾਦਾ ਜੀਵਨ ਆਪਾਂ ਬਤੀਤ ਕਰ ਲਾਂਗੇ ਪਰ ਸੰਗਤ ਕਰਿਆ ਕਰੀਏ, ਨਾਮ ਜਪਿਆ ਕਰੀਏ। ਉਹ ਇਉਂ ਪ੍ਰੇਰਦੀਆਂ ਹਨ। ਪਰ ਜਿਹੜੇ ਲਿਸ਼ਕ ਪੁਸ਼ਕ ਕੇ ਰਹਿਣਾ, ਭਾਵੇਂ ਘਰ ਰੋਟੀ ਖਾਣ ਨੂੰ ਬਹੁਤੀ ਨਾ ਹੀ ਮਿਲੇ ਪਰ ਗਹਿਣੇ ਪਹਿਰਨ ਨੂੰ ਮਿਲਣੇ ਚਾਹੀਦੇ ਆ। ਜਿਹੜੇ ਲਿਸ਼ਕ ਪੁਸ਼ਕ ਚਾਹੀਦੀ ਆ, ਭਾਵੇਂ ਬੱਚੇ ਭੁੱਖੇ ਰਹਿਣ ਜਾਂ ਹੋਰ ਕੋਈ ਨਾ ਹੀ ਪਦਾਰਥ ਮਿਲਣ, ਪਰ ਜਿਹੜਾ ਹੈ ਵਿਖਾਵਾ ਜ਼ਰੂਰ ਕਰਨਾ। ਤੋ ਹਜੂਰ ਕਹਿੰਦੇ ਜਿਹੜੀ ਐਸੀ ਕਾਮਣ ਇਸਤਰੀ ਆ, ਉਹ ਲੋੜਾ ਚਾਹੁੰਦੀ ਹੈ ਕਿ ਸੋਨਾ ਲਿਆ, ਜਿੱਥੋਂ ਮਰਜ਼ੀ ਲਿਆ ਕੇ ਮੈਨੂੰ ਦੇ। ਉਹ ਕਈ ਮਿਹਣੇ ਮਾਰ ਦਿੰਦੀਆਂ ਨਾ, ਫਲਾਨੀ ਨੇ ਪਾਏ ਆ ਤੇ ਮੈਂ ਕਿਉਂ ਨਾ ਪਾਵਾਂ, ਤੇ ਮੈਨੂੰ ਵੀ ਲਿਆ ਕੇ ਦੇ। ਉਹ ਨਹੀਂ ਸੋਚਦੀ ਕਿ ਪਤੀ ਕਿੱਥੇ ਠੱਗੀ ਮਾਰੂਗਾ, ਡਾਕਾ ਮਾਰੂਗਾ, ਗਰੀਬ ਕਿੱਥੋਂ ਲਿਆ ਕੇ ਮੈਨੂੰ ਦਊਗਾ, ਸਾਡੀ ਹੈਸੀਅਤ ਨਹੀਂ, ਪਰ ਮੰਗਦੀ ਹੈ। ਉਹ ਕਹਿੰਦੀ ਹੈ ਲਿਆ, ਮੈਨੂੰ ਸੋਨਾ ਚਾਹੀਦਾ, ਮੈਂ ਵੀ ਪਾਲਟੀਆਂ ਤੇ ਪਾ ਜਾਣਾ, ਚਾਂਦੀ ਮੰਗਦੀ ਆ। ਮਿੱਤਰ ਲੋੜੈਨ ਸੋ ਖਾਦਾ ਤਾ। ਮਿੱਤਰ ਲੋੜੇਨ ਲਾਂ ਕੇ ਦਲਾਵਾਂ, ਦਲਾਵਾਂ ਤੋਂ ਲਾਂ ਪਾਠ ਹੈ, ਤੋ ਇਥੇ ਦਲਾਵਾਂ ਨਾਲ ਆ ਰਿਹਾ ਤਾਂ ਕਰਕੇ ਸੋ ਪੜਿਆ ਗਿਆ, ਪਰ ਲਾਂ ਨਾਲ ਪਾਠ ਹੈ। ਮਿੱਤਰ ਲੋੜੇਨ ਸੋ ਖਾਦਾ ਤਾ। ਜਿਹੜਾ ਇਸ ਪ੍ਰਕਾਰ ਮਿੱਤਰ ਹਨ ਉਹ ਕੀ ਲੋੜੇਨ ਚਾਹੁੰਦੇ ਆ, ਖਾਦਾ ਤਾ, ਉਹ ਕਹਿੰਦੇ ਖਾਣਾ। ਇਹ ਸਾਧ ਸੰਗਤ ਜੀ ਪਾਠ ਵੀ ਅਗਲੇ ਸ਼ਬਦ ਵਿੱਚ ਵੀ ਪਾਠ ਆਉਣਗੇ, ਤੋ ਇਹ ਸੰਬੰਧਕ ਪਾਠ ਹੈ। ਖਾਦਾ ਤਾ ਲਿਖਿਆ ਤਾਂ ਇਕੱਠਾ ਹੀ ਹੈ, ਪਰ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਖਦਾਤਾ ਪਾਠ ਕਰ ਦੇਣ ਤਾਂ ਫਿਰ ਸਾਧ ਸੰਗਤ ਜੀ ਇਹ ਪਾਠ ਸੁੱਧ ਨਹੀਂ ਹੈ। ਇਸੇ ਕਰਕੇ ਸੰਥਿਆ ਕਰਨੀ ਪੈਂਦੀ ਹੈ। ਤੋ ਮਿੱਤਰ ਲੋੜੇਨ ਸੋ ਖਾਦਾ ਤਾ, ਪੜਨ ਨੂੰ ਸੰਬੰਧਕ ਪੜਨਾ ਪੈਂਦਾ ਹੈ, ਲਿਖਣ ਚ ਸੰਬੰਧਕ ਨਹੀਂ ਲਿਖਿਆ ਹੁੰਦਾ। ਲੜੀਵਾਰ ਸਰੂਪ ਤੇ ਜਾਂ ਹੱਥ ਲਿਖਤ ਸਰੂਪਾਂ ਤੇ ਫਿਰ ਕਿੱਥੋਂ ਬਾਣੀ ਪੜ ਲੈਣੀ ਹੈ। ਤੇ ਸੰਥਿਆ ਕਰਕੇ ਹੀ ਬਾਣੀ ਪੜੀ ਜਾਂਦੀ ਹੈ, ਅਖਬਾਰ ਪੜਨ ਨਾਲ ਬਾਣੀ ਨਹੀਂ ਪੜੀ ਜਾਂਦੀ। ਤੋ ਮਹਾਰਾਜ ਕਹਿੰਦੇ ਜਿਹੜੇ ਤੇਰੇ ਮਿੱਤਰ ਹਨ ਨਾ, ਉਹ ਕੀ ਲੋੜਦੇ ਐ, ਉਹ ਕਹਿੰਦੇ ਐ ਖਾਣ ਨੂੰ ਕੋਈ ਪਿਆਲਿਆਂ ਨਵਾਲਿਆਂ ਦੇ ਯਾਰ ਬਣੇ ਹੁੰਦੇ ਐ। ਜੇ ਤਾਂ ਪਤਾ ਜੇਬ 'ਚ ਪੈਸੇ ਐ ਤਾਂ ਫਿਰ ਉਹਨਾਂ ਨੂੰ ਪਤਾ ਇਹਨ ਖਰੀਦ ਹੀ ਲੈਣੀ ਹੈ ਸ਼ਰਾਬ, ਤੇ ਬੜੇ ਮਿੱਤਰ ਉਹਦੇ ਨਾਲ ਬੜਾ ਪ੍ਰੇਮ ਕਰਦੇ ਐ। ਤੇ ਜਦੋਂ ਉਹਦੇ ਕੋਲ ਭਬੂਤੀ ਹੁੰਦੀ ਐ, ਇੰਨਾ ਨੇੜਤਾ ਸਾਹਾਂ ਨਾਲ ਸਾਹ ਕਰਕੇ ਜਿਉਂਦੇ ਆ ਕਿ ਤੇਰੇ ਤੋਂ ਬਿਨਾ ਤਾਂ ਮੇਰਾ ਜੀ ਨਹੀਂ ਲੱਗਦਾ। ਤੇ ਜਦੋਂ ਸਾਧ ਸੰਗਤ ਜੀ ਜਬ ਹੀ ਨਿਰਦਨ ਦੇਖਿਓ ਨਰਕੋ, ਤੇ ਸੰਗ ਸਾਥ ਸਭ ਭਾਗੇ, ਸੰਗ ਜਿਹੜਾ ਸਾਥ ਛੱਡ ਕਰਕੇ ਸਭ ਭੱਜ ਜਾਂਦੇ ਆ। ਫਿਰ ਜਦੋਂ ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰਾ, ਚਾਰ ਸਫੇਰੇ ਘੇਰਾ ਘੱਤ ਕੇ ਬੈਠੇ ਰਹਿੰਦੇ ਆ। ਮਿੱਤਰ ਲੋੜੇ ਸੋ ਖਾਦਾ ਤਾ, ਉਹ ਲੋੜਦੇ ਆ ਖਾਣਾ ਤੇਰੇ ਕੋਲੋਂ, ਤੇ ਤੇਰੀ ਜੇਬ 'ਚ ਪੈਸੇ ਆ, ਤੂੰ ਸੋਚਦਾ ਕਿ ਤੇਰੇ ਮਿੱਤਰ ਵਾ, ਨਹੀਂ, ਇਹ ਤੇਰੇ ਪੈਸਿਆਂ ਦੇ ਮਿੱਤਰ ਵਾ। ਜਿਹੜੇ ਤੇਰੇ ਕੋਲੋਂ ਖਾਣਾ ਚਾਹੁੰਦੇ ਆ ਨਾ, ਉਹ ਖਾਣ ਦੇ ਹੀ ਮਿੱਤਰ ਆ, ਤੇਰੇ ਨਾਲ ਉਹਨਾਂ ਦੀ ਕੋਈ ਮਿੱਤਰਤਾ ਨਹੀਂ। ਮਹਾਰਾਜ ਕਹਿੰਦੇ ਆ ਜਿਹੜੇ ਮਿੱਤਰ ਬਣੇ ਹੋਏ ਤਾਂ ਖਾਣਾ ਲੋੜਦੇ ਆ, ਚਾਹੁੰਦੇ ਆ। ਨਾਨਕ ਪਾਪ ਕਰੇ ਤਿਨ ਕਾਰਣ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿੰਦ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਆ ਕਿ ਤੂੰ ਤਿੰਨਾਂ ਦੇ ਕਰਕੇ ਪਾਪ ਕਰ ਰਿਹਾ ਹੈ। ਇਸਤਰੀ ਦੇ ਕਰਕੇ ਪਾਪ ਕਰ ਰਿਹਾ ਹੈ ਕਿ ਗਰੀਬ ਦਾ ਗਲਾ ਘੁੱਟ ਕੇ, ਨਿਮਾਣੇ ਨਿਤਾਣੇ ਦਾ ਖੂਨ ਚੂਸ ਕੇ, ਇੱਕ ਪਰਾਇਆ ਹੱਕ ਮਾਰ ਕੇ ਉਹਦੇ ਜਿਹੜੇ ਕੰਨਾਂ 'ਚ ਪਾ ਕਰਕੇ ਸੋਨਾ ਲਿਆ ਕੇ ਦਿੱਤਾ ਹੀ ਨਾ, ਉਹ ਸੋਨਾ ਨਹੀਂ ਪਾਇਆ, ਉਹ ਗਰੀਬ ਦਾ ਲਹੂ ਹੀ ਪਹਿਰਿਆ ਹੋਇਆ ਉਸਨੇ। ਇਸ ਤਰ੍ਹਾਂ ਦਾ ਤੂੰ ਜਿਹੜਾ ਕਰ ਰਿਹਾ ਹੈ ਨਾ, ਪਾਪ ਕਰਮ ਤੂੰ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਫਿਰ ਜਿਹੜਾ ਜੋ ਕੁਝ ਇਕੱਠਾ ਕੀਤਾ ਹੈ ਮਿੱਤਰਾਂ ਦੇ ਨਾਲ, ਤੂੰ ਜੋ ਖਿਲਬਲੀਆਂ ਕੀਤੀਆਂ ਹਨ ਨਾ, ਤਿੰਨਾਂ ਦੇ ਕਾਰਨ ਕਰਕੇ ਜਿਹੜਾ ਤੂੰ ਪਾਪ ਕੀਤਾ ਏ। ਜਾਸੇ ਜਮਪੁਰ ਬਾਧਾਤਾ। ਜਦੋਂ ਇੱਥੋਂ ਜਾਸੀ ਜਾਵੇਂਗਾ ਲੋਕ ਨੂੰ ਛੱਡ ਕਰਕੇ, ਤੇ ਫਿਰ ਕੀ ਹੋਵੇਗਾ, ਜਮਪੁਰ ਬਾਧਾਤਾ, ਜਮਾਂ ਦੀ ਪੁਰੀ ਦੇ ਅੰਦਰ ਫਿਰ ਬੰਨਿਆ ਜਾਵੇਂਗਾ। ਉੱਥੇ ਤੇਰੀ ਇਸਤਰੀ ਨੂੰ ਨਹੀਂ ਬੰਨਣਾ, ਤੇਰੇ ਮਿੱਤਰਾਂ ਨੂੰ ਨਹੀਂ ਬੰਨਣਾ। ਮਿੱਤਰਾਂ ਨੇ ਕਹਿਣਾ ਸਾਡਾ ਕੀ ਕਸੂਰ, ਇਹਨੇ ਹੀ ਖਵਾਇਆ ਸਾਨੂੰ, ਅਸੀਂ ਤਾਂ ਖਾਧਾ ਹੀ ਹੈ। ਭਾਵੇਂ ਕਿ ਇਹ ਉੱਥੇ ਉਪਦੇਸ਼ ਤਾਂ ਬਾਣੀ ਵਿੱਚ ਹੈ ਕਿ ਭਾਈ ਜਿਹੜਾ ਹੈ ਪੁੱਛਿਆ ਜ਼ਰੂਰ ਜਾਂਦਾ ਜੇ ਕੋਈ ਬੁਰੇ ਦੀ ਕੁਸੰਗਤ ਕਰਦਾ ਤਾਂ, ਪਰ ਕਹਿੰਦੇ ਬੰਨਿਆ ਤੈਨੂੰ ਜਾਣੇ, ਕਿਉਂਕਿ ਤੂੰ ਮੁੱਖ ਕਾਰਨ ਬਣਿਆ ਨਾ ਪਾਪ ਕਰਨ ਦੇ ਵਿੱਚ, ਤੇ ਤਿੰਨਾਂ ਦੇ ਕਾਰਨ ਕਰਕੇ ਤੂੰ ਪਾਪ ਕੀਤੇ ਐ। ਇਹ ਜੇ ਵੇਖੀਏ ਤੇ ਦੁਨੀਆ ਦਾ ਦਾਰੋ ਮਦਾਰ ਹੀ ਇਹ ਜਿਹਾ ਸਾਧ ਸੰਗਤ ਜੀ। ਸੰਸਾਰ ਦੇ ਅੰਦਰ ਜੀਵਨਾ ਜਿਹੜਾ ਹੈ
ਆਪਣੀਆਂ ਸਭਾ ਸੁਸਾਇਟੀਆਂ ਬਣਾ ਕਰਕੇ ਕਿ ਮੈਂ ਉਹਨਾਂ ਵਿੱਚ ਬੈਠਾ ਪ੍ਰਧਾਨ ਬਣਾ, ਮੈਂ ਕੋਈ ਚੰਗਾ ਲੀਡਰ ਬਣਾ ਤੇ ਫਿਰ ਮੇਰੇ ਮਿੱਤਰ ਚਾਰ ਜ਼ਿਆਦੇ ਹੋਣ, ਇਸਤਰੀ ਨੂੰ ਵੀ ਖੁਸ਼ ਰੱਖਣਾ, ਤੇ ਕਦੇ ਵਾਹਿਗੁਰੂ ਜੀ ਦੀ ਖੁਸ਼ੀ ਲੈਣ ਦਾ ਯਤਨ ਨਹੀਂ ਕੀਤਾ, ਕਦੇ ਸਤਸੰਗਤ ਨਹੀਂ ਕੀਤੀ, ਕਿਤੇ ਗੁਰਮੁਖਾਂ ਨਾਲ ਮਿੱਤਰਤਾ ਨਹੀਂ ਪਾਈ, ਉਹਨਾਂ ਨਾਲ ਤਾਂ ਵੈਰ ਭਾਵਨਾ ਰੱਖੀ, ਤਾਂ ਮਹਾਰਾਜ ਕਹਿੰਦੇ ਅੰਤ ਨੂੰ ਫਿਰ ਜਮ ਦੀ ਪੁਰੀ ਚ ਬੰਨਿਆ ਜਾਵੇਗਾ। ਗੌੜੇ ਚੇਤੇ ਮਹਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਗ ਗੌੜੀ ਦੇ ਅੰਦਰ ਹਜੂਰ ਚੇਤੀ ਗੌੜੀ ਦੀ ਯਾਤੀ ਵਿੱਚ ਸ਼ਬਦ ਉਚਾਰਨ ਕਰਦੇ ਆ। ਮੁੰਦਰਾ ਤੇ ਘਟ ਭੀਤਰ ਮੁੰਦਰਾ। ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਸ ਕਰ ਰਹੇ ਐ। ਇੱਕ ਜੋਗੀ ਮਹਾਰਾਜ ਦੇ ਕੋਲ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਯੋਗ ਸਾਧਨਾ ਸਿਖਾਓ ਤੇ ਸਿੱਖਾਂ ਨੂੰ ਵੀ ਕੰਨ ਪਾੜ ਕਰਕੇ ਜਿਹੜੇ ਆ ਮੁੰਦਰਾ ਪਾਉਣੀਆਂ ਚਾਹੀਦੀਆਂ ਹਨ, ਖਿੰਥਾ ਸਿੱਖਾਂ ਨੂੰ ਕਹੋ ਕਿ ਰੱਖਿਆ ਕਰਨ, ਕੋਲ ਹੱਥ ਵਿੱਚ ਡੰਡਾ ਰੱਖਣ, ਤਾਂ ਹੀ ਤਾਂ ਮੁਕਤ ਹੋ ਸਕਣਗੇ ਆਪ ਦੇ ਸਿੱਖ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਹੱਸ ਕੇ ਕਹਿੰਦੇ ਜੋਗੀ ਸਾਡੇ ਕੋਲ ਤਾਂ ਹੈਗੇ ਸਾਰੇ ਇਹ ਚਿੰਨ ਯੋਗ ਦੇ। ਤੇ ਕਹਿਣ ਲੱਗਾ ਮਹਾਰਾਜ ਕਿਹੜੇ ਐ? ਸਤਿਗੁਰੂ ਜੀ ਫਿਰ ਦੱਸਦੇ ਆ। ਮਹਾਰਾਜ ਕਹਿੰਦੇ ਅੰਤਰੀਵ ਯੋਗ ਦੇ ਚਿੰਨ ਜੇ ਕਰਕੇ ਤੂੰ ਵੀ ਜੋਗੀ ਧਾਰਨ ਕਰੇ ਨਾ ਤੇ ਤੈਨੂੰ ਵੀ ਮੁਕਤ ਮਿਲ ਜਾਵੇ। ਇਹ ਯੋਗ ਦੀ ਜੁਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਗੀ ਦੇ ਤਾਈਂ ਦੱਸਣ ਲੱਗੇ ਆ। ਮੁੰਦਰਾ ਤੇ ਘਟ ਭੀਤਰ ਮੁੰਦਰਾ। ਇਹ ਸਾਧ ਸੰਗਤ ਜੀ ਮੁੰਦਰਾ ਪਾਉਣ ਦਾ ਜਿਹੜਾ ਰਿਵਾਜ ਹੈ ਨਾ, ਗੋਰਖਨਾਥ ਜਦੋਂ ਰਾਜਿਆਂ ਨੂੰ ਚੇਲੇ ਬਣਾਉਂਦਾ ਨਾ, ਇਹ ਫਿਰ ਜੋਗ ਕਿਹੜਾ ਕਮਾਉਣਾ ਸੌਖਾ ਹੈ, ਤੇ ਦੁਖੀ ਹੋ ਕੇ ਘਰਾਂ 'ਚ ਆ ਵੜਦੇ ਸੀਗੇ। ਤੇ ਗੋਰਖ ਕੀ ਕੀਤਾ, ਗੋਰਖ ਨੇ ਇਹਨਾਂ ਦੇ ਕੰਨ ਪਾੜਨੇ ਸ਼ੁਰੂ ਕਰ ਦਿੱਤੇ। ਉੱਤੋਂ ਰੱਖ ਕੇ ਨਾ ਮਾਈਆਂ ਬੀਬੀਆਂ ਤੇ ਥੱਲੇ ਕੰਨ 'ਚ ਪਾਉਂਦੀਆਂ, ਉੱਤੇ ਕੰਨ ਪਾੜ ਕੇ ਤੇ ਪਾਉਂਦੇ ਵੱਡੀ ਸਾਰੀ ਮੁੰਦਰ ਕੱਚ ਦੀ। ਤੇ ਫਿਰ ਉਹ ਸ਼ਰਮ ਦੇ ਮਾਰੇ ਘਰ ਨਹੀਂ ਸੀ ਆਉਂਦੇ ਕਿ ਲੋਕ ਪਛਾਣ ਲੈਣਗੇ, ਹੁਣ ਪਤਾ ਲੱਗ ਜਾਏਗਾ। ਇਸ ਕਰਕੇ ਗੋਰਖ ਨੇ ਇਹਨਾਂ ਦੇ ਕੰਨ ਪਾੜਨੇ ਸ਼ੁਰੂ ਕੀਤੇ ਸੀਗੇ ਤੇ ਇਹਨਾਂ ਨੇ ਉਸੇ ਨੂੰ ਮੁਕਤੀ ਮੰਨ ਲਿਆ। ਤੇ ਮਹਾਰਾਜ ਨੂੰ ਕਹਿੰਦਾ ਸਿੱਖਾਂ ਦੇ ਵੀ ਕੰਨ ਪਾੜ ਕੇ ਮੁੰਦਰਾ ਪਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਨਹੀਂ, ਗੁਰਮਤ ਨਹੀਂ ਹੈ। ਜੇ ਕੰਨ ਪਾੜਨ ਨਾਲ ਮੁਕਤੀ ਮਿਲਦੀ ਹੁੰਦੀ ਆ ਤਾਂ ਮੱਝਾਂ ਗਾਵਾਂ ਦੇ ਕਿੰਨੇ ਨੱਕ ਪਾੜੇ ਹੋਏ ਆ। ਬੀਬੀਆਂ ਵੀ ਤਾਂ ਕੰਨ ਵਿੰਨੀ ਫਿਰਦੀਆਂ ਨਾ, ਕੰਨ ਵਿੰਨਣ ਦੇ ਨਾਲ, ਨੱਕ ਵਿੰਨਣ ਦੇ ਨਾਲ ਇਹ ਮੁਕਤੀ ਥੋੜੋ ਮਿਲਦੀ ਹੈ। ਗੁਰੂ ਸਾਹਿਬ ਨੇ ਤਾਂ ਸਦੋਂ ਇਹ ਰਹਿਤਨਾਮਿਆਂ 'ਚ ਆਗਿਆ ਕੀਤੀ ਹੈ, ਬੀਧੈ ਨਾਕ ਅਰ ਕਾਨ ਨਾ ਜੇ ਸਤਿਗੁਰ ਕੀ ਮਰਿਆਦ। ਗੁਰੂ ਘਰ ਦੀ ਮਰਿਆਦਾ ਨਹੀਂ ਹੈ ਨੱਕ ਕੰਨ ਵਿੰਨਣੇ। ਇਸ ਕਰਕੇ ਭਾਵੇਂ ਕਿ ਸੰਸਾਰ ਦੇ ਲੋਕ ਨਾ ਦੱਸਦੇ ਰਹਿੰਦੇ, ਸਿੱਖਿਆ ਦਿੰਦੇ ਰਹਿੰਦੇ, ਨਹੀਂ ਇਹ ਸੁਹਾਗ ਦੀਆਂ ਨਿਸ਼ਾਨੀਆਂ ਨੇ। ਸੁਹਾਗ ਦੀ ਨਿਸ਼ਾਨੀ ਸਤਿਗੁਰੂ ਦੀ ਸਿੱਖੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਨਾਲ ਹੀ ਸੁਹਾਗ ਭਾਗ ਕਾਇਮ ਰਹਿੰਦੇ ਐ। ਤੇ ਕਦਾਚਿਤ ਸੋਨੇ ਦੇ ਕਾਂਟੇ ਪਾ ਕਰਕੇ ਇਹੋ ਜਿਹੇ ਸੰਧੂਰ ਆਦਿਕ ਪਾਉਣੇ ਆਪਣਾ ਮਤ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਗੁਰਮਤ ਦਿੱਤੀ ਹੈ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਪ੍ਰੇਮ ਦਾ ਸੰਧੂਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਨਾਮ ਦੇ ਗਹਿਣੇ ਦਿੱਤੇ ਆ। ਜਦੋਂ ਮਾਤਾ ਗੰਗਾ ਜੀ ਨੇ ਆਖਿਆ ਸੀ ਨਾ, ਉਹ ਜਿਹੜੀਆਂ ਅੰਮ੍ਰਿਤਸਰ ਸਾਹਿਬ ਦੀਆਂ ਸ਼ਾਹੂਕਾਰਾਂ ਦੀਆਂ ਇਸਤਰੀਆਂ ਮਾਤਾ ਜੀ ਤਰਨਤਾਰਨ ਸਾਹਿਬ ਤੋਂ ਆ ਰਹੇ ਹੋ ਇਕੱਠੀਆਂ, ਤੇ ਕੁਝ ਵੀ ਪਹਿਰਿਆ ਨਾ ਵੇਖ ਕੇ ਉਹਨਾਂ ਮਿਹਣਾ ਮਾਰਿਆ ਕਿ ਆਪ ਗੁਰੂ ਕੇ ਹੋ, ਤੇ ਵੇਖੋ ਕੋਈ ਗਹਿਣਾ ਨਹੀਂ ਪਹਿਰਿਆ ਹੋਇਆ, ਬੜਾ ਸਾਦਾ ਹੀ ਮਾਤਾ ਜੀ ਜਿਹੜਾ ਸੀ ਆਪ ਦਾ ਲਿਬਾਸ ਰੱਖਿਆ ਕਰਦੇ। ਤੇ ਉਹਨਾਂ ਦੇ ਪਾਏ ਹੋਏ ਸੰਸਕਾਰ ਕਰਕੇ ਮਾਤਾ ਜੀ ਨੇ ਫਿਰ ਗੁਰੂ ਅਰਜਨ ਸਾਹਿਬ ਜੀ ਕੋਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਸ਼ਾਹੂਕਾਰਾਂ ਦੀਆਂ ਇਸਤਰੀਆਂ ਕਹਿੰਦੀਆਂ ਕਿ ਆਪ ਗੁਰੂ ਕੇ ਹੋ ਕੇ ਕੋਈ ਗਹਿਣੇ ਨਹੀਂ ਪਹਿਰਦੇ, ਮਹਾਰਾਜ ਸਾਨੂੰ ਵੀ ਪਹਿਰਨ ਲਈ ਗਹਿਣੇ ਦਿਓ। ਜਦੋਂ ਸਤਿਗੁਰੂ ਜੀ ਦੇ ਕੋਲ ਬੇਨਤੀ ਕੀਤੀ ਤੇ ਹਜੂਰ ਨੇ ਆਖਿਆ, ਗੰਗਾ ਤੈਨੂੰ ਇਹੋ ਜਿਹਾ ਗਹਿਣਾ ਚਾਹੀਦਾ ਹੈ ਕਿ ਜਿਹੜਾ ਲੋਕ ਤੇ ਪਰਲੋਕ ਵਿੱਚ ਨਿਭੇ, ਕਿ ਜਾਂ ਇਸ ਲੋਕ ਦੇ ਹੀ ਗਹਿਣੇ ਚਾਹੀਦੇ ਆ ਸੋਨੇ ਚਾਂਦੀ ਦੇ। ਤੇ ਮਾਤਾ ਜੀ ਦੇ ਭਾਗ ਜਾਗੇ ਆਖਿਆ, ਮਹਾਰਾਜ ਜੀ ਐਸਾ ਹੀ ਗਹਿਣਾ ਦਿਓ ਜਿਹੜਾ ਫਿਰ ਲੋਕ ਤੇ ਪਰਲੋਕ ਚ ਨਿਭੇ। ਸਤਿਗੁਰਾਂ ਜੀ ਨੇ ਫਿਰ ਗੌੜੀ 52 ਅੱਖਰੀ ਬਾਣੀ ਜਿਹੜੀ ਸੀ ਉਚਾਰਨ ਕੀਤੀ। ਇਹਦੇ ਵਿੱਚ ਸਾਰੇ ਸਤਿਗੁਰਾਂ ਜੀ ਨੇ ਗਹਿਣੇ ਦਿੱਤੇ ਇਸਤਰੀ ਦੇ ਪਹਿਰਨ ਲਈ। ਤੇ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਇਹ ਬਾਣੀ ਕੰਠ ਹੁੰਦੀ ਸੀ। ਮਾਤਾ ਗੁਜਰ ਕੌਰ ਜੀ ਨੂੰ ਇਹ ਬਾਣੀ ਕੰਠ ਸੀ। ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਬਾਣੀ ਸੁਣਾਇਆ ਕਰਦੇ ਸੀ ਬਚਪਨ ਵਿੱਚ। ਤੇ ਸਾਧ ਸੰਗਤ ਜੀ ਅੰਤਰੀਵ ਗਹਿਣੇ ਜਿਹੜੇ ਆ ਸਤਿਗੁਰਾਂ ਸਾਨੂੰ ਬਾਣੀ 'ਚ ਬਖਸ਼ੇ ਹੋਏ ਆ। ਬਾਹਰੋਂ ਨੱਕ ਕੰਨ ਵਿਧਣੇ ਜਿਹੜੇ ਆ ਨਾ, ਇਹ ਹਿੰਦੂ ਧਰਮ ਦੀ ਮਰਿਆਦਾ ਵੀ ਨਹੀਂ ਹੈ। ਇਹ ਤਾਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਦੱਸਿਆ ਕਿ ਹਰੰਤ ਅਵਤਾਰ ਜਿਹੜਾ ਹੈ ਨਾ, ਉਹਨੇ ਇਹ ਸਾਰੀ ਗੱਲ ਚਲਾਈ, ਕੇਸ ਕੱਟਣੇ
ਅਤੇ ਜਿਹੜੇ ਕੰਨ ਨੱਕ ਵਿੰਨਣੇ ਜਿਹੜੇ ਸੀਗੇ, ਕਿਉਂਕਿ ਇਹਦੇ ਨਾਲ ਜੀਵ ਦੀ ਜਿਹੜੀ ਹੈ ਨਾ ਇਸ ਸਰੂਪ ਵਿੱਚ ਸਾਧ ਸੰਗਤ ਜੀ ਖਿਆਨਤ ਹੁੰਦੀ ਹੈ। ਪਰਮੇਸ਼ਰ ਨੇ ਜਿਹੋ ਜਿਹਾ ਸਰੂਪ ਦਿੱਤਾ ਉਹਨੂੰ ਭੰਨਿਆ ਜਾਂਦਾ ਹੈ ਤੇ ਫਿਰ ਇਸ ਪ੍ਰਕਾਰ ਇਹਨੂੰ ਪਾਪ ਸਗੋਂ ਮੰਨਿਆ ਜਾਂਦਾ। ਗੁਰਮਤਿ ਦੇ ਅੰਦਰ ਇਸੇ ਕਰਕੇ ਮਹਾਰਾਜ ਮਨਾਹੀ ਕੀਤੀ ਹੈ। ਛਾਪਾ ਛੱਲੇ ਪਾਉਣ ਨਾਲ ਵੀ ਸਫਾਈ ਨਹੀਂ ਰਹਿੰਦੀ। ਇਹਦਾ ਕਾਹਦਾ ਦਿਖਾਵਾ ਤੇ ਕਾਹਦਾ ਸ਼ੌਂਕ ਹੈ। ਸਿੱਖਾਂ ਨੂੰ ਤੇ ਮਹਾਰਾਜ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਦਿਖਾਵੇ ਦੀ ਜ਼ਿੰਦਗੀ ਦਾ ਤਿਆਗ ਕਰਨਾ ਚਾਹੀਦਾ। ਹਜੂਰ ਫਰਮਾਉਂਦੇ ਹਨ, ਮੁੰਦਰਾ ਤੇ ਘਾਟ ਭੀਤਰ ਮੁੰਦਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜੋਗੀ ਮੁੰਦਰਾ ਪਾਉਣੀਆਂ ਨਾ ਤਾਂ ਘਟ ਭੀਤਰ ਮੁੰਦਰਾ, ਜਿਹੜੀਆਂ ਘਟ ਹਿਰਦੇ ਦੇ ਅੰਦਰ ਮਹਾਰਾਜ ਕਹਿੰਦੇ ਆ ਸੰਕਲਪਾਂ ਵਿਕਲਪਾਂ ਤੇ ਵਾਸ਼ਨਾ ਨੂੰ ਮੁੰਦ ਲੈਣਾ, ਭਾਵ ਰੋਕ ਦੇਣਾ, ਇਹ ਮਹਾਰਾਜ ਕਹਿੰਦੇ ਮੁੰਦਰਾ ਪਹਿਰਨੀਆਂ ਚਾਹੀਦੀਆਂ। ਜਿੱਥੇ ਸਤਿਗੁਰਾਂ ਜੀ ਨੇ ਸਿੱਧਾਂ ਨੂੰ ਵੀ ਆਖਿਆ ਸੀ ਨਾ, ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾ ਸਤਿਗੁਰੂ ਜੀ ਨੇ ਉੱਥੇ ਦਸੀਆਂ। ਇੱਥੇ ਸਤਿਗੁਰੂ ਜੀ ਕਹਿੰਦੇ ਆ ਕਿ ਜਿਹੜਾ ਇਸ ਪ੍ਰਕਾਰ ਮੁੰਦਰਾ ਤੇ ਘਟ ਭੀਤਰ ਮੁੰਦਰਾ, ਮਹਾਰਾਜ ਕਹਿੰਦੇ ਜੇ ਮੁੰਦਰਾ ਤੋਂ ਚੰਗੀਆਂ ਮੁੰਦਰਾ ਕਿਹੜੀਆਂ ਹਨ, ਉਹ ਘਟ ਭੀਤਰ ਹਿਰਦੇ ਦੇ ਅੰਦਰ ਕਿਹੜੀਆਂ ਮੁੰਦਰਾ, ਇੱਕ ਤਾਂ ਸ਼ਰਧਾ ਰੂਪੀ ਕੰਨ ਹੈ, ਇੱਕ ਵਿਸ਼ਵਾਸ ਰੂਪੀ ਕੰਨ ਹੈ। ਤੇ ਸਾਧ ਸੰਗਤ ਜੀ, ਇੱਕ ਦੇ ਵਿੱਚ ਸਰਵਣ ਕਰਨ ਰੂਪ ਮੁੰਦਰਾ ਪਾਉਣੀ, ਇੱਕ ਵਿੱਚ ਮੰਨਣ ਕਰਨ ਰੂਪ ਮੁੰਦਰਾ ਪਾਉਣੀ। ਤੇ ਇਸ ਪ੍ਰਕਾਰ ਇਹ ਜਿਹੜੀਆਂ ਮੁੰਦਰਾ ਹਨ ਸਤਿਗੁਰੂ ਜੀ ਕਹਿੰਦੇ ਘਟ ਭੀਤਰ ਹਿਰਦੇ ਦੇ ਅੰਦਰ ਜਿਹੜੀਆਂ ਉਹ ਜੋਗੀ ਪਹਿਰਨਾ ਕਰ। ਸਤਿਗੁਰੂ ਜੀ ਕਹਿੰਦੇ ਇਹ ਮੁੰਦਰਾ ਪਾਉਣੀਆਂ ਜਿਹੜੀਆਂ ਯੋਗ ਹਨ। ਕਾਇਆ ਕੀ ਜੈ ਖਿੰਥਾਤਾ, ਤੇ ਜਿਹੜੀ ਕਾਇਆ ਹੈ ਇਹਨੂੰ ਮਹਾਰਾਜ ਕਹਿੰਦੇ ਖਿੰਥਾਤਾ। ਇਹ ਵੀ ਪਾਠ ਹੁਣ ਸਾਰੇ ਸੰਬੰਧਕ ਵੈ, ਤੇ ਖਿੰਥਾਤਾ ਪਾਠ ਜਿਹੜਾ ਨਾ ਇਕੱਠਾ ਉਹ ਗਲਤ ਵੈ। ਕਾਇਆ ਕੀਜੈ ਖਿੰਥਾਤਾ, ਜਿਹੜੀ ਖਿੰਥਾ ਝੋਲੀ ਪਾਈ ਹੁੰਦੀ ਹੈ ਨਾ, ਖਫਣੀ ਪਾਈ ਹੁੰਦੀ ਹੈ, ਤੇ ਝੋਲੀ ਵੀ ਲਾਗੇ ਮੋਢੇ ਤੇ ਪਾਉਂਦੇ ਆ ਜੋਗੀ। ਸਤਿਗੁਰੂ ਜੀ ਕਹਿੰਦੇ ਆ ਇਹ ਜਿਹੜੀ ਹੈ ਨਾ ਖਿੰਥਾ ਕਾਲ ਕੁਆਰੀ ਕਾਇਆ। ਸਤਿਗੁਰੂ ਜੀ ਨੇ ਉੱਥੇ ਕਿਹਾ ਕਿ ਕਾਲ ਤੋਂ ਜਿਹੜੀ ਹੈ ਕਾਇਆ ਬਚਾ ਕਰਕੇ ਰੱਖਣੀ, ਭਾਵ ਅਖੰਡ ਚੇਤਨ ਦੇਹ ਨੂੰ ਪ੍ਰਾਪਤ ਕਰ ਲੈਣਾ, ਇਹ ਖਿੰਥਾ ਮਹਾਰਾਜ ਕਹਿੰਦੇ ਬਣਾਉਣਾ ਕਰ। ਮਹਾਰਾਜ ਨੇ ਕਿਹਾ ਕਿ ਸਦਾ ਰਹਿ ਕੰਚਨ ਸੀ ਕਾਇਆ, ਕਾਲ ਨ ਕਬਹੂ ਵਿਆਪੈ। ਇਹ ਫਿਰ ਕਾਇਆ ਜਿਹੜੀ ਹੈ ਨਾ ਸਦਾ ਇਹੋ ਜੀਆਂ ਮੁੰਦਰਾ ਪਾਉਣ ਨਾਲ ਕੰਚਨ ਵਰਗੀ ਮਹਾਰਾਜ ਕਹਿੰਦੇ ਨਿਰਲੇਪ ਹੋ ਜਾਂਦੀ ਹੈ, ਕਾਲ ਉਹਨੂੰ ਫਿਰ ਖਾ ਨਹੀਂ ਸਕਦਾ। ਐਸੀ ਜਿਹੜੀ ਮਹਾਰਾਜ ਕਹਿੰਦੇ ਅਖੰਡ ਚੇਤਨ ਦੇਹ ਰੂਪੀ ਖਿੰਥਾ ਜਿਹੜੀ ਹੈ ਨਾ ਜੋਗੀ, ਉਹ ਤੂੰ ਧਾਰਨ ਕਰਨਾ ਕਰ। ਪੰਛ ਛੇਲੇ ਵਸ ਕੀ ਜੈ ਰਾਵਲ, ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਪੰਜ ਹਨ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਵਸ ਕਰਕੇ ਆਪਣੇ ਚੇਲੇ ਬਣਾਉਣਾ ਕਰ। ਰਾਵਲ ਸਾਧ ਸੰਗਤ ਜੀ ਜੋਗੀਆਂ ਦਾ ਪੰਥ ਵੈ। ਇਹ ਰਾਵਲ ਜੋਗੀ ਹੈ ਜਿਹੜਾ ਮਹਾਰਾਜ ਕੋਲ ਆਇਆ। ਜਿਵੇਂ ਆਈ ਪੰਥ ਹੈ, ਤਨੀਫਾ ਪੰਥ ਹੈ, ਪਾਪ ਖੰਡੀ ਇੱਕ ਪੰਥ ਵੈ, ਉਹਨੂੰ ਪਖੰਡੀ ਵੀ ਕਹਿੰਦੇ, ਪਾਪ ਖੰਡੀ ਉਹਨਾਂ ਦਾ ਪੰਥ ਵੈ। ਇਹ 12 ਪੰਥ ਜੋਗੀਆਂ ਦੇ, ਜਿਨ੍ਹਾਂ ਵਿੱਚ ਇਹ ਰਾਵਲ ਜੋਗੀ ਹੈ। ਪੰਜ ਚੇਲੇ ਵਸ ਕੀਜਹਿ ਰਾਵਲ, ਇਹ ਰਾਵਲ ਜੋਗੀ ਜਿਹੜੇ ਪੰਜ ਹਨ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਵਸ ਕਰਕੇ ਆਪਣੇ ਚੇਲੇ ਬਣਾ। ਇਹ ਤਾਂ ਤੈਨੂੰ ਆਪਦਾ ਚੇਲਾ ਬਣਾਈ ਫਿਰਦੇ ਆ। ਜੋਗੀ ਚੇਲੇ ਬਣਾਉਣ 'ਚ ਬਾਹਲਾ ਖੁਸ਼ ਹੁੰਦੇ ਆ ਨਾ। ਗੋਰਖਨਾਥ ਚਾਹ ਹੀ ਵੱਡੇ ਵੱਡੇ ਰਾਜਿਆਂ ਨੂੰ ਚੇਲੇ ਬਣਾਉਂਦਾ ਹੈ। ਕਹਿੰਦੇ ਮਹਾਰਾਜ ਨੇ ਕਿਹਾ ਕਿ ਚੇਲੇ ਬਣਾਉਣੇ ਆ ਤੇ ਇਹ ਚੇਲੇ ਬਣਾਉਣਾ ਕਰ। ਇਸੇ ਪ੍ਰਕਾਰ ਹੀ ਪੰਜ ਚੇਲੇ ਵਸ ਕੀ ਜੈ ਰਾਵਲ, ਇਹ ਰਾਵਲ ਪੰਥ ਦੇ ਜੋਗੀ ਜਿਹੜੇ ਤੇਰੇ ਪੰਜ ਗਿਆਨ ਇੰਦਰੇ ਹਨ, ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਪਣੇ ਚੇਲੇ ਬਣਾ ਲੈ, ਵਸ ਕਰਕੇ ਅਧੀਨ ਕਰਕੇ ਇਹਨਾਂ ਨੂੰ ਚੇਲੇ ਬਣਾ। ਅੱਖਾਂ ਵੀ ਤੇਰੇ ਆਖੇ ਨਹੀਂ ਲੱਗਦੀਆਂ, ਜ਼ਬਾਨ ਤੇਰੇ ਆਖੇ ਨਹੀਂ ਲੱਗਦੀ ਹੈ, ਰਸਾਂ 'ਚ ਫਸਿਆ ਰਹਿਣਾ ਹੈ। ਜੇ ਕੋਈ ਪੁੱਛੇ ਕਿ ਬਾਬਾ ਜੀ ਕੀ ਛਕੋਗੇ, ਕਹਿਣਾ ਸਾਧਾਂ ਨੂੰ ਕੀ ਸਵਾਦਾਂ ਨਾ ਆਉਣ ਦਿਓ, ਸਾਹਮਣੇ ਮਲਾਈ ਦੁੱਧ ਇੱਛਾ ਛਕਣ ਵਿੱਚ ਲੱਗੀ ਹੋਈ ਹੈ। ਤੇ ਕਹਿੰਦੇ ਆ ਸਾਧਾਂ ਨੂੰ ਕੀ ਸਵਾਦਾਂ ਨਾਲ ਸਾਰੇ ਸਵਾਦ ਚਖੀ ਵੀ ਜਾਣੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪੰਜ ਤੇਰੇ ਗਿਆਨ ਇੰਦਰੇ ਆ ਨਾ, ਇਹਨਾਂ ਨੂੰ ਸਵਾਦਾਂ ਤੋਂ ਹਟਾ ਕੇ ਆਪਣੇ ਵਸੀਕਾਰ ਕਰ, ਨਾਮ ਦੇ ਰਸ ਵਿੱਚ ਇਹਨਾਂ ਨੂੰ ਲਾ ਤੇ ਆਪਦੇ ਚੇਲੇ ਜਿਹੜੇ ਆ ਇਹਨਾਂ ਨੂੰ ਬਣਾਉਣਾ ਕਰ। ਇਹੋ ਮਾਨ ਕੀ ਜੈ ਡੰਡਾ ਤਾ, ਫਿਰ ਮਹਾਰਾਜ ਡੰਡਾ ਅਸੀਂ ਪਕੜਦੇ ਆ ਤੇ ਤੁਸੀਂ ਡੰਡਾ ਕਿਹੜਾ ਪਕੜਦੇ ਹੋ? ਮਹਾਰਾਜ ਕਹਿੰਦੇ ਇਹੋ ਮਨ ਕੀਜੈ ਡੰਡਾ ਤਾ,
ਜਿਹੜਾ ਮਨ ਦੇ ਇਕਾਗਰਤਾ ਹੈ ਨਾ, ਜਿਹੜੀ ਵਾਹਿਗੁਰੂ ਵਿੱਚ ਇਕਾਗਰਤਾ ਲਾ ਕਰਕੇ ਨਾਮ ਜਪਣਾ, ਇਹ ਮਹਾਰਾਜ ਕਹਿੰਦੇ ਅਸੀਂ ਡੰਡਾ ਬਣਾਇਆ ਹੋਇਆ ਹੈ। ਜਿਹੜਾ ਸਾਧ ਸੰਗਤ ਜੀ ਡੰਡਾ ਹੁੰਦਾ ਨਾ, ਇਹ ਇਸ ਪ੍ਰਕਾਰ ਇਹਦੀਆਂ ਖੁੰਗੀਆਂ ਹੁੰਦੀਆਂ ਤੇ ਉਹ ਖੁੰਗੀਆਂ ਹੱਥਾਂ 'ਚ ਨਾ ਵੱਜਣ, ਉਹ ਖੁੰਗੀਆਂ ਝਾੜ ਲੈਂਦੇ ਐ, ਜਿਵੇਂ ਫਿਰ ਹੱਥ ਵਿੱਚ ਹੀ ਸਦਾ ਰੱਖਦੇ ਐ। ਸਤਿਗੁਰੂ ਜੀ ਕਹਿੰਦੇ ਸਮਦਮ ਜਿਹੜੇ ਦੋਵੇਂ ਹੱਥ ਹਨ ਤੇ ਮਨ ਰੂਪੀ ਡੰਡਾ ਹੈ, ਜਰਾ ਜਿੰਨਾ ਵੀ ਵਕਾਰ ਨਾ ਫੁਰਨ ਦੇਣਾ, ਹਰ ਵੇਲੇ ਇਕਾਗਰ ਰੱਖਣਾ, ਇਹ ਮਨ ਅਸੀਂ ਡੰਡਾ ਬਣਾਇਆ ਹੋਇਆ। ਸਿੱਧਾ ਕੀ ਹੈ ਕਿ ਪਰਮੇਸ਼ਰ ਦੇ ਵਿੱਚ ਹੀ ਸਿੱਧਾ ਟਿਕਿਆ ਹੋਇਆ ਇਕਾਗਰਤਾ ਦੇ ਸਹਿਤ। ਤੇ ਫਿਰ ਮਨ ਰੂਪੀ ਡੰਡੇ ਦੀਆਂ ਜਿਹੜੀਆਂ ਖੁੰਗੀਆਂ ਕਿਹੜੀਆਂ ਨੇ, ਰਾਗ ਦੁਆਖ ਰੂਪੀ ਖੁੰਗੀਆਂ ਹਨ। ਅਕਾਰਨ ਹੀ ਕਿਸੇ ਨਾਲ ਮੋਹ ਕਰੀ ਜਾਣਾ, ਅਕਾਰਨ ਹੀ ਕਿਸੇ ਨਾਲ ਵੈਰ ਕਰੀ ਜਾਣਾ, ਇਹ ਖੁੰਗੀਆਂ ਲੱਗੀਆਂ ਹੋਈਆਂ ਮਨ ਰੂਪੀ ਡੰਡੇ ਨੂੰ। ਤੇ ਵਿਚਾਰ ਰੂਪੀ ਤੇਸੇ ਦੇ ਨਾਲ ਇਹਨਾਂ ਨੂੰ ਘੜਨਾ ਪੈਂਦਾ। ਫਿਰ ਜਿਹੜਾ ਤੇਸਾ ਹੁੰਦਾ ਨਾ, ਉਹਦੇ ਨਾਲ ਘੜਦੇ ਆ ਖੁੰਗੀਆਂ, ਮੁਲਾਇਮ ਕਰ ਦਿੰਦੇ ਡੰਡਾ, ਫਿਰ ਪਕੜਨ ਦੇ ਨਾਲ ਉਹ ਖੁੰਗੀਆਂ ਵੱਜਦੀਆਂ ਨਹੀਂ। ਇਸੇ ਤਰ੍ਹਾਂ ਇਹ ਵਿਰਾਗ ਦੁਆਖ ਰੂਪੀ ਖੁੰਗੀਆਂ ਵੱਜਦੀਆਂ ਹਨ, ਤੰਗ ਕਰਦੀਆਂ ਹਨ। ਤੇ ਸਤਿਗੁਰੂ ਜੀ ਕਹਿੰਦੇ ਵਿਚਾਰ ਰੂਪੀ ਤੇਸੇ ਦੇ ਨਾਲ ਇਹ ਸਾਰੀਆਂ ਰਾਗ ਦੁਆਖ ਰੂਪੀ ਖੁੰਗੀਆਂ ਝਾੜ ਕਰਕੇ ਨਾ, ਸਾਰੇ ਖੁੰਗ ਤੇ ਇਹਨੂੰ ਸਾਫ਼ ਕਰ ਲੈਣਾ ਸਿੱਧਾ, ਤੇ ਹਰ ਵੇਲੇ ਇਕਾਗਰ ਰੱਖਣਾ ਜਿਹੜਾ ਹੈ। ਇਹ ਮਨ ਰੂਪੀ ਇਕਾਗਰਤਾ ਦੀ ਜਿਹੜੀ ਹੈ, ਮਨ ਦੀ ਇਕਾਗਰਤਾ, ਇਹ ਮਹਾਰਾਜ ਕਹਿੰਦੇ ਅਸੀਂ ਡੰਡਾ ਪਕੜਿਆ ਹੋਇਆ ਏ। ਜੋਗ ਜੁਗਤ ਏਵ ਪਾਵਸਤਾ, ਮਹਾਰਾਜ ਕਹਿੰਦੇ ਪਰਮੇਸ਼ਰ ਦੇ ਅੰਦਰ ਜੋਗ ਜਿਹੜੀ ਜੁੜਨ ਦੀ ਜੁਗਤ ਹੈ ਨਾ, ਇਹ ਪਾਵਸਤਾ ਇਵੇਂ ਪਾਈ ਦੀ ਹੈ। ਜੋਗੀ ਤੂੰ ਬ੍ਰਹਮ ਵਿੱਚ ਨਹੀਂ ਜੁੜਿਆ ਹੋਇਆ, ਐਵੇਂ ਕੰਨ ਨਹੀਂ ਪੜਾਏ ਹੋਏ, ਕੰਨ ਖਰਾਬ ਕਰ ਬੈਠਾ ਹੈ ਤੇ ਐਵੇਂ ਆ ਖਿੰਥਾ ਚੁੱਕੀ ਫਿਰਦਾ, ਭਾਰ ਚੱਕੀ ਫਿਰਦਾ ਹੈ। ਤੇ ਫਿਰ ਸਾਧ ਸੰਗਤ ਜੀ ਜਿਹੜਾ ਹੈ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਕੀ ਮਾਰ, ਇਹ ਤਾਂ ਕਰਮਾਂ ਦੀ ਮਾਰ ਆ। ਕਾਹਦਾ ਜੋਗ ਹੈ? ਜੋਗ ਜੁਗਤ ਇਵ ਪਾਵਸਤਾ। ਹਜ਼ੂਰ ਕਹਿੰਦੇ ਜੋਗ ਦੀ ਜਿਹੜੀ ਜੁਗਤ ਹੈ ਨਾ, ਇਹ ਜੀਵਨ ਦੀ ਜੁਗਤੀ ਮਹਾਰਾਜ ਨੇ ਗੁਰਮਤਿ ਵਿੱਚ ਦੱਸੀ ਹੈ। ਵੇਖ ਲਓ ਸੱਚੇ ਪਾਤਸ਼ਾਹ ਜੀ ਨੇ, ਗੁਰਸਿੱਖ ਨਾਮ ਜਪਦਾ ਹੋਇਆ ਜੋਗੀ ਵੀ ਹੈ, ਗੁਰਸਿੱਖ ਨਾਮ ਜਪਦਾ ਹੋਇਆ ਤੀਰਥ ਯਾਤਰੀ ਵੀ ਹੈ, ਗੁਰਸਿੱਖ ਨਾਮ ਜਪਦਾ ਹੋਇਆ ਵੱਡਾ ਹੀ ਤਿਆਗੀ ਹੈ, ਗੁਰਸਿੱਖ ਨਾਮ ਜਪਦਾ ਹੋਇਆ ਸਾਧ ਸੰਗਤ ਜੀ ਗ੍ਰਸਤ ਦੇ ਨਿਯਮ ਹੀ ਪੂਰੇ ਹੀ ਕਰਦਾ ਹੈ। ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਜੋਗ ਬਖਸ਼ਿਆ ਸਤਿਗੁਰਾਂ ਜੀ ਨੇ। ਮਹਾਰਾਜ ਕਹਿੰਦੇ ਜੋਗ ਜੁਗਤ ਇਵ ਪਾਵਸਤਾ, ਬ੍ਰਹਮ ਦੇ ਅੰਦਰ ਜੁੜਨ ਦੀ ਜਿਹੜੀ ਜੁਗਤ ਵੈ, ਇਸ ਤਰ੍ਹਾਂ ਜੋਗੀ ਤੂੰ ਪਾ ਸਕਦਾ, ਨਿਹਾਲ ਹੋ ਸਕਦਾ ਏ। ਏਕ ਸ਼ਬਦ ਦੂਜਾ ਹੋਰ ਨਾਸਤ, ਫਿਰ ਕਹਿੰਦਾ ਮਹਾਰਾਜ ਅਸੀਂ ਅਲਖ ਜਗਾਉਨੇ ਆ, ਤੁਸੀਂ ਕਿਹੜੀ ਅਲਖ ਜਗਾਉਂਦੇ ਹੋ? ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਏਕ ਸ਼ਬਦ ਦੂਜਾ ਹੋਰ ਨਾਸਤ। ਇੱਕ ਸ਼ਬਦ ਬ੍ਰਹਮ ਨੂੰ ਜੋ ਮਹਾਰਾਜ ਕਹਿੰਦੇ ਨਿਸ਼ਚੈ ਕਰ ਲਿਆ ਨਾ, ਹੋਰ ਸਾਰਾ ਕੁਝ ਨਾਸ਼ਵੰਤ ਜਾਣਿਆ ਹੈ, ਇਹ ਅਸੀਂ ਅਲਖ ਜਗਾਉਨੇ ਆ। ਜਦੋਂ ਅਲਖ ਜਗਾਉਂਦੇ ਆ ਨਾ ਜੋਗੀ, ਅਲਖ ਹੋ ਇਸ ਤਰ੍ਹਾਂ ਅਲਖ ਨਿਰੰਜਨ ਵੀ ਉਹ ਬੋਲਦੇ ਆ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਸਾਡੇ ਗੁਰਸਿੱਖ ਕਰਦੇ ਆ ਨਾ ਸ਼ਬਦ ਦਾ ਜਾਪ, ਵਾਹਿਗੁਰੂ ਵਾਹਿਗੁਰੂ, ਉੱਚੀ ਧੁਨ ਨਾਲ ਬਾਣੀ ਪੜ੍ਹਦੇ ਆ, ਇਹ ਮਹਾਰਾਜ ਕਹਿੰਦੇ ਅਸੀਂ ਅਲਖ ਜਗਾਈ ਹੋਈ ਹੈ। ਏਕ ਸ਼ਬਦ ਦੂਜਾ ਹੋਰ ਨਾਸਤ, ਦੂਜਾ ਹੋਰ ਜਿੰਨਾ ਵੀ ਦਿਖਾਈ ਦੇ ਰਿਹਾ ਸਭ ਨਾਸ਼ਵੰਤ ਹੈ। ਇੱਕ ਸ਼ਬਦ ਬ੍ਰਹਮ ਦੇ ਅੰਦਰ ਹੀ ਮਹਾਰਾਜ ਕਹਿੰਦੇ ਜਿਹੜੀ ਸੁਰਤ ਟਿਕਾ ਲਈ ਹੈ, ਤੇ ਉਹਦਾ ਹੀ ਜਿਹੜਾ ਸ਼ਬਦ ਦੁਆਰਾ ਉਚਾਰਨ ਕਰਦੇ ਆ, ਇਹ ਅਸੀਂ ਅਲਖ ਜਗਾਉਨੇ ਹਾਂ। ਕੰਦ ਮੂਲ ਮਨ ਲਾਵਸਤਾ, ਫਿਰ ਜੋਗੀ ਜਿਹੜੇ ਆ ਉਹ ਸਾਧ ਸੰਗਤ ਜੀ, ਕੰਦ ਮੂਲ ਇੱਕ ਫਲ ਹੁੰਦਾ ਹੈ ਜੋ ਪੀਲੇ ਰੰਗ ਦਾ ਹੁੰਦਾ, ਪਾਣੀ 'ਚ ਹੁੰਦਾ ਹੈ, ਉਹਨੂੰ ਖਾ ਕੇ 8 ਪੈਰ ਭੁੱਖ ਨਹੀਂ ਲੱਗਦੀ, ਤੇ ਉਹਦੇ ਨਾਲ ਮਨ ਲਾਵਸਤਾ, ਉਹਦੇ ਨਾਲ ਆਪਣਾ ਮਨ ਲਾਉਂਦੇ ਭਾਵ ਖਾ ਕੇ ਉਹਨੂੰ, ਤੇ ਫਿਰ ਇਹ ਯੋਗ ਸਾਧਨਾ ਕਰਦੇ ਰਹਿੰਦੇ ਆ। ਅਥਵਾ ਜਿਹੜੇ ਸਾਧ ਸੰਗਤ ਜੀ ਕੰਦ ਜਿਹੜਾ ਉਹ ਫਲ ਨੂੰ ਵੀ ਕਹਿੰਦੇ ਸੰਕੇਤੀ ਅਰਥ ਹਨ, ਤੇ ਮੂਲ ਜਿਹੜਾ ਉਹ ਫੁੱਲ ਹੁੰਦਾ, ਕਿਉਂਕਿ ਪਹਿਲਾਂ ਹੀ ਫੁੱਲ ਲੱਗਦਾ ਨਾ ਫਿਰ ਹੀ ਫਲ ਪੈਂਦਾ ਹੈ। ਕੰਦ ਜਿਹੜਾ ਹੈ ਇਸ ਪ੍ਰਕਾਰ ਟਾਹਣਿਆਂ ਨੂੰ ਵੀ ਕੰਦ ਕਹਿ ਦਿੰਦੇ ਆ, ਤੇ ਟਾਹਣਿਆਂ ਨਾਲ ਲੱਗਣ ਵਾਲੇ ਹੁੰਦੇ ਆ ਫਲ, ਤੇ ਫਲ ਤੋਂ ਪਹਿਲਾਂ ਮੂਲ ਜਿਹੜੇ ਫੁੱਲ ਪੈਂਦੇ ਉਹਨਾਂ ਤੋਂ ਲੈਣਾ ਫਲ ਫੁੱਲ, ਤੇ ਫਲ ਫੁੱਲ ਦੇ ਨਾਲ ਮਹਾਰਾਜ ਕਹਿੰਦੇ ਮਨ ਜਿਹੜਾ ਆਪਣਾ ਲਾਇਆ ਹੋਇਆ ਹੈ। ਤੇ ਜੇ ਫਲ ਫੁੱਲ ਖਾਣ ਦੇ ਨਾਲ ਹੀ ਪਰਮੇਸ਼ਰ ਮਿਲਦਾ ਹੋਵੇ ਤਾਂ ਬੱਕਰੇ ਬੱਕਰੀਆਂ ਦੇ ਇੱਜੜ ਜਿਹੜੇ ਆ ਫਲ ਫੁੱਲ ਹੀ ਖਾਂਦੇ ਰਹਿੰਦੇ ਆ। ਤੇ 10ਵੇਂ ਪਾਤਸ਼ਾਹ ਜੀ ਨੇ ਵੀ ਲਿਖਿਆ ਹੈ ਕਿ ਫਿਰ ਇਹ ਕੋਈ ਜਿਹੜੇ ਆ ਬੱਕਰੇ ਮੁਕਤ ਹੋ ਜਾਂਦੇ ਆ,
ਇਹ ਬੱਕਰੀਆਂ ਕੋ ਮੁਕਤ ਹੋ ਜਾਂਦੀਆਂ ਨੇ ਫਲ ਫੁੱਲ ਖਾ ਕਰਕੇ। ਇਉਂ ਸਤਿਗੁਰੂ ਜੀ ਕਹਿੰਦੇ ਕੰਦ ਮੂਲ ਖਾ ਕਰਕੇ। ਕੰਦ ਜਿਹੜੇ ਆ ਬਾਹਰਲੇ ਫਲਾਂ ਨੂੰ ਵੀ ਕਹਿੰਦੇ ਆ, ਤੇ ਮੂਲ ਜਿਹੜੀਆਂ ਮੂਲੀਆਂ ਗਾਜਰਾਂ ਜਿਹੜੀਆਂ ਜੜ੍ਹਾਂ ਧਰਤੀ ਵਿੱਚ ਪੈਦਾ ਹੋਣ ਉਹਨਾਂ ਨੂੰ ਵੀ ਕਹਿੰਦੇ ਆ। ਉਹਨਾਂ ਦੇ ਨਾਲ ਮਹਾਰਾਜ ਕਹਿੰਦੇ ਮਨ ਲਾਇਆ ਹੋਇਆ ਹੈ। ਇਹ ਕੰਦ ਮੂਲ ਦੇ ਖਾਣ ਨਾਲ ਸਤਿਗੁਰੂ ਜੀ ਕਹਿੰਦੇ ਮੁਕਤੀ ਨਹੀਂ ਜੋਗੀ ਪ੍ਰਾਪਤ ਹੁੰਦੀ। ਕਿਹੜਾ ਕੰਦ ਮੂਲ ਖਾਣਾ ਹੈ? ਇਸੇ ਪ੍ਰਕਾਰ ਹੀ ਇੱਕ ਸ਼ਬਦ, ਇੱਕ ਸ਼ਬਦ ਦੂਜਾ ਹੋਰ ਨਾਸਤ। ਇੱਕ ਸ਼ਬਦ ਵਿੱਚ ਜਿਹੜੀ ਪ੍ਰੀਤ ਪਾ ਲੈਣੀ ਹੈ ਨਾ, ਹੋਰ ਸਾਰਾ ਬ੍ਰਹਮ ਤੋਂ ਬਿਨਾ ਨਾਸ਼ਵੰਤ ਸੰਸਾਰ ਜਾਣਨਾ ਜੋ ਹੈ। ਕੰਦ ਮੂਲ ਮਨ ਲਾਵਸਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹੀ ਕੰਦ ਮੂਲ ਦੇ ਖਾਣਾ ਹੈ, ਜਿਹੜਾ ਵਾਹਿਗੁਰੂ ਦੇ ਨਾਮ ਵਿੱਚ ਆਪਦੀ ਸੁਰਤ ਨੂੰ ਲਾਉਣਾ ਹੈ। ਜਿਹੜਾ ਨਾਮ ਜਪਣਾ ਨਾ, ਸ਼ਬਦ ਦਾ ਅਭਿਆਸ ਕਰਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹੀ ਕੰਦ ਮੂਲ ਦੇ ਅੰਦਰ ਆਪਣਾ ਮਨ ਜਿਹੜਾ ਲਾਵਸਤਾ ਲਾਉਣਾ ਕਰ ਜੋਗੀ। ਨਾਮ ਰੂਪੀ ਕੰਦ ਮੂਲ ਨੂੰ ਛਕਣਾ ਕਰ, ਫਿਰ ਮੁਕਤੀ ਤੈਨੂੰ ਪ੍ਰਾਪਤ ਹੋਵੇਗੀ। ਕੰਦ ਕਹਿੰਦੇ ਆ ਸੁਖ ਨੂੰ, ਦਾ ਕਹਿੰਦੇ ਆ ਪ੍ਰਾਪਤੀ ਨੂੰ। ਜਿਹੜਾ ਸੁਖ ਦੀ ਪ੍ਰਾਪਤੀ ਕਰਾਉਣ ਵਾਲਾ ਮੂਲ ਕੌਣ ਹੈ? ਬ੍ਰਹਮ। ਤੇ ਉਹਦੇ ਨਾਲ ਮਹਾਰਾਜ ਕਹਿੰਦੇ ਕੰਦ ਮੂਲ ਮਨ ਲਾਵਸਤਾ। ਆਪਣਾ ਮਨ ਜਿਹੜਾ ਨਾ, ਜੋ ਸੁਖ ਸਰੂਪ ਹੈ ਪਰਮੇਸ਼ਰ, ਸੁਖ ਦੀ ਪ੍ਰਾਪਤੀ ਕਰਾਉਣ ਵਾਲਾ ਮੂਲ ਰੂਪ ਹੈ ਸਭ ਦਾ ਬ੍ਰਹਮ, ਉਹਦੇ ਨਾਲ ਆਪਣੇ ਮਨ ਨੂੰ ਲਾਵਸਤਾ ਲਾਉਣਾ ਕਰ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮੁੰਡ ਮੁੰਡਾਇਆ ਜੇ ਗੁਰ ਪਾਈਆ। ਇਹ ਕਹਿੰਦਾ ਮਹਾਰਾਜ ਕਿ ਲਟਾਂ ਲਹਾਉਣ ਦੇ ਨਾਲ ਜੋਗੀ ਬਣ ਸਕੀਦਾ ਹੈ। ਸਤਿਗੁਰੂ ਜੀ ਕਹਿੰਦੇ ਮੁੰਡ ਮੁੰਡਾਇਆ, ਫਿਰ ਪੜ੍ਹਦੇ ਹੋ ਮੁੰਡ ਮੁੰਡਾਇਆ ਜੇ ਗੁਰ ਪਾਈਆ। ਜੇ ਮੂੰਹ ਸਿਰ ਮਨਾਉਣ ਦੇ ਨਾਲ ਹੀ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਪ੍ਰਾਪਤੀ ਹੁੰਦੀ ਹੋਵੇ। ਹਮ ਗੁਰ ਕੇ ਨੇ ਗੰਗਾ ਤਾ। ਹਮ ਜਿਹੜੇ तमाम ਫਿਰ ਮਹਾਰਾਜ ਕਹਿੰਦੇ ਹਿੰਦੂ ਲੋਕ ਹੈ, ਇਹ ਗੰਗਾ ਤਾਂ ਗੰਗਾ ਬਾੜੇ ਜਾ ਕਰਕੇ ਸਾਧ ਸੰਗਤ ਜੀ ਆਪਦੀ ਲਟਾਂ ਲਹਾਉਂਦੇ ਆ, ਸਿਰ ਮਨਾਉਂਦੇ ਉੱਥੇ ਜਾ ਕਰਕੇ। ਕਿਸੇ ਦੀ ਮਾਂ ਚੜ੍ਹਾਈ ਕਰ ਜਾਵੇ ਉਹ ਸਿਰ ਦੇ ਵਾਲ ਲਹਾ ਆਉਂਦਾ ਹੈ। ਕਿਸੇ ਦਾ ਪਿਓ ਚੜ੍ਹਾਈ ਕਰ ਜੇ ਉਹ ਗੰਗਾ ਦੇ ਨਾਲੇ ਉਹ ਪੈਸੇ ਲੈਂਦੇ ਆ ਨਾਲੇ ਸਿਰ ਮੁੰਨਦੇ ਆ। ਤੇ ਫਿਰ ਉਹ ਜਿਹੜੇ ਮਹਾਰਾਜ ਕਹਿੰਦੇ ਨਾਈ, ਉਹ ਫਿਰ ਗੁਰੂ ਹੋਏ ਨਾ ਉਹਨਾਂ ਦੇ। ਜੇ ਸਿਰ ਮਨਾਇਆ ਹੀ ਗੁਰੂ ਦੀ ਪ੍ਰਾਪਤੀ ਹੈ ਤੇ ਉਹ ਸਿਰ ਮਨਾਉਂਦੇ ਆ ਉਹ ਨਾਈਆਂ ਕੋਲ, ਫਿਰ ਨਾਈ ਸਭ ਦੇ ਗੁਰੂ ਹੋਏ ਨਾ ਉਹਨਾਂ ਦੇ, ਕਿਉਂਕਿ ਉਹ ਸਿਰ ਮੁੰਨਦੇ ਆ ਫਿਰ ਉਹਨਾਂ ਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇਸੇ ਪ੍ਰਕਾਰ ਹੀ ਮੁੰਡ ਮੁੰਡਾਇਆ ਜੇ ਗੁਰ ਪਾਈਆ। ਤੇ ਜੇ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਪ੍ਰਾਪਤੀ ਮੂੰਹ ਸਿਰ ਮਨਾਉਣ ਕਰਕੇ ਹੁੰਦੀ ਹੋਵੇ, ਕਿਉਂਕਿ ਗੁਰੂ ਰਾਹੀਂ ਮੁਕਤੀ ਮਿਲਦੀ ਹੈ ਨਾ। ਤੇ ਸਾਧ ਸੰਗਤ ਜੀ ਇਹ ਜਿਹੜਾ ਹੈ ਨਾ, ਉਦਾਸੀਆਂ ਦੇ ਅੰਦਰ ਵੀ ਇਹੋ ਜੀ ਜਿਹੜੀ ਹੈ ਭੈੜੀ ਪਰੰਪਰਾ ਚੱਲੀ ਕਿ ਉਹ ਵੀ ਮੂੰਹ ਸਿਰ ਮਨਾਉਣ ਲੱਗ ਪਏ, ਪਰ ਇਹ ਉਦਾਸੀਆਂ ਦੀ ਪਰੰਪਰਾ ਹੈ ਨਹੀਂ। ਕਿਉਂਕਿ ਉਦਾਸੀਆਂ ਦੀ ਜਿਹੜੀ ਹੈ ਨਾ, ਉਦਾਸੀ ਪੰਥ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਹੈ, ਤੇ ਉਹਨਾਂ ਨੇ ਸਾਬਤ ਸੂਰਤ ਰੱਖੀ ਹੈ। ਤੇ ਜਿਹੜਾ ਸਾਧ ਸੰਗਤ ਜੀ ਸਾਬਤ ਸੂਰਤ ਭੰਨਦਾ ਹੈ, ਉਹ ਫਿਰ ਕਦਾ ਵਾਸਤੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜੇ ਸਿਰ ਮੂੰਹ ਮਨਾਇਆ ਮੁਕਤੀ ਮਿਲਦੀ ਹੋਵੇ, ਤਾਂ ਸਤਿਗੁਰੂ ਜੀ ਨੇ ਕਿਹਾ ਹੈ ਕਿ ਮੁੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਿ ਜੇ ਮੂੰਹ ਸਿਰ ਮਨਾ ਕਰਕੇ ਮੁਕਤੀ ਮਿਲਦੀ ਹੈ ਤੇ ਭੇਡ ਨੂੰ ਹਰ 6 ਮਹੀਨੇ ਮੁੰਨ ਦਿੰਦੇ ਆ। ਤੇ ਭੇਡ ਤੇ ਕਿਸੇ ਨੇ ਸੰਖ ਵਜਾਉਣ ਦੀ ਵਿਮਾਨ ਤੇ ਚੜ੍ਹ ਕੇ ਸੱਚਖੰਡ ਜਾਂਦੀ ਵੇਖੀ ਨਹੀਂ, ਕਿਉਂਕਿ ਸਿਰ ਮੂੰਹ ਮਨਾਉਣ ਦੇ ਨਾਲ ਮੁਕਤੀ ਥੋੜ੍ਹਾ ਪ੍ਰਾਪਤ ਹੁੰਦੀ ਹੈ। ਤੇ ਜਿਹੜਾ ਹੈ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਹੈ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਕਹਿੰਦੇ ਗੱਲ ਤਾਂ ਤੈਨੂੰ ਆਪਣੇ ਮਨ ਤੋਂ ਅਵਗਣ ਖਤਮ ਕਰਨੇ ਚਾਹੀਦੇ ਸੀਗੇ, ਤੇ ਮੂੰਹ ਸਿਰ ਮਨਾ ਕੇ ਕਹਿੰਦੇ ਉਹ ਅਸੀਂ ਤਿਆਗੀ ਹੋ ਗਏ, ਜੋਗੀ ਬਣ ਗਏ। ਇਸ ਤਰ੍ਹਾਂ ਥੋੜਾ ਮੁਕਤੀ ਮਿਲਦੀ ਹੈ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਮੂੰਡ ਮੁੰਡਾਇਆ ਜੇ ਮੂੰਹ ਸਿਰ ਮਨਾਉਣ ਦੇ ਨਾਲ ਤੁਸੀਂ ਕਹਿੰਦੇ ਹੋ ਕਿ ਸਾਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਮੁਕਤ ਹੋ ਜਾਈਦਾ ਹੈ। ਹਮ ਗੁਰ ਕੇ ਨੇ ਗੰਗਾ ਤਾ। ਤੇ ਗੰਗਾ ਤੇ ਜਾ ਕਰਕੇ ਮੂੰਹ ਸਿਰ ਮਨਾਉਂਦੇ ਆ ਨਾ ਤੇ ਮੁਕਤੀ ਮੰਨਦੇ ਆ। ਗੰਗਾ ਤੀਰਥ ਨੂੰ ਮੁਕਤੀ ਦਾ ਕਾਰਨ ਮੰਨਿਆ ਹੋਇਆ ਹੈ। ਹਮ ਗੁਰ ਕੀਨੀ ਗੰਗਾ ਤਾ। ਮਹਾਰਾਜ ਕਹਿੰਦੇ ਅਸੀਂ ਨਾ ਫਿਰ ਆਪਣੇ ਗੁਰੂ ਨੂੰ ਹੀ ਗੰਗਾ ਰੂਪੀ ਤੀਰਥ ਮੰਨ ਲਿਆ ਹੈ। ਅਸੀਂ ਇਹ ਹੀ ਜਾਣ ਲਿਆ ਕਿ ਸਾਡੇ ਗੁਰੂ ਜੀ ਦੁਆਰਾ ਹੀ ਮੁਕਤੀ ਹੈ। ਗੁਰੂ ਕੌਣ ਹਨ? ਬ੍ਰਹਮ, ਪਰਮੇਸ਼ਰ ਆਪ। ਮਹਾਰਾਜ ਕਹਿੰਦੇ ਪਰਮੇਸ਼ਰ ਸਾਡੇ ਗੁਰੂ ਹੈ
ਤੇ ਪਰਮੇਸ਼ਰ ਨੂੰ ਅਸੀਂ ਗੰਗਾ ਦੇ ਸਦਰਸ਼ ਸਮਝਿਆ ਹੋਇਆ ਹੈ। ਤੁਸੀਂ ਗੰਗਾ ਜਾ ਕਰਕੇ ਜਿਹੜਾ ਹੈ ਉੱਥੇ ਇਸ਼ਨਾਨ ਕਰਕੇ ਤੇ ਲਟਾਂ ਲੁਹਾ ਕਰਕੇ ਜੋਗੀ ਸਮਝਦੇ ਆ ਕਿ ਹੁਣ ਅਸੀਂ ਤਿਆਗੀ ਬਣ ਗਏ ਆ, ਮੁਕਤ ਹੋ ਜਾਵਾਂਗੇ। ਮਹਾਰਾਜ ਕਹਿੰਦੇ ਉਹ ਨਹੀਂ ਭਾਈ, ਮੁਕਤ ਹੋਈਦਾ ਅਸੀਂ ਤਾਂ ਆਪਣੇ ਗੁਰੂ ਜੀ ਨੂੰ ਹੀ ਗੰਗਾ ਸਮਝ ਲਿਆ ਕਿ ਗੰਗਾ ਵਰਗੇ ਤੀਰਥ ਵਰਗੀ ਪਵਿੱਤਰਤਾ ਸਾਡੇ ਗੁਰੂ ਜੀ ਦੇ ਅੰਦਰ ਹੀ ਹੈ। ਹਮ ਗੁਰ ਕੀਨੀ ਗੰਗਾ, ਤਾਂ ਅਸੀਂ ਤਾਂ ਆਪਣੇ ਗੁਰੂ ਸਾਹਿਬ ਜੀ ਨੂੰ ਗੰਗਾ ਸਮਝ ਲਿਆ ਹੈ। ਤੇਰ ਭਵਨ ਤਾਰਨ ਹਾਰ ਸੁਆਮੀ, ਤਿੰਨਾਂ ਭਵਨਾਂ ਦੇ ਜੀਆਂ ਨੂੰ ਤਾਰਨ ਵਾਲਾ ਹੈ ਉਹ ਸੁਆਮੀ ਮਾਲਕ ਵਾਹਿਗੁਰੂ। ਪਤਾਲ ਲੋਕ ਦੇ ਜੀਆਂ ਦਾ ਵੀ ਭਲਾ ਕਰਦਾ ਹੈ, ਮਾਤ ਲੋਕ ਦੇ ਜੀਆਂ ਦਾ ਵੀ ਭਲਾ ਕਰਦਾ ਹੈ, ਆਕਾਸ਼ਚਾਰੀ ਜੀਆਂ ਨੂੰ ਵੀ ਜਿਹੜਾ ਹੈ ਨਾ ਅਦੋ ਉਰਦ ਅਰਦੰ ਅਗੰ ਓਗ ਹਰਤਾ। ਉਹ ਤਾਂ ਜਿਹੜੇ ਵੀ ਪਤਾਲ ਦੇ ਜੀਆਂ ਦੇ, ਮਾਤ ਲੋਕ ਦੇ ਜੀਆਂ ਦੇ, ਆਕਾਸ਼ ਲੋਕ ਜੀਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ, ਉਹ ਨਾਸ਼ ਕਰਨ ਵਾਲਾ, ਪਾਪਾਂ ਦੇ ਤਾਈ ਮੁਕਤ ਦੇਣ ਵਾਲਾ ਏ। ਏਕ ਨਾ ਚੇਤਸ ਅੰਧਾਤਾ, ਤੂੰ ਅਗਿਆਨ ਦੇ ਅੰਦਰ ਅੰਨਾ ਕਿਉਂ ਹੋ ਰਿਹਾ ਜੀਵ? ਹੇ ਤੂੰ ਜੋਗੀ ਅਗਿਆਨੀ ਬਣ ਕਰਕੇ ਵਿਸ਼ਿਆਂ ਦੇ ਵਿੱਚ ਅੰਨਾ ਹੋ ਰਿਹਾ। ਏਕ ਨਾ ਚੇਤਸ, ਇੱਕ ਨੂੰ ਕਿਉਂ ਨਹੀਂ ਚੇਤੇ ਕਰਦਾ? ਇੱਕ ਵਾਹਿਗੁਰੂ ਦੇ ਨਾਮ ਨੂੰ, ਪਰਮੇਸ਼ਰ ਨੂੰ ਚੇਤੇ ਕਰਨਾ ਕਰ। ਕਰ ਪਟੰਬ ਗੱਲੀ ਮਨ ਲਾਵਸ, ਤੂੰ ਪਖੰਡ ਕਰਦਾ ਹੈ। ਮਹਾਰਾਜ ਨੇ ਕਿਹਾ ਜੋਗੀ ਨੂੰ ਪਟੰਬ ਹੈ ਪਖੰਡ। ਕਰ ਪਟੰਬ ਗੱਲੀ ਮਨ ਲਾਵਸ, ਗੱਲਾਂ ਦੇ ਅੰਦਰ ਮਨ ਲਾਇਆ ਹੋਇਆ। ਕਈ ਗੱਲਾਂ ਨਾਲ ਬੜਾ ਹੀ ਗਿਆਨ ਝਾੜਦੇ ਆ, ਬਹੁਤ ਜ਼ਿਆਦਾ ਗਿਆਨ ਦਾ ਕਥਨ ਕਰਦੇ ਆ, ਸਭ ਦੱਸਦੇ ਆ ਜੀਵ ਕੀ ਹੈ, ਈਸ਼ ਕੀ ਹੈ, ਸਥੂਲ ਕੀ ਹੈ, ਸੂਖਸ਼ਮ ਕੀ ਹੈ, ਬਹੁਤ ਜ਼ਿਆਦਾ ਗਿਆਨ ਕਥਨ ਕਰਦੇ ਆ। ਮਹਾਰਾਜ ਕਹਿੰਦੇ ਗੱਲਾਂ ਦੇ ਨਾਲ ਹੀ ਮਨ ਲਾਇਆ ਹੋਇਆ ਹੈ, ਬਾਹਰੋਂ ਪਖੰਡ ਵਿਖਾ ਰਿਹਾ ਕਿ ਮੈਂ ਬੜਾ ਜੋਗੀ, ਬੜਾ ਤਿਆਗੀ ਹਾਂ। ਸੰਸਾ ਮੂਲ ਨਾ ਜਾਵਸਤਾ, ਮਹਾਰਾਜ ਕਹਿੰਦੇ ਮੂਲ ਕੀ ਹੈ? ਅਗਿਆਨ। ਅਗਿਆਨ ਕਰਕੇ ਸੰਸ਼ੇ ਹੈ, ਉਹ ਪ੍ਰਮਾਣਗਤ ਸੰਸ਼ਾ ਹੈ, ਪਰਮੇਗਤ ਸੰਸ਼ਾ ਹੈ, ਵਿਪਰਜੈ ਬੁੱਧੀ ਹੈ। ਮਹਾਰਾਜ ਕਹਿੰਦੇ ਮੂਲੋਂ ਉੱਕਾ ਹੀ ਨਾ ਜਾਵਸਤਾ, ਨਹੀਂ ਜਾਂਦਾ ਅੰਦਰੋਂ, ਸ਼ੰਕਾ ਬਣਿਆ ਹੀ ਰਹਿੰਦਾ ਹੈ, ਅਗਿਆਨ ਦਾ ਪਰਦਾ ਬਣਿਆ ਹੀ ਰਹਿੰਦਾ ਹੈ। ਸੰਸਾ ਮੂਲ ਨਾ ਜਾਵਸਤਾ, ਮੂਲੋਂ ਉੱਕਾ ਹੀ ਮਹਾਰਾਜ ਕਹਿੰਦੇ ਸ਼ੰਕੇ ਅੰਦਰੋਂ ਨਹੀਂ ਖਤਮ ਹੁੰਦੇ। ਏਕਸ ਚਰਣੇ ਜੇ ਚਿਤ ਲਾਵ ਹੈ, ਜੇ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਆਪਦਾ ਚਿੱਤ ਜੇ ਤੂੰ ਕਿਤੇ ਲਾ ਲਵੇਂ, ਲਬ ਲੋਭ ਕੇ ਧਾਵਸਤਾ, ਜਿਹੜੀ ਲੱਭ ਪਦਾਰਥਾਂ ਦੇ ਖਾਣ ਦੀ ਤੈਨੂੰ ਹਲਕ ਪਈ ਰਹਿੰਦੀ ਹੈ ਤੇ ਪਦਾਰਥਾਂ ਦੇ ਜੋੜਨ ਦਾ ਲੋਭ ਅੰਦਰ ਲੱਗਾ ਰਹਿੰਦਾ ਹੈ ਨਾ, ਇਹ ਬਿਰਤੀ ਤੇਰੇ ਅੰਦਰੋਂ ਧਾਵਸਤਾ ਧਾ ਹੀ ਜਾਵੇਗੀ, ਦੌੜ ਕੇ ਨਿਕਲ ਜਾਵੇਗੀ। ਜੋ ਏਕਸ ਚਰਣੀ ਜੇ ਮਨ ਲਾਵਸ, ਜੇ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਲਾ ਲਵੇਂ ਨਾ, ਫਿਰ ਪਦਾਰਥਾਂ ਦੇ ਖਾਣ ਦਾ ਵੀ ਲੱਭ ਚਲੇ ਜਾਵੇਗਾ ਤੇ ਫਿਰ ਜੋੜਨ ਦਾ ਵੀ ਜਿਹੜਾ ਲੋਭ ਹੈ ਉਹ ਵੀ ਅੰਦਰੋਂ ਨਾਸ਼ ਹੋ ਜਾਵੇਗਾ। ਤੋ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਪ੍ਰਸੰਗ ਲਿਖਿਆ ਹੈ, 10ਵੇਂ ਪਾਤਸ਼ਾਹ ਜੀ ਮਹਾਰਾਜ ਦੇ ਹਜੂਰ ਕਹਿੰਦੇ ਇੱਕ ਫਕੀਰ ਨਾ ਉਹ ਬੜਾ ਖੁਸ਼ੀ ਨਾਲ ਨੱਚੇ ਤੇ ਭਾਈ ਆਲਮ ਸਿੰਘ ਜੀ ਮਹਾਰਾਜ ਜੀ ਨੂੰ ਚੌਰ ਕਰ ਰਹੇ ਆ। ਸਤਿਗੁਰੂ ਜੀ ਕਹਿੰਦੇ ਇਹ ਫਕੀਰ ਕਿਉਂ ਨੱਚਦਾ? ਭਾਈ ਆਲਮ ਸਿਆ ਕਹਿਣ ਲੱਗ ਮਹਾਰਾਜ ਮੈਨੂੰ ਨਹੀਂ ਪਤਾ। ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਮੋਹਰਾਂ ਰੱਖੀਆਂ ਹੋਈਆਂ 99 ਮੋਹਰਾਂ ਨੇ ਇਹਨੇ ਆਪਣੇ ਸਿਰ 'ਚ ਲੁਕਾਈਆਂ ਹੋਈਆਂ ਨੇ ਤੇ ਇੱਕ ਮੋਹਰ ਦੀ ਇੱਛਾ ਕਰ ਰਿਹਾ ਹੈ, ਖੁਸ਼ੀ ਨਾਲ ਝੂਮ ਰਿਹਾ ਕਿ ਇੱਕ ਮੋਹਰ ਹੋਰ ਮਿਲ ਜੇ ਤੇ ਫਿਰ 90 ਹੋ ਜਾਣਗੀਆਂ ਪੂਰੀਆਂ। ਤੇ ਮਹਾਰਾਜ ਕਹਿੰਦੇ ਇਹਦਾ ਨਾਂ ਕੀ ਹੈ? ਕਹਿੰਦਾ ਮਹਾਰਾਜ ਭਾਈ ਆਲਮ ਸਿੰਘ ਜੀ ਕਹਿੰਦੇ ਮਹਾਰਾਜ ਦਾ ਨਾਂ ਜਲਾਲੀ ਫਕੀਰ ਹੈ। ਮਹਾਰਾਜ ਕਹਿੰਦੇ ਜਲਾਲੀ ਨਹੀਂ ਹੈ, ਪਲਾਲੀ ਹੈ। ਤੇ ਭਾਈ ਆਲਮ ਸਿੰਘ ਜੀ ਕਹਿੰਦੇ ਮਹਾਰਾਜ ਫਿਰ ਪਤਾ ਕਿਵੇਂ ਲੱਗੇ ਕਿ ਇਹਦੇ ਮੋਹਰਾਂ ਨੇ? ਮਹਾਰਾਜ ਕਹਿੰਦੇ ਇੱਕ ਸਲੋਤਰ ਲਾ ਇਹਦੇ ਉੱਤੇ ਟੋਪ ਜਿਹੜਾ ਪਾਇਆ ਹੋਇਆ, ਇੱਕ ਬੰਨਿਓ ਖਸਕਾ ਜਿਹੜਾ ਇਹਦਾ ਸਿਰ ਤੇ ਟੋਪ ਜਿਹੜਾ ਪਾਇਆ। ਤੇ ਭਾਈ ਆਲਮ ਸਿੰਘ ਜੀ ਨੇ ਜਦੋਂ ਲੰਮਾ ਸਲੋਤਰ ਉੱਤਰ ਕੇ ਲਾਇਆ ਨਾ ਤੇ ਉਹਦੇ ਮੋਹਰਾਂ ਖਿੱਲਰ ਗਈਆਂ, ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਹਾਂ ਭਈ ਜਲਾਲੀ ਹੈ ਕਿ ਪਲਾਲੀ ਹੈ? ਕਹਿੰਦਾ ਮਹਾਰਾਜ ਦਿਖਾਵੇ ਦਾ ਤੇ ਜਲਾਲੀ ਬਣਿਆ ਹੋਇਆ ਸੀ ਪਰ ਤੁਸੀਂ ਪਲਾਲ ਪ੍ਰਗਟ ਕਰ ਦਿੱਤਾ। ਸਤਿਗੁਰੂ ਜੀ ਹੱਸ ਕੇ ਕਹਿੰਦੇ ਭਾਈ ਆਲਮ ਸਿੰਘ ਦੇ ਇਹਨੂੰ ਇੱਕ ਮੋਹਰ ਤੇ ਤੋਰ ਇੱਥੋਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਗਟ ਕਰਕੇ ਦਿਖਾ ਦਿੰਦੇ ਆ। ਹਜੂਰ ਕਹਿੰਦੇ ਆ ਕਿ ਜੇ ਮਨ ਦੇ ਅੰਦਰ ਇਹੋ ਜਿਹੇ ਪਦਾਰਥਾਂ ਦੀ ਪਕੜ ਬਣੀ ਹੋਈ ਹੈ ਨਾ, ਉਹ ਛੁੱਟਦੀ ਨਹੀਂ। ਛੁੱਟਦੀ ਤਾਂ ਹੈ ਜੇ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਆਪਦੇ ਚਿੱਤ ਨੂੰ ਲਾਵੇਂ ਤਾਂ, ਪਰਮੇਸ਼ਰ ਦੇ ਚਰਨਾਂ ਵਿੱਚ ਸੱਚੇ ਮਨੋਂ ਆਪਣੇ ਆਪ ਨੂੰ ਜੋੜੇ, ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰੇ। ਫਿਰ ਜਿਹੜੀ ਅੰਦਰ ਖਾਣ ਪੀਣ ਦੀ, ਹੰਡਾਉਣ ਦੀ ਤੇ ਪਦਾਰਥਾਂ ਦੇ ਇਕੱਠੇ ਕਰਨ ਦੀ ਲਾਲਸਾ ਲੱਗੀ ਹੋਈ ਹੈ ਨਾ, ਇਹ ਧਾਵਸਤਾ
ਧਾ ਜਾਵੇਗੀ, ਅੰਦਰੋਂ ਦੌੜ ਜਾਵੇਗੀ, ਸੰਤੋਖੀ ਹੋ ਜਾਵੇਂਗਾ, ਬਹੁਤ ਮਨ ਜਿਹੜਾ ਤੇਰਾ ਉਹ ਸੁਖੀ ਹੋ ਜਾਵੇਗਾ। ਜਪ ਨਿਰੰਜਨ ਰਚਸ ਮਨਾ। ਹਜ਼ੂਰ ਕਹਿੰਦੇ ਜਪ ਨਿਰੰਜਨ ਨੂੰ, ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ। ਕਿਵੇਂ ਜਪਾਂ ਮਹਾਰਾਜ? ਸਤਿਗੁਰੂ ਕਹਿੰਦੇ ਰਚਸ ਮਨਾ, ਆਪਣੇ ਮਨ ਦੇ ਅੰਦਰ ਰਚਾ ਲੈ ਪਰਮੇਸ਼ਰ ਦਾ ਨਾਮ। ਜਿੰਨਾ ਚਿਰ ਮਨ ਨਹੀਂ ਪ੍ਰਯੋਗ ਕਰਨ ਲੱਗ ਜਾਂਦਾ, ਮੂੰਹ ਤੋਂ ਬੋਲਣੋਂ ਨਾ ਹਟ। ਜਪੀ ਜਾ ਰਸਨਾ ਨਾਲ, ਰਸਨਾ ਤੋਂ ਹੀ ਉਤਰ ਜਾਣਾ ਹੈ ਹਲਕ ਦੇ ਅੰਦਰ। ਜਦੋਂ ਗਲੇ ਤੋਂ ਉਤਰਿਆ ਤੇ ਫਿਰ ਤੈਨੂੰ ਪਤਾ ਲੱਗਣਾ ਕਿ ਜਾਪ ਦਾ ਸੁੱਖ ਕੀ ਹੈ। ਜਿਹੜੀ ਤੂੰ ਕਮਾਈ ਮਨ ਨੂੰ ਮਾਰ ਕੇ ਕੀਤੀ, ਇਹਦਾ ਆਨੰਦ ਕੀ ਹੈ? ਰਚਸ ਮਨਾ, ਫਿਰ ਤੇਰੇ ਮਨ ਦੇ ਅੰਦਰ ਰਚ ਜਾਣਾ ਹੈ। ਜਿਵੇਂ ਸਾਧ ਸੰਗਤ ਜੀ ਸ਼ੱਕਰ ਘਿਓ ਰਚ ਮਿਚ ਜਾਂਦਾ ਹੈ ਨਾ, ਇਵੇਂ ਫਿਰ ਸੱਚੇ ਪਾਤਸ਼ਾਹ ਜੀ ਦਾ ਨਾਮ ਰਚ ਮਿਚ ਜਾਂਦਾ ਮਨ ਦੇ ਅੰਦਰ। ਮਨ ਦੀ ਉਪਾਧੀ ਮਿਟ ਜਾਂਦੀ ਹੈ, ਨਾਮ ਹੀ ਨਾਮ ਫਿਰ ਉੱਥੇ ਅੰਦਰ ਗੱਜਣ ਲੱਗ ਪੈਂਦਾ ਹੈ। ਇਹੋ ਸਤਿਗੁਰੂ ਕਹਿੰਦੇ ਜਪਛ ਨਿਰੰਜਨ, ਜਿਹੜਾ ਮਾਇਆ ਦੇ ਦਾਗ ਤੋਂ ਕਾਲਖ ਤੋਂ ਰਹਿਤ ਹੈ, ਪਰਮੇਸ਼ਰ ਸੁੱਧ ਸਰੂਪ, ਉਹਦੇ ਨਾਮ ਨੂੰ ਜਪਣਾ ਕਰ ਮਨ ਦੇ ਪ੍ਰੀਤ ਨਾਲ। ਕਾਹੇ ਬੋਲਾ ਹੈ ਜੋਗੇ ਕਪਟ ਕਹਿਣਾ। ਜੋਗੀ ਕਾਹਨੂੰ ਐਵੇਂ ਬੋਲਦਾ ਹੈ? ਬਹੁਤਾ ਕਪਟ ਜਿਹੜਾ ਛਲ ਕਰ ਕਰਕੇ ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਕਰ ਰਿਹਾ ਹੈ, ਇਹਨਾਂ ਦਾ ਕੀ ਲਾਭ ਤੈਨੂੰ ਹੋਵੇਗਾ? ਕਾਹੇ ਕਿਉਂ ਬੋਲਦਾ ਹੈ ਬਹੁਤਾ ਕਪਟ ਛਲ ਦੇ ਸਹਿਤ? ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕਾਇਆ ਕਮਲੇ ਹੰਸ ਇਆਣਾ। ਸਤਿਗੁਰੂ ਜੀ ਹੁਣ ਸਿੱਖਿਆ ਦਿੰਦੇ ਆ। ਮਹਾਰਾਜ ਕਹਿੰਦੇ ਜਿਹੜੀ ਇਹ ਕਾਇਆ ਹੈ ਨਾ ਦੇ, ਇਹ ਤਾਂ ਕਮਲੀ ਹੈ, ਸ਼ੁਦੈਣ ਹੈ, ਤੇ ਮੰਗੀ ਜਾਂਦੀ ਹੈ, ਇੱਛਾ ਕਰੀ ਜਾਂਦੀ ਹੈ ਪਦਾਰਥਾਂ ਨੂੰ ਭੋਗਣ ਦੀ। ਤੇ ਜਿਹੜਾ ਹੰਸ ਹੈ, ਇਹ ਅੰਦਰ ਸਾਧ ਸੰਗਤ ਜੀ ਇਆਣਾ ਅਣਜਾਣ ਬਣਿਆ ਪਿਆ ਹੈ, ਜੀਵ ਅਗਿਆਨੀ ਹੋ ਰਿਹਾ ਹੈ। ਦੋਵੇਂ ਆਪਸ ਦੇ ਅੰਦਰ ਹੀ ਵਿਕਾਰਾਂ ਦੇ ਭੋਗਣ ਨੂੰ ਲੱਗੇ ਹੋਏ ਆ। ਮੇਰੇ ਮੇਰੇ ਕਰਤ ਬਿਹਾਣੀ ਤਾ। ਮੇਰੀ ਜਰਵ ਹੈ, ਮੇਰੀ ਜੋਰੂ ਹੈ, ਮੇਰੀ ਜ਼ਮੀਨ ਹੈ, ਇਉਂ ਹੀ ਬਿਹਾਣੀ ਤਾਂ ਉਮਰਾ ਜਿਹੜੀ ਆ ਨਾ ਉਹ ਵਿਹਾਉਂਦੀ ਜਾ ਰਹੀ ਹੈ। ਜਿਹੜੀ ਉਮਰਾਂ ਦੀ ਇਹ ਗਤੀ ਹੈ, ਚੱਲਦੀ ਜਾ ਰਹੀ ਹੈ, ਤੇ ਆਜੂ ਜਿਹੜੀ ਆ ਬਿਹਾਣੀ ਤਾਂ ਬਤੀਤ ਹੁੰਦੀ ਜਾ ਰਹੀ ਹੈ। ਕੀ ਕਰਦਿਆਂ ਮੇਰ ਕਰਦਿਆਂ ਹੋਇਆ ਕਿ ਘਰ ਵੀ ਮੇਰਾ ਹੈ, ਪਦਾਰਥ ਵੀ ਮੇਰਾ ਹੈ, ਇਹ ਜਾਇਦਾਦ ਮੇਰੀ ਹੈ, ਇਉਂ ਮੇਰੀ ਕਰਤ ਬਿਹਾਣੀ ਤਾਂ। ਮਹਾਰਾਜ ਕਹਿੰਦੇ ਉਮਰ ਤੇਰੀ ਇਉਂ ਬਤੀਤ ਹੁੰਦੀ ਜਾ ਰਹੀ ਹੈ, ਦੇਹ ਸ਼ੁਦੈਣ ਹੋਈ ਪਈ ਹੈ। ਜਿਵੇਂ ਕੋਈ ਨਸ਼ਾ ਖਾ ਕੇ ਸ਼ੁਦਾਈ ਹੋ ਜਾਂਦਾ ਹੈ ਨਾ, ਇਵੇਂ ਸਾਧ ਸੰਗਤ ਜੀ ਇਹਨੂੰ ਮੋਹ ਦੀ ਠੱਗ ਬੂਟੀ ਸੰਘਾਈ ਹੋਈ ਹੈ, ਤੇ ਕਮਲੀ ਹੋ ਗਈ ਹੈ, ਤੇ ਝੱਲੀ ਹੋਈ ਜਿਹੜੀ ਹੈ, ਕੁਝ ਸਮਝ ਨਹੀਂ ਰਹੀ, ਸੇਵਾ ਵਿੱਚ ਨਹੀਂ ਲੱਗਦੀ, ਸਿਮਰਨ ਵਿੱਚ ਨਹੀਂ ਬੈਠਿਆ ਜਾਂਦਾ, ਚੌਂਕੜਾ ਹੀ ਨਹੀਂ ਲੱਗਦਾ ਹੈ। ਤੋ ਇਸ ਤਰ੍ਹਾਂ ਦੀ ਦੇਹ ਦੀ ਹਾਲਤ ਹੈ। ਦੇਹਾਂ ਵੀ ਉਸ ਤਰ੍ਹਾਂ ਦੀਆਂ ਹੋ ਗਈਆਂ ਨੇ। ਤੇ ਪਹਿਲੋਂ ਕਹਿੰਦੇ ਆ ਕਿ ਗੁਰਸਿੱਖ 2-2 3-3 ਘੰਟੇ ਕੀਰਤਨ ਸੁਣਿਆ ਕਰਦੇ, 2-2 ਘੰਟੇ ਕਥਾ ਹੋਇਆ ਕਰਦੀ। ਹੁਣ ਕਿੱਥੇ ਅੱਧੇ ਘੰਟੇ 'ਚ ਥੱਕ ਜਾਈਦਾ ਹੈ। ਇਸ ਤਰ੍ਹਾਂ ਦੀ ਦੇਹ ਦੀ ਹਾਲਤ ਹੋ ਗਈ ਹੈ। ਤੇ ਜਿਹੜਾ ਜੀਵ ਹੈ ਅੰਦਰ ਇਆਣਾ ਕਮਲਾ ਹੋਇਆ ਪਿਆ, ਇਹ ਵੀ ਅਗਿਆਨੀ ਹੋਇਆ ਪਿਆ, ਸੁਣਦਿਆਂ ਵੀ ਨਹੀਂ ਸਮਝਦਾ, ਸੁਣਦਿਆਂ ਹੋਇਆਂ ਵੀ ਅਕਲ ਨਹੀਂ ਕਰਦਾ, ਤੇ ਮੇਰ ਕਰਦਿਆਂ ਹੋਇਆਂ ਸੰਸਾਰ ਦੇ ਅੰਦਰ ਦੇਹ ਦੀ ਮੇਰ ਜੀਵ ਕਰੀ ਜਾਂਦਾ ਹੈ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਮਰ ਇਹਦੀ ਲੰਘਦੀ ਜਾ ਰਹੀ ਆ। ਪਰਣਵਤ ਨਾਨਕ ਨਾਗੇ ਦਾਝੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹਜੂਰ ਬੇਨਤੀ ਪੂਰਵਕ, ਪ੍ਰਣਵਤ ਬੇਨਤੀ ਪੂਰਵਕ ਸਤਿਗੁਰੂ ਜੀ ਕਹਿੰਦੇ ਆ ਨਾਗੀ ਦਾਝੈ। ਹੇ ਰਾਵਲ ਜੋਗੀ, ਇਹ ਜਿਹੜੀ ਤੇਰੀ ਦੇਹ ਹੈ ਨਾ, ਇਹ ਮਹਾਰਾਜ ਕਹਿੰਦੇ ਨਾਗੀ ਦਾਝੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਨਾਗ ਹੈ ਨਾ, ਉਹਨਾਂ ਦੀ ਦਾਝਾ ਸਾੜੀ ਹੋਈ ਆ। ਫਿਰ ਪਾਛੈ ਪਛਤਾਣੀ ਤਾ। ਫਿਰ ਪਿੱਛੋਂ ਮਹਾਰਾਜ ਕਹਿੰਦੇ ਪਛਤਾਉਣਾ ਪਵੇਗਾ। ਜੋ ਹੁਣ ਜ਼ਿੰਦਗੀ ਹੈ, ਹੁਣ ਸਵਾਸ ਨੇ, ਭਜਨ ਨਹੀਂ ਕਰਦਾ ਹੈ, ਆ ਬਾਹਰਲੇ ਪਖੰਡਾਂ ਵਿੱਚ ਹੀ ਸਮਾਂ ਜਿਹੜਾ ਬਤੀਤ ਕੀਤਾ ਹੈ, ਇਸੇ ਪ੍ਰਕਾਰ ਹੀ। ਪਰਣਵਤ ਨਾਨਕ ਨਾਗੇ ਦਾਝੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਬੇਨਤੀ ਪੂਰਵਕ ਸਤਿਗੁਰੂ ਕਹਿੰਦੇ ਆ ਨਾਗੀ ਦਾਝੈ। ਜਦੋਂ ਅੰਤ ਦਾ ਸਮਾਂ ਆਇਆ ਨਾ, ਅੱਗ ਦੇ ਵਿੱਚ ਤੈਨੂੰ ਜਦੋਂ ਪਾਇਆ, ਅੱਗ ਨੇ ਪਹਿਲਾਂ ਵਸਤਰ ਸਾੜਨੇ ਆ, ਫਿਰ ਤੇਰੀ ਦੇਹ ਜਿਹੜੀ ਹੈ ਨਾ, ਉਹ ਨੰਗੀ ਹੀ ਦਾਝਾ ਸੜੇਗੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਅੱਗ ਵਿੱਚ ਜਿਸ ਵਕਤ ਨੰਗੀ ਸੜ ਜਾਵੇਗੀ, ਫਿਰ ਪਾਛੈ ਪਛਤਾਣੀ ਤਾ। ਫਿਰ ਜੀਵ ਤੈਨੂੰ ਫਿਰ ਪਿੱਛੋਂ ਪਛਤਾਉਣਾ ਪਵੇਗਾ। ਬੜਾ ਪਛਤਾਪ ਕਰਦਾ ਹੈ ਜੀਵ। ਫਿਰ ਜਦੋਂ ਇਹ ਦੇਹ ਨੂੰ ਸੜਦਿਆਂ ਹੋਇਆ ਵੇਖਦਾ ਨਾ, ਪਛਤਾਵਾ ਕਰਦਾ ਕਿ ਉਹ ਦੇਹ ਛੁੱਟ ਗਈ,
ਹੁਣ ਸੰਸਾਰ 'ਚ ਨਹੀਂ ਰਿਹਾ ਜਾਣਾ, ਕਿਉਂਕਿ ਇਹ ਸੰਸਾਰ ਦੇਹਾਂ ਦਾ ਸੰਸਾਰ ਹੈ। ਇੱਥੇ ਦੇਹ ਕਰਕੇ ਰਹਿ ਸਕੀਦਾ। ਜੇ ਦੇਹ ਨਹੀਂ ਕੋਲ ਤੇ ਜਿੰਨਾ ਘਰਾਂ 'ਚ ਰਹਿਣਾ ਕਿਤੇ ਉੱਥੇ ਦਿਸ ਪਿਆ ਤੇ ਉਹ ਉਪਾਅ ਕਰਦੇ ਆ ਫਿਰ ਕਿ ਮੁੜ ਕੇ ਨਾ ਦਿਸੇ। ਤੇ ਇਸ ਤਰ੍ਹਾਂ ਜਿਹੜੇ ਆ ਹਿੰਦੂ ਪੰਡਤਾਂ ਨੂੰ ਸੱਦ ਕੇ ਕਈ ਕੁਛ ਕਰਾਉਂਦੇ ਆ। ਆਪਣੇ ਉਹ ਗ੍ਰੰਥੀ ਸਿੰਘ ਨੂੰ ਸੱਦ ਕੇ ਸਾਰੇ ਕੱਪੜੇ ਦੇਈ ਜਾਂਦੇ ਆ, ਕਹਿੰਦੇ ਇਹ ਤਾਂ ਕੰਜੂਸ ਬੜਾ ਸੀ, ਕਦੇ ਕਿਸ ਦਾਨ ਨਹੀਂ ਕੀਤਾ ਸੀ। ਲਾਗੋਂ ਗਵਾਂਢੀ ਦੱਸਦੇ ਆ ਕਿ ਇਹਨਾਂ ਦਾ ਬਜ਼ੁਰਗ ਦਿਸਿਆ ਡਰਦੇ ਹੀ ਕਰ ਰਹੇ ਆ, ਤੈਨੂੰ ਕਿਹੜਾ ਇਹ ਸੁੱਖ ਨਾਲ ਦੇ ਰਹੇ ਆ। ਇਸ ਤਰ੍ਹਾਂ ਸਾਧ ਸੰਗਤ ਜੀ ਡਰਦੇ ਹੀ ਦਾਨ ਪੁੰਨ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਦੇਹ ਜਦੋਂ ਛੁੱਟ ਜਾਂਦੀ ਹੈ ਨਾ ਤੇ ਨੰਗੀ ਸੜਦੀ ਹੈ ਜਿਸ ਸਮੇਂ ਚਿਖਾ ਦੇ ਅੰਦਰ, ਫਿਰ ਪਾਛਾ ਪਛਤਾਣੀ ਤਾਂ ਬਹੁਤ ਜ਼ਿਆਦਾ ਪਛਤਾਵਾ ਜੀਵ ਨੂੰ ਲੱਗਦਾ ਹੈ ਕਿ ਮਨਾ ਭਜਨ ਕਿਉਂ ਨਾ ਕੀਤਾ, ਨਾਮ ਜਪਣਾ ਚਾਹੀਦਾ ਸੀ। ਹਜੂਰ ਕਹਿੰਦੇ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੂਸਰਾ ਸ਼ਬਦ ਜਿਹੜਾ ਸੀ ਹਜੂਰ ਨੇ ਜੋਗੀ ਦੇ ਪ੍ਰਥਾਏ ਉਚਾਰਨ ਕੀਤਾ, ਤੇ ਅਗਲਾ ਸ਼ਬਦ ਵੀ ਜਿਹੜਾ ਉਹ ਜੋਗੀ ਦੇ ਪ੍ਰਥਾਏ ਆਏਗਾ ਤੇ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਾਇਆ ਕਮਲੇ ਹੰਸ ਆਣਾ, ਮੇਰੇ ਮੇਰੇ ਕਰਤ ਬਿਹਾਣੀਤਾ, ਪਰਣਵਤ ਨਾਨਕ ਨਾਗੇ ਦਾਝੈ, ਫਿਰ ਪਾਛੈ ਪਛਤਾਣੀ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹਹ ਪੀ ਹੋਵਨ ਹਾਰ, ਹੇ ਸੰਤ ਕਾ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰ, ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰਾ ਗਜਾਵੇ, ਸੋ ਨਿਹਾਲ ਹੋਵੇ,
ਸਤਿ ਸ਼੍ਰੀ ਅਕਾਲ। ਗੁਰਬਾਰ ਅਕਾਲ ਦੇ